ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਆਪ ਦੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਗੱਲ ਆ ਕਿ ਖਬਰਾਂ ਰੋਜ਼ ਕੁਛ ਨਾ ਕੁਛ ਨਵੀਆਂ ਹੁੰਦੀਆਂ ਨੇ। ਕਦੀ ਕੁਛ ਉਦਾਸ ਕਰਨ ਵਾਲੀਆਂ ਹੁੰਦੀਆਂ ਨੇ, ਕਦੀ ਕੁਛ ਹੈਰਾਨ ਕਰਨ ਵਾਲੀਆਂ ਹੁੰਦੀਆਂ ਨੇ, ਕਦੀ ਕੁਛ ਸੋਚ ਵਿਚਾਰ ਕਰਨ ਵਾਲੀਆਂ ਹੁੰਦੀਆਂ ਨੇ ਤੇ ਕਈ ਵਾਰਾਂ ਥੋੜ੍ਹਾ ਜਿਹਾ ਬੰਦੇ ਦੇ ਮਨ ਨੂੰ ਸਕੂਨ ਵੀ ਮਿਲਦਾ। ਪਰ ਅੱਜ ਜਿੰਨੀਆਂ ਕੁ ਖਬਰਾਂ ਨੇ ਉਹ ਸਾਰੇ ਕੁਛ ਦੇ ਵਿੱਚੋਂ ਕਈ ਕੁਛ ਹੋ ਸਕਦਾ ਤੁਹਾਡੇ ਹਾਵ ਭਾਵ ਹੋਣ, ਕਿਉਂਕਿ ਕਈ ਵਾਰਾਂ ਆਪਣੇ ਆਲੇ ਦੁਆਲੇ ਕਈ ਕੁਛ ਵਾਪਰਦਾ ਤੇ ਆਪਾਂ ਨੂੰ ਲੱਗਦਾ ਹੁੰਦਾ ਵੀ ਯਾਰ ਕਿਹੜਾ ਕੋਈ ਫਰਕ ਪੈਂਦਾ ਹੀ। ਪਰ ਹੌਲੀ ਹੌਲੀ ਉਹ ਮਹਿਸੂਸ ਕਰਨਾ ਚਾਹੀਦਾ, ਕਿਉਂਕਿ ਫਰਕ ਕਿਸੇ ਵੇਲੇ ਵੀ ਪੈ ਸਕਦਾ। ਗੱਲ ਕੀ ਆ, ਕਹਾਣੀ ਕੀ ਆ, ਆਪਾਂ ਸਾਰਾ ਕੁਛ ਕਰਾਂਗੇ। ਪਰ ਫਿਲਹਾਲ ਪਹਿਲਾਂ ਨਾਲ ਵਾਲੇ ਬੰਦੇ ਨੂੰ ਨਾਲ ਜੋੜ ਲਈਏ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਸੰਧਾਲੀ ਸਾਹਿਬ, ਠੀਕ ਠਾਕ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣਾਓ, ਕਿਵੇਂ ਹਾਲ ਚਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਮਹਾਰਾਜ। ਸਾਡੇ ਹਾਲ ਚਾਲ ਵੀ ਠੀਕ ਨੇ, ਹਾਲ ਠੀਕ ਆ, ਚਾਲ ਵੀ ਠੀਕ ਆ। ਬਾਕੀ ਦੇਖੋ ਕਿੱਦਾਂ ਕੰਮ ਚੱਲਦਾ ਅੱਗੇ। ਨਹੀਂ, ਠੀਕ ਹੀ ਚੱਲੂਗਾ ਜੀ। ਬਾਬਾ ਭਲੀ ਕਰੂਗਾ। ਜੇ ਚੰਗੇ ਕੰਮ ਕਰੋਗੇ ਨਤੀਜਾ ਚੰਗਾ ਹੀ ਆਊਗਾ। ਸੰਧਾਲੀਆ ਸਾਹਿਬ, ਸਮਝਾਇਆ ਤਾਂ ਤੁਹਾਨੂੰ ਬਹੁਤ ਹੈ ਹੁਣ ਪਿਛਲੇ ਲੰਬੇ ਸਮੇਂ ਤੋਂ, ਤੇ ਥੋੜਾ ਜਿਹਾ ਬਦਲੇ ਵੀ ਹੋ ਤੁਸੀਂ। ਥੋੜਾ ਜਿਹਾ ਹੋਰ ਬਦਲੋ, ਅਸੀਂ ਇਸ ਗੱਲ ਦੀ ਆਸ ਉਮੀਦ ਕਰਦੇ ਹਾਂ। ਨਹੀਂ ਤਾਂ ਫਿਰ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਹੀ ਹੈ ਕਿ ਲੀਡਰਾਂ ਦੇ ਨਾਲ ਹੁੰਦਾ ਕੀ ਆ ਬਾਅਦ 'ਚ। ਨਹੀਂ, ਹੌਲੀ ਹੌਲੀ ਸਾਡਾ ਜ਼ੋਰ ਫਿਰ ਪੈਣ ਲੱਗ ਪਿਆ। ਏਡੀ ਗੱਲ ਨਹੀਂ, ਥੋੜ੍ਹਾ ਜਿਹਾ ਚਿਰ ਲੋਕਾਂ ਨੇ ਜ਼ਰੂਰ ਦੱਬਿਆ ਸਾਨੂੰ, ਇੱਦਾਂ ਉੱਦਾਂ ਫਲਾਨਾ ਢੇੜਾ। ਪਰ ਫਿਰ ਮੈਂ ਵੇਖਿਆ ਵੀ ਨਹੀਂ, ਰਾਜਨੀਤੀ ਆਫਟਰ ਆਲ ਰਾਜਨੀਤੀ ਹੁੰਦੀ ਆ। ਚਾਣਕਿਆ ਨੇ ਐਵੇਂ ਤਾਂ ਨਹੀਂ ਇੰਨਾ ਕੁਛ ਲਿਖਿਆ ਸੀਗਾ। ਚਾਣਕਿਆ ਨੀਤੀ ਦੀਆਂ ਗੱਲਾਂ ਹੁੰਦੀਆਂ। ਜੇ ਮੰਨ ਲਓ ਰਾਜਨੀਤੀਵਾਨਾਂ ਕੋਲ ਚਾਣਕਿਆ ਨੀਤੀ ਨਾ ਹੋਵੇ ਫਿਰ ਇਹਦੇ ਲੋਕੀ ਸਵੇਰੇ ਵੇਚ ਕੇ ਖਾ ਜਾਣ ਉਹਨਾਂ ਨੂੰ। ਹਾਂ, ਨਹੀਂ, ਗੱਲ ਤੁਹਾਡੀ ਠੀਕ ਹੈ। ਜਾਣੀ ਜਿਹੜਾ ਬੰਦਾ ਲੋਕ ਸਭਾ ਦੀ ਇਲੈਕਸ਼ਨ ਲੜਦਾ 18-20 ਲੱਖ ਬੰਦੇ ਨੂੰ ਇੱਦਾਂ ਕਹਿ ਲਓ ਆਪਣੇ ਮਗਰ ਲਾਉਣਾ, ਦੂਸਰੇ ਸ਼ਬਦਾਂ ਦੇ ਵਿੱਚ ਕਹਿ ਲਓ ਕਿ ਝੂਠੇ ਲਾਰਿਆਂ ਵਾਅਦਿਆਂ ਦੇ ਵਿੱਚ ਮੂਰਖ ਬਣਾਉਣਾ ਸਿਖਾਲਾ ਤਾਂ ਨਹੀਂ। ਜਿਹੜਾ ਬੰਦਾ ਵਿਧਾਨ ਸਭਾ ਦੀ ਚੋਣ ਲੜਦਾ 2.5-3 ਲੱਖ ਬੰਦੇ ਦੇ ਨਾਲ ਸਿੱਧਾ ਵਾਹ ਉਹਦਾ ਵੀ ਪੈਂਦਾ। ਨਹੀਂ ਤਾਂ ਆਮ ਬੰਦੇ ਤੋਂ ਤਾਂ ਘਰ ਦੇ 6 ਜੀ ਸਾਂਭ ਹੁੰਦੇ। ਸੰਧਾਲੀਆ ਸਾਹਿਬ, ਮੂੰਹ ਵੱਟੇ ਹੀ ਰਹਿੰਦੇ, ਉਹਨਾਂ ਦੇ ਮੂੰਹ ਵਿੰਗੇ ਹੀ ਰਹਿੰਦੇ ਆ। ਇਸ ਕਰਕੇ ਅਸੀਂ ਤੁਹਾਡੀ ਜਿਹੜੀ ਲਿਆਕਤ ਹੈ, ਤੁਹਾਡੇ ਜਿਹੜੀ ਇਹ ਇੱਕ ਤਰ੍ਹਾਂ ਦੇ ਨਾਲ ਕਹਿਣ ਦਾ ਭਾਵ ਹੈ ਕਿ ਆਮ ਬੰਦੇ ਦੇ ਨਾਲੋਂ ਵੱਧ ਜਿਹੜੀ ਸ਼ਕਤੀ ਹੈ ਦੁਨੀਆ ਨੂੰ ਟੈਕਲ ਕਰਨ ਦੇ, ਉਹਨੂੰ ਤਾਂ ਸਲੂਟ ਕਰਨਾ ਬਣਦਾ ਹੀ ਹੈ। ਨਹੀਂ, ਸ਼ਕਤੀ ਕੋਈ ਨਹੀਂ ਹੈਗੀ। ਉਹ ਫਰਕ ਸਿਰਫ ਇੰਨਾ ਵੀ ਊਠ ਲੱਭਣਾ ਪੈਂਦਾ ਜਿੱਦਾਂ ਬੁੱਲ ਲਮਕਦਾ ਹੋਵੇ, ਤੇ ਜਿਹੜੇ ਮਗਰ ਲੱਗੇ ਹੁਣ ਉਹਨਾਂ ਨੂੰ ਕਹਿਣਾ ਪੈਂਦਾ ਡਿੱਗ ਪੈਣਾ ਵੀਰ ਜਿੱਦਣ ਡਿੱਗਾ ਤੀਰਾ ਹੀ। ਨਾ ਉਹਦਾ ਬੁੱਲ ਡਿੱਗਣਾ ਹੁੰਦਾ ਤੇ ਨਾ ਊਠ ਨੇ ਕਾਬੂ ਆਉਣਾ ਹੁੰਦਾ। ਬਸ ਇਹੋ ਜਿਹੀ ਕਹਾਣੀ ਆ। ਖੈਰ ਚਲੋ ਆਪਾਂ ਹੁਣ ਖਬਰਾਂ ਵਾਲੇ ਪਾਸੇ ਬਹੁਤਾ ਮੁੜੀਏ, ਕਿਉਂਕਿ ਅੱਜ ਖਬਰਾਂ ਬਥੇਰੀਆਂ ਨੇ। ਤੇ ਮੈਨੂੰ ਇਹ ਸੀ ਕਿ ਜੇ ਸ਼ੁਰੂ ਕਰਨਾ ਤੇ ਪੰਜਾਬ ਵਾਲੇ ਪਾਸੇ ਸ਼ੁਰੂ ਕਰ ਲਈਏ, ਕਿਉਂਕਿ ਇੱਧਰ ਵੀ ਜਿੱਦਾਂ ਦੀਆਂ ਖਬਰਾਂ ਹੁਣ ਆਉਣ ਲੱਗ ਪਈਆਂ ਨੇ ਉਹਦੇ ਤੋਂ ਇੱਦਾਂ ਜਾਪਦਾ ਕਿ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਭਲੀ ਵਾਲਾ ਕੰਮ ਹੈ ਨਹੀਂ ਇੱਥੇ। ਤੁਸੀਂ ਦੇਖੋ ਕਿ ਮੇਰਾ ਖਿਆਲ ਪਿਛਲੇ ਕੁਝ ਸਮੇਂ ਤੋਂ ਬਿਲਕੁਲ ਹੀ ਖਬਰਾਂ ਤੋਂ ਬਾਹਰ ਸਨ। ਪਰ ਅਚਾਨਕ ਖਬਰ ਆਉਂਦੀ ਆ ਤੇ ਖਬਰ ਦੇ ਵਿੱਚ ਦਿਨ ਵੀ ਤੈਅ ਕੀਤਾ ਜਾਂਦਾ ਕਿ ਸੋਮਵਾਰ ਨੂੰ ਤੁਸੀਂ ਦਫ਼ਤਰ ਪਹੁੰਚਣਾ ਤੇ ਪੁੱਛਣ ਦੇ ਲਈ ਤੁਹਾਡੇ ਕੋਲੋਂ ਅਸੀਂ ਪਤਾ ਕਰਨਾ ਕਿ ਜੀ ਬਠਿੰਡੇ ਦੇ ਵਿੱਚ ਕੋਈ ਸਰਕਾਰੀ ਪ੍ਰਾਪਰਟੀ, ਕੋਈ ਜ਼ਮੀਨ ਸੀਗੀ। ਹੈਗੀ ਤਾਂ ਉਹ ਸਰਕਾਰੀ ਸੀ, ਪਰ ਅਚਾਨਕ ਉਹਨੂੰ ਵੇਚਿਆ ਜਾਂਦਾ। ਤੇ ਜਦੋਂ ਵੇਚਿਆ ਜਾਂਦਾ ਫਿਰ ਉਹਦੇ ਜਿਹੜੇ ਖਰੀਦਦਾਰ ਹੁੰਦੇ ਨੇ ਉਹ ਸ਼ਾਇਦ ਕੋਈ ਰਿਸ਼ਤੇਦਾਰ ਨਿਕਲ ਆਉਂਦੇ ਨੇ। ਮੈਂ ਗੱਲ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੀ ਕਰ ਰਿਹਾ। ਕਹਿੰਦੇ ਵਿਜੀਲੈਂਸ ਨੇ ਸਮਨ ਕਰਤਾ ਉਹਨਾਂ ਨੂੰ। ਸੰਧਾਲੀਆ ਸਾਹਿਬ, ਮਨਪ੍ਰੀਤ ਸਿੰਘ ਬਾਦਲ ਜਿੰਨਾ ਚੁੱਪ ਹੋਏ ਸੀ, ਲੱਗਦਾ ਸੀ ਕਿ ਠੀਕ ਹੈ, ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਸੇਕ ਲੱਗੂਗਾ, ਭਰਤ ਭੂਸ਼ਣ ਆਸ਼ੂ ਨੂੰ ਲੱਗੂਗਾ, ਸੁੰਦਰ ਸ਼ਾਮ ਅਰੋੜਾ ਨੂੰ ਲੱਗੂਗਾ, ਕਾਂਗੜ ਸਾਹਿਬ ਨੂੰ ਲੱਗੂਗਾ, ਬਲਵੀਰ ਸਿੰਘ ਸਿੱਧੂ ਨੂੰ ਲੱਗੂਗਾ, ਓਪੀ ਸੋਨੀ ਸਾਹਿਬ ਨੂੰ ਲੱਗੂਗਾ ਕਿ ਮਨਪ੍ਰੀਤ ਬਾਦਲ ਹੋਰਾਂ ਦਾ ਬਚਾਅ ਹੋ ਜਾਣਾ। ਵੈਸੇ ਵੀ ਜਿਸ ਤਰੀਕੇ ਦੇ ਉਰਦੂ ਦੇ ਸ਼ੇਰ ਉਹ ਬੋਲਦੇ ਹੁੰਦੇ ਸੀ ਤੇ ਇਹ ਕਹਿੰਦੇ ਹੁੰਦੇ ਸੀ ਕਿ ਭਾਈ ਮੈਂ ਪੰਜਾਬ ਨੂੰ ਬਚਾਉਣਾ ਚਾਹੁੰਦਾ, ਇਹ ਪੰਜਾਬ ਨੂੰ ਲੁੱਟ ਕੇ ਖਾ ਗਈਆਂ ਦੋਏ ਪਾਰਟੀਆਂ। ਚਲੋ ਇਦਾਂ ਦਾ ਕਈ ਕੁਛ। ਉਹਦੇ ਤੋਂ ਬਾਅਦ ਲੱਗਦਾ ਹੁੰਦਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੇ ਉੱਤੇ ਥੋੜ੍ਹਾ ਹੀ ਕੋਈ ਦੋਸ਼ ਲੱਗ ਸਕਦਾ ਭਾਈ, ਜਿਹੜੇ ਆਪ ਗੱਡੀ ਚਲਾਉਂਦੇ ਆ। ਜਦੋਂ ਪੀਪਲਜ਼ ਪਾਰਟੀ ਆ ਪੰਜਾਬ ਉਹਨਾਂ ਨੇ ਬਣਾਈ ਆ 2012 ਦੀ ਇਲੈਕਸ਼ਨ ਦੇ ਵਿੱਚ, ਸੰਧਾਲੀਆ ਸਾਹਿਬ, ਮੈਂ ਆਪ ਅੱਖੀਂ ਉਹ ਗੱਡੀ ਦੇਖੀ ਹੈ ਜਿਹੜੀ ਮਨਪ੍ਰੀਤ ਸਿੰਘ ਬਾਦਲ ਚਲਾਉਂਦੇ ਸੀ, ਤੇ ਉਹਦੇ ਪਿੱਛੇ ਪਈ ਖੇਸੀ ਵੀ ਦੇਖੀ ਹੈ। ਤੇ ਖੇਸੀ ਵੀ ਇਹ ਨਹੀਂ ਕਿ ਤੈਅ ਲੱਗੀ ਪਈ, ਖੇਸੀ ਬਿਲਕੁਲ ਉਦਾਂ ਹੀ ਉਹਨਾਂ ਦੀ ਗੱਡੀ 'ਚ ਸਭ ਤੋਂ ਪਿੱਛੇ ਪਈ ਸੀ, ਜਿੱਦਾਂ ਆਪਾਂ ਕਈ ਵਾਰੀ ਕਾਹਲੀ ਕਾਹਲੀ ਦੇ ਵਿੱਚ ਬਿਸਤਰੇ ਤੋਂ ਉੱਠੀਏ ਤੇ ਚਾਦਰ ਦੀ ਤੈਅ ਲਾਉਣਾ ਭੁੱਲ ਜਾਈਏ। ਜਿਹਨੂੰ ਵੇਖ ਕੇ ਇੰਝ ਲੱਗਦਾ ਸੀ ਕਿ ਭਾਈ ਮਨਪ੍ਰੀਤ ਸਿੰਘ ਬਾਦਲ ਹੋਰੀ ਜਿੰਨਾ ਕੁ ਸਮਾਂ ਮਿਲਦਾ ਇਹੀ ਖੇਸੀ ਉੱਪਰ ਲੈ ਕੇ ਆਰਾਮ ਕਰਦੇ ਆ। ਤੇ ਮੈਨੂੰ ਯਾਦ ਹੈ ਕਿ ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛਿਆ ਵੀ ਉਦੋਂ ਕਿ ਭਾਈ ਇਹ ਖੇਸੀ, ਕਹਿੰਦੇ ਇਹੀ ਲੈ ਕੇ ਮਰ ਜਾ ਟੇਢੇ ਹੋ ਜੀ ਦਾ, ਲੱਕ ਸਿੱਧਾ ਕਰ ਲਈਦਾ, ਕੰਮ ਬਹੁਤ ਹੈ। ਉਦੋਂ ਪੀਪਲਜ਼ ਪਾਰਟੀ ਆਫ ਪੰਜਾਬ ਬਣਾ ਰਹੇ ਸੀ। ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਮਨਪ੍ਰੀਤ ਸਿੰਘ ਬਾਦਲ ਸਾਹਿਬ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਪਿੰਡ ਖਟਕੜ ਕਲਾਂ ਜਾ ਕੇ ਉਸ ਪਿੰਡ ਦੀ ਮਿੱਟੀ ਆਪਣੇ ਹੱਥ ਦੇ ਵਿੱਚ ਫੜ ਕੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਦੇ ਵਿੱਚ ਜਦੋਂ ਕੈਮਰੇ ਚੱਲਦੇ ਸੀ ਤੇ ਕਹਿੰਦੇ ਸੀ ਕਿ ਭਾਈ ਪੰਜਾਬ ਨੂੰ ਕਾਂਗਰਸੀਆਂ ਤੇ ਅਕਾਲੀਆਂ ਲੁੱਟ ਕੇ ਖਾਧਾ ਹੈ,
ਮੈਨੂੰ ਜੋ ਮਰਜ਼ੀ ਹੋ ਜਾਏ, ਮੈਂ ਇਹਨਾਂ ਦੋਨਾਂ ਪਾਰਟੀਆਂ ਵੱਲ ਨਹੀਂ ਜਾਂਦਾ, ਕਿਉਂਕਿ ਇਹ ਪਾਰਟੀਆਂ ਭ੍ਰਿਸ਼ਟ ਬਹੁਤ ਨੇ, ਇਹ ਪਾਰਟੀਆਂ ਨੇ ਨੁਕਸਾਨ ਬਹੁਤ ਕੀਤਾ। ਨਿਜ਼ਾਮ ਬਦਲਣ ਦੀ ਲੋੜ ਹੈ। ਉਦੋਂ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਸਟੇਜ ਦੇ ਉੱਤੋਂ ਆਪਣੀ ਵਿਸ਼ੇਸ਼ ਕਿਸਮ ਦੀ ਇੱਕ ਆਵਾਜ਼, ਇੱਕ ਸ਼ੈਲੀ ਜਿਹੜੀ ਉਹਦੇ ਵਿੱਚ ਕਿਹਾ ਸੀ। ਉਹ ਵੱਖਰੀ ਗੱਲ ਹੈ ਕਿ 2014 ਦੀ ਚੋਣ ਉਹਨਾਂ ਨੇ ਬਾਅਦ ਵਿੱਚ ਕਾਂਗਰਸ ਦੇ ਚੋਣ ਨਿਸ਼ਾਨ ਦੇ ਉੱਤੇ ਲੜੀ, ਲੋਕ ਸਭਾ ਦੀ ਬਠਿੰਡਿਓਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ। ਉਹ ਵੱਖਰੀ ਗੱਲ ਹੈ ਕਿ ਉਹਦੇ ਤੋਂ ਬਾਅਦ ਉਹ 5 ਸਾਲ ਕੈਬਨਿਟ ਮਿਨਿਸਟਰ, ਉਹ ਵੀ ਫਾਈਨਾਂਸ ਮਿਨਿਸਟਰ, ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵਿੱਚ, ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਰਹੇ। ਚਲੋ ਅੱਜ ਉਹ ਭਾਜਪਾ ਦੇ ਵਿੱਚ ਨੇ, ਇਹ ਵੀ ਇੱਕ ਵੱਖਰੀ ਗੱਲ ਹੈ। ਪਰ ਹੁਣ ਅਚਾਨਕ ਜਿਸ ਤਰੀਕੇ ਦੇ ਨਾਲ ਸੰਧਾਲੀਆ ਸਾਹਿਬ ਉਹਨਾਂ ਨੂੰ ਵਿਜੀਲੈਂਸ ਨੇ ਸੱਦਿਆ, ਇਹ ਕਿਹਾ ਕਿ ਕਾਗਜ਼ ਪੱਤਰ ਨਾਲ ਲੈ ਕੇ ਆਉਣਾ, ਸੋਮਵਾਰ ਨੂੰ ਚੱਲ ਕੇ ਆਉਣਾ। ਮਨਪ੍ਰੀਤ ਸਿੰਘ ਬਾਦਲ ਜੀ, ਤੁਹਾਡੇ ਤੋਂ ਥੋੜੀ ਜਿਹੀ ਪੁੱਛਗਿੱਛ ਕਰਨੀ ਹੈ। ਤੇ ਕੇਸ ਪੁੱਡਾ ਦੀ ਜ਼ਮੀਨ ਦਾ ਹੈ, ਤੁਸੀਂ ਠੀਕ ਆਖਿਆ ਕਿ ਇੱਕ ਜ਼ਮੀਨ ਸੀ ਸ਼ਹਿਰ ਦੇ ਵਿੱਚ। ਅਸੀਂ ਨਹੀਂ ਕਹਿੰਦੇ ਕਿ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਵਿੱਚੋਂ ਪੈਸੇ ਇੱਧਰ ਉੱਧਰ ਕੀਤੇ ਆ। ਅਸੀਂ ਨਹੀਂ ਕਹਿੰਦੇ ਕਿ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਉਹ ਜ਼ਮੀਨ, ਜਿਹੜਾ ਜ਼ਮੀਨ ਦਾ ਭਾਅ ਸੀ ਬਾਜ਼ਾਰ ਰੇਟ, ਉਹਦੇ ਤੋਂ ਘੱਟ ਰੇਟ ਤੇ ਕਿਸੇ ਨੂੰ ਦਿੱਤੀ ਹੈ। ਅਸੀਂ ਤਾਂ ਸਿਰਫ ਇਹ ਕਹਿੰਦੇ ਆ ਕਿ ਇਹ ਦੋਸ਼ ਇੱਕ ਵਿਅਕਤੀ ਨੇ ਲਾਏ ਆ, ਜਿਸ ਵਿਅਕਤੀ ਦਾ ਨਾਮ ਸਰੂਪ ਚੰਦ ਸਿੰਗਲਾ ਹੈ, ਜਿਹੜਾ ਵਿਅਕਤੀ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ, ਤੇ ਮਨਪ੍ਰੀਤ ਸਿੰਘ ਬਾਦਲ ਸਾਹਿਬ ਖੁਦ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ। ਸੋ ਇੱਕ ਸਾਬਕਾ ਵਿਧਾਇਕ, ਇੱਕ ਸਾਬਕਾ ਕੈਬਨਿਟ ਮੰਤਰੀ ਦੇ ਉੱਤੇ ਦੋਸ਼ ਲਾਉਂਦਾ ਹੈ। ਦੋਏ ਇੱਕੋ ਹੀ ਪਾਰਟੀ ਦੇ ਵਿੱਚ ਨਹੀਂ। ਐਸਾ ਵਰਤਾਰਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੰਧਾਲੀਆ ਸਾਹਿਬ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਕਿ ਇੱਕ ਪਾਰਟੀ ਦਾ ਨੇਤਾ ਦੂਸਰੀ, ਆਪਣੀ ਹੀ ਪਾਰਟੀ ਦੇ ਦੂਸਰੇ ਨੇਤਾ ਦੇ ਉੱਤੇ ਦੋਸ਼ ਲਾਵੇ। ਤੇ ਇਹ ਵੀ ਦੇਖੋ, ਸਰੂਪ ਚੰਦ ਸਿੰਗਲਾ ਹੋਰਾਂ ਨੇ ਤੇ ਇੱਕ ਵਾਰੀ ਇਹ ਵੀ ਕਹਿਤਾ ਸੀ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਟੈਂਡਰ ਘੁਟਾਲਾ ਵੀ ਕੀਤਾ ਹੈ। ਉਹਨਾਂ ਨੇ ਤੇ ਇਹ ਵੀ ਦੋਸ਼ ਲਾਇਆ ਸੀ ਕਿ ਕਰੋੜਾਂ ਰੁਪਏ ਸਰਕਾਰ ਨੂੰ ਚੂਨਾ ਲਾਇਆ ਗਿਆ। ਅਸੀਂ ਨਹੀਂ ਕਹਿੰਦੇ ਕਿ ਭਾਈ ਮਨਪ੍ਰੀਤ ਸਿੰਘ ਬਾਦਲ ਨੇ ਟੈਂਡਰ ਘੁਟਾਲਾ ਕੀਤਾ ਹੈ, ਪਰ ਉਹਨਾਂ ਦੀ ਆਪਣੀ ਹੀ ਪਾਰਟੀ ਦਾ ਇੱਕ ਲੀਡਰ ਕਹਿੰਦਾ ਕਿ ਟੈਂਡਰ ਘੁਟਾਲਾ ਕੀਤਾ ਤੇ ਉਹਦੇ ਵਿੱਚੋਂ ਕਰੋੜਾਂ ਰੁਪਈਆ ਸਰਕਾਰ ਦਾ, ਜਿਹੜਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਹੈ, ਜਿਹੜਾ ਕਿ ਲੋਕਾਂ ਦੀ ਡਿਵੈਲਪਮੈਂਟ ਦੇ ਉੱਤੇ ਖਰਚਿਆ ਜਾਣਾ ਸੀ, ਉਹ ਕਹਿੰਦੇ ਜੀ ਉਸ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ। ਉਹ ਪੈਸਾ ਸਰਕਾਰੀ ਖਜ਼ਾਨੇ ਦੇ ਵਿੱਚ ਜਿਹੜਾ ਆਉਣ ਹੀ ਨਹੀਂ ਦਿੱਤਾ ਗਿਆ। ਹੁਣ ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੋਏ ਲੀਡਰਾਂ ਨੂੰ ਬਿਠਾ ਕੇ ਪੁੱਛੇ, ਮਾਮਲਾ ਠੰਡਾ ਨਾ ਕਰੇ। ਜੇ ਸਰੂਪ ਚੰਦ ਸਿੰਗਲਾ ਹੋਰੀ ਸੱਚ ਵਿਲਕਦੇ ਆ ਕਿ ਰੁਪਈਏ ਤੇ ਲਈ ਇਧਰ ਉਧਰ ਕੀਤੇ ਗਏ, ਕਿਉਂ ਅੱਜ ਵੀ ਕਹਿੰਦੇ ਆ? ਉਹ ਕਹਿੰਦੇ ਮੈਨੂੰ ਸੱਦਣ ਵਿਜੀਲੈਂਸ ਵਾਲੇ, ਜਿਨ੍ਹਾਂ ਨੂੰ ਕੋਈ ਸਬੂਤ ਚਾਹੀਦਾ, ਉਹਨਾਂ ਨੂੰ ਕੋਈ ਪ੍ਰਮਾਣ ਚਾਹੀਦਾ, ਉਹਨਾਂ ਨੂੰ ਕੋਈ ਗੱਲ ਕਲੀਅਰ ਨਹੀਂ ਹੁੰਦੀ, ਤਾਂ ਮੇਰੇ ਕੋਲੇ ਸਾਰੇ ਦਸਤਾਵੇਜ਼ ਨੇ, ਸਾਰੇ ਸਬੂਤ ਨੇ, ਸਾਰੇ ਪ੍ਰੂਫ ਨੇ, ਤੇ ਮੈਂ ਖੁਦ ਵਿਜੀਲੈਂਸ ਦੇ ਕੋਲ ਜਾ ਕੇ ਇਹ ਸਾਰਾ ਕੁਝ ਦੱਸਣਾ ਚਾਹੁੰਦਾ ਕਿ ਜਿਹੜੇ ਮੈਂ ਦੋਸ਼ ਲਾਏ ਆ, ਜਿਹੜੀਆਂ ਮੈਂ ਸ਼ਿਕਾਇਤਾਂ ਕੀਤੀਆਂ, ਉਹ ਸੱਚ ਕੀਤੀਆਂ ਤੇ ਉਹ ਤੱਥ ਆਧਾਰਿਤ ਨੇ। ਤੇ ਸਿੰਗਲਾ ਸਾਹਿਬ ਨੇ ਤਾਂ ਬੀਜੇਪੀ ਦੇ ਵਿੱਚ ਜਦੋਂ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਹੋਏ ਆ, ਸਿੰਗਲਾ ਸਾਹਿਬ ਪਹਿਲਾਂ ਚਲੇ ਗਿਆ ਸੀ ਬੀਜੇਪੀ 'ਚ, ਦੋਨੋਂ ਬਠਿੰਡਾ ਸ਼ਹਿਰੀ ਤੋਂ ਚੋਣ ਲੜੇ ਸੀ। ਮਨਪ੍ਰੀਤ ਬਾਦਲ ਕਾਂਗਰਸ ਦੇ ਕੈਂਡੀਡੇਟ ਸੀ, ਸਿੰਗਲਾ ਸਾਹਿਬ ਅਕਾਲੀਆਂ ਦੇ ਕੈਂਡੀਡੇਟ ਸੀ, ਹਾਰ ਗਿਆ ਸੀ ਦੋਏ। ਉਹਨਾਂ ਨੇ ਉਦੋਂ ਵੀ ਕਿਹਾ ਸੀ ਕਿ ਜੇ ਮੇਰੀ ਸਰਕਾਰੀ ਦਰਬਾਰੇ ਨਾ ਸੁਣੀ ਗਈ, ਜੇ ਮੇਰੀਆਂ ਸ਼ਿਕਾਇਤਾਂ ਦੇ ਉੱਤੇ ਸਰਕਾਰ ਨੇ, ਪੁਲਿਸ ਨੇ ਕਾਰਵਾਈ ਨਾ ਕੀਤੀ, ਆਪਣਾ ਕੀ ਆ? ਉਹ ਕਹਿੰਦੇ ਆਪਾਂ ਅਦਾਲਤ ਚਲੇ ਜਾਣਾ, ਆਪਾਂ ਵਕੀਲ ਕਰ ਲੈਣਾ, ਸਬੂਤ ਆਪਣੇ ਕੋਲ ਨੇ, ਪ੍ਰੂਫ ਕਹਿੰਦੇ ਆਪਣੇ ਕੋਲ ਹੈ, ਤੇ ਮੈਨੂੰ ਉਹਨਾਂ ਨੂੰ ਸਾਬਤ ਕਰਨ ਦੇ ਵਿੱਚ ਪਰੇਸ਼ਾਨੀ ਕੋਈ ਨਹੀਂ। ਸੋ ਸੰਧਾਲੀਆ ਸਾਹਿਬ, ਬੀਜੇਪੀ ਦੇ ਲੀਡਰ ਨੇ ਮਨਪ੍ਰੀਤ ਸਿੰਘ ਬਾਦਲ, ਜਿਸ ਤਰੀਕੇ ਵਿਜੀਲੈਂਸ ਨੇ ਸੱਦਾ ਪੱਤਰ ਭੇਜਿਆ, ਲੱਗਦਾ ਕਿ ਚੁਣੌਤੀ ਵੱਡੀ ਹੋਏਗੀ। ਇਹ ਤੁਸੀਂ ਠੀਕ ਕਿਹਾ ਕਿ ਵੀ ਸਰੂਪ ਚੰਦ ਸਿੰਗਲਾ ਹੋਰੀ, ਜਦੋਂ ਵੈਸੇ ਇੱਕ ਗੱਲ ਹੈ ਵੀ ਇਹ ਲੜਾਈ ਕੋਈ ਹੁਣ ਦੀ ਨਹੀਂ, ਇਹ ਲੜਾਈ ਤੇ ਬਹੁਤ ਪੁਰਾਣੀ ਆ। ਉਦੋਂ ਵੀ ਮਤਲਬ ਸਰੂਪ ਚੰਦ ਸਿੰਗਲਾ ਹੋਰੀ ਕਿਸੇ ਹੋਰ ਪਾਰਟੀ 'ਚ ਹੁੰਦੇ ਸੀ, ਮਨਪ੍ਰੀਤ ਬਾਦਲ ਸਾਹਿਬ ਕਿਸੇ ਹੋਰ ਪਾਰਟੀ 'ਚ ਹੁੰਦੇ ਸੀ, ਮੁੜ ਕੇ ਉਹ ਉਸ ਪਾਰਟੀ ਚਲ ਗਏ, ਸਰੂਪ ਚੰਦ ਸਿੰਗਲਾ ਸਾਹਿਬ ਉਸ ਪਾਰਟੀ ਨੂੰ ਛੱਡ ਗਏ, ਫਿਰ ਮੁੜ ਕੇ ਉਹ ਕਹਿੰਦੇ ਮੈਂ ਕਿਸੇ ਹੋਰ ਪਾਰਟੀ ਜਾਵਾਂਗਾ, ਉਹ ਕਹਿੰਦੇ ਮੈਂ ਵੀ ਤੁਹਾਡੇ ਮਗਰੇ ਜਾਵਾਂਗਾ। ਵੈਸੇ ਹੁਣ ਮੈਨੂੰ ਪਤਾ ਨਹੀਂ ਵੀ ਇਹ ਦੋਵਾਂ ਲੀਡਰਾਂ ਦਾ ਆਪਸ ਦੇ ਵਿੱਚ ਪਿਆਰ ਕਿਉਂ ਇੰਨਾ ਵੀ ਜਿਹੜੀ ਪਾਰਟੀ ਦੇ ਵਿੱਚ ਇੱਕ ਜਾਂਦਾ ਦੂਜਾ ਵੀ ਉਸੇ ਚਲੇ ਜਾਂਦਾ। ਹੁਣ ਚਲੋ ਹੋ ਸਕਦਾ ਸਰੂਪ ਚੰਦ ਸਿੰਗਲਾ ਹੋਰਾਂ ਵੇਖਿਆ ਵੀ ਯਾਰ ਜੇ ਬੰਦਾ ਮਗਰ ਪਾਰਟੀ 'ਚ ਵੀ ਤੁਰਿਆ ਆਉਂਦਾ ਤੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਹੋਰ ਕੋਈ ਪੇਚਾ ਪਾ ਕੇ ਵੇਖੀਏ। ਹੁਣ ਪਤਾ ਨਹੀਂ, ਗੱਲ ਤੁਹਾਡੀ ਠੀਕ ਹੈ, ਆਪਾਂ ਨੂੰ ਨਹੀਂ ਪਤਾ ਵੀ ਉੱਥੇ ਕੀ ਹੋਇਆ ਕੀ ਨਹੀਂ ਹੋਇਆ, ਪਰ ਜਿੰਨੇ ਕੁ ਦੋਸ਼ ਇਲਜ਼ਾਮ ਆ, ਇੱਦਾਂ ਦੀ ਚੀਜ਼ ਆਮ ਤੌਰ 'ਤੇ ਮੈਂ ਇਸ ਕੇਸ ਦੀ ਗੱਲ ਨਹੀਂ ਕਰਦਾ, ਨੋਰਮਲੀ ਪਿੰਡਾਂ 'ਚ ਕਈ ਵਾਰਾਂ ਗੱਲਾਂ ਹੁੰਦੀਆਂ ਵੀ ਯਾਰ ਉਹਨਾਂ ਜੀ ਫਲਾਨਾ, ਫਿਰ ਉੱਥੇ ਫਲਾਨੇ ਥਾਂ ਉਹਦਾ ਹੱਥ ਜਿਹਾ ਪੈਂਦਾ ਸੀ, ਉਹਨੂੰ ਫਿਰ ਪਤਾ ਸੀ, ਉਹਨੇ ਫਿਰ ਆਪਣੇ ਬੰਦੇ ਨੂੰ ਆਹ ਕਰ ਲਿਆ। ਮੈਂ ਇੱਕ ਸਿੰਪਲ ਉਦਾਹਰਨ ਦੇ ਦਿਆਂ ਵੀ ਮੰਨ ਲਓ ਮੇਰੇ ਵਰਗਾ ਬੱਸ ਕੰਡਕਟਰ ਹੀ ਲੱਗਾ ਹੋਵੇ, ਅਤੇ ਜੇ ਹੁਣ ਤੁਹਾਡਾ ਵਰਗਾ ਬੰਦਾ ਨਾਲ ਚੜ੍ਹੇ ਤਾਂ ਉਹ ਚੱਲ ਰਹਿਣ ਦੇ ਯਾਰ, ਟਿਕਟ ਕੋਈ ਨਹੀਂ, ਕਿਹੜਾ ਕੋਈ ਵੇਂਦਾ ਕੋਈ ਨਹੀਂ, ਬਹਿ ਤੂੰ ਨਜ਼ਾਰੇ ਲੈ, ਦੱਸ ਦੀ ਜਿੱਥੇ ਉਤਰਨਾ ਆ। ਜਾਂ ਜੇ ਮੰਨ ਲਓ ਅਗਲਾ ਆਖੇ ਵੀ ਬੱਸ ਹੁਣ ਭਾਈ ਸਾਹਿਬ ਇਹ ਨੌਨ ਸਟਾਪ ਕਿਤੇ ਰੁਕਣੀ ਨਹੀਂ, ਅਤੇ ਹੁਣ ਰਿਸ਼ਤੇਦਾਰੀ ਹੈ, ਅਗਲਾ ਕਹਿੰਦਾ ਬਸ ਕੋਈ ਨਹੀਂ ਤੈਨੂੰ ਲਾ ਦਿਆਂਗੇ ਆਪਾਂ, ਬਸ ਤੂੰ ਚੁੱਪ ਕਰਕੇ ਬੈਠਾ ਰਹਿ, ਬਾਕੀ ਠੀਕ। ਮਤਲਬ ਕਹਿਣ ਤੋਂ ਇਹ ਵੀ ਜਿੱਥੇ ਜਿਹਦੇ ਜਿੰਨੀ ਕੁ ਪਹੁੰਚ ਹੁੰਦੀ ਆ, ਅਗਲਾ ਬੰਦਾ ਜੇ ਕੋਈ ਨੇੜਲਾ ਹੋਵੇ
ਤੇ ਥੋੜਾ ਬਹੁਤ ਫਾਇਦਾ ਤੇ ਪਹੁੰਚਾਉਂਦਾ ਹੀ ਆ। ਇਹ ਹੋ ਸਕਦਾ ਪਤਾ ਨਹੀਂ ਆਪਣਾ ਸੁਭਾਅ ਆ ਪੰਜਾਬੀਆਂ ਦੇ ਜਾਂ ਕੀ ਹਿਸਾਬ ਕਿਤਾਬ ਆ, ਪਰ ਜੇ ਕਾਨੂੰਨ ਦੇ ਨਜ਼ਰੀਏ ਨਾਲ ਵੇਖੀਏ ਤੇ ਉਹ ਕਹਿੰਦੇ ਵੀ ਇਹ ਕ੍ਰਾਈਮ ਹੈ ਜੇ ਤੁਸੀਂ ਇਦਾਂ ਕਰਦੇ ਹੋ। ਗੱਲ ਤੇ ਠੀਕ ਹੈ, ਜੇ ਮੰਨ ਲਓ ਮੇਰੀ ਡਿਊਟੀ ਆ ਤੁਹਾਡੀ ਟਿਕਟ ਕੱਟਣੀ ਤੇ ਮੈਂ ਆਖਾਂ ਵੀ ਕੋਈ ਨਹੀਂ ਯਾਰ ਪਰਮਵੀਰ ਕਿਹੜੀ ਗੱਲ ਹੈ ਯਾਰ, ਹੁਣ ਵੀਰ ਦੇ ਹੁੰਦਿਆਂ ਤੂੰ ਟਿਕਟ ਥੋੜਾ ਦੇਵੇਂਗਾ, ਪਰ ਹੈ ਤੇ ਕਿਤੇ ਨਾ ਕਿਤੇ ਕ੍ਰਾਈਮ, ਭਾਵੇਂ ਛੋਟਾ ਹੀ ਸਹੀ। ਹੁਣ ਇਸ ਕੇਸ ਦੇ ਵਿੱਚ ਵੀ ਜੇ ਆਪਾਂ ਪ੍ਰੋਪਰਟੀ ਦੀ ਗੱਲ ਕਰ ਲਈਏ ਤੇ ਜੇ ਕੁਛ ਇਹੋ ਜਿਹੀ ਗੱਲ ਹੋਈ ਆ ਵੀ ਉਹਦਾ ਜਿਹੜਾ ਮਾਰਕੀਟ ਰੇਟ ਕੁਛ ਹੋਰ ਸੀਗਾ ਤੇ ਮਾਰਕੀਟ ਰੇਟ ਤੋਂ ਘੱਟ ਟੈਂਡਰ ਵੀ ਕੱਢਿਆ ਗਿਆ, ਜੇ ਟੈਂਡਰ ਕੱਢਿਆ ਜਾਂਦਾ ਤੇ ਉਹ ਕਿੰਨੇ ਕੁ ਲੋਕਾਂ ਨੂੰ ਪਤਾ ਲੱਗਾ ਤੇ ਉਹਦੇ ਵਿੱਚ ਜਿਹੜੇ ਕੁਆਲੀਫਾਈ ਹੋਇਆ ਉਹ ਆਪਣੇ ਰਿਸ਼ਤੇਦਾਰ ਹੀ ਕਿਉਂ ਕੁਆਲੀਫਾਈ ਹੋ ਗਏ। ਸੋ ਹੋ ਸਕਦਾ ਸਵਾਲ ਇੱਧਰੋਂ ਉੱਧਰੋਂ ਘੁੰਮਾ ਫਿਰਾ ਕੇ ਮਨਪ੍ਰੀਤ ਬਾਦਲ ਸਾਹਿਬ ਨੂੰ ਤੰਗ ਕਰਨ, ਪਰ ਇੱਕ ਗੱਲ ਇਹ ਵੀ ਆ ਕਿ ਜੇ ਇਹ ਸਾਰੇ ਕੁਛ ਤੋਂ ਪਹਿਲਾਂ ਉੱਪਰਲੇ ਪਾਸਿਓਂ ਜਿਨ੍ਹਾਂ ਨੇ ਅਜੇ ਥੋੜ੍ਹੇ ਦਿਨ ਪਹਿਲਾਂ ਦਿੱਲੀ 'ਚ ਮੀਟਿੰਗ ਕੀਤੀ ਆ ਤੇ ਜਿਨ੍ਹਾਂ ਨੂੰ ਬੰਦਿਆਂ ਦੀ ਲੋੜ ਵੀ ਆ, ਉਹੋ ਹੀ ਕਿਤੇ ਦੋਵਾਂ ਧਿਰਾਂ ਨੂੰ ਸੱਦ ਕੇ ਕਹਿਣ ਵੀ ਸਿੰਗਲਾ ਸਾਹਿਬ ਕਿਹੜੇ ਕੰਮ 'ਚ ਪਏ ਹੋ, ਇੱਦਾਂ ਥੋੜ੍ਹਾ ਚੰਗੇ ਲੱਗੀਦਾ, ਹੁਣ ਇੱਕੋ ਪਾਰਟੀ 'ਚ ਐਵੇਂ ਉੱਥੇ ਤੁਸੀਂ ਲੜਦੇ ਭਿੜਦੇ ਵਿਰੋਧੀਆਂ ਨੂੰ ਫਾਇਦਾ ਪਹੁੰਚਾਉਣ ਡਿਆ, ਸਰਕਾਰ ਆਮ ਆਦਮੀ ਪਾਰਟੀ ਦੀ ਆ ਤੇ ਆਓ ਤੁਹਾਡਾ ਬਹਿ ਕੇ ਨਿਬੇੜੀਏ ਕੁਛ ਨਾ ਕੁਛ। ਤੇ ਜੇ ਆਮ ਤੌਰ 'ਤੇ ਜਿਹੜਾ ਪਿੰਡਾਂ 'ਚ ਮੈਂ ਫਿਰ ਪਿੰਡਾਂ ਵਾਲੇ ਉਦਾਹਰਨ ਦਿਆਂ, ਕਿਸੇ ਵੇਲੇ ਹੁੰਦਾ ਨਾ ਵੀ ਉਹ ਕਹਿੰਦਾ ਅੱਜ ਮੈਂ ਗੋਲੀ ਮਾਰ ਦੂੰਗਾ, ਅੱਜ ਮੈਂ ਛੱਡਣਾ ਨਹੀਂ, ਦੂਜਾ ਕਹਿੰਦਾ ਤੂੰ ਬਾਹਰ ਨਿਕਲ, ਅੱਜ ਮੈਂ ਟੁੱਕਦਾ ਵੇਖੀ ਕਿੱਦਾਂ, ਅਖੀਰ ਫਿਰ ਥਾਣੇ ਲੈ ਜਾਂਦੇ ਆ ਜਾਂ ਫਿਰ ਥਾਣੇ ਤੋਂ ਪਹਿਲਾਂ ਸਰਪੰਚ ਬਿਠਾ ਕੇ ਰਾਜੀਨਾਮਾ ਕਰਾ ਦਿੰਦਾ ਤੇ ਮੁੜ ਕੇ ਕਹਿੰਦਾ ਨਹੀਂ ਇਹ ਤੇ ਮੇਰਾ ਭਰਾ ਆ, ਉਹ ਕਹਿੰਦਾ ਇਹ ਮੇਰਾ ਭਰਾ ਆ। ਇਹ ਜੇ ਕਿਤੇ ਰਾਜੀਨਾਮਾ ਹੋ ਜਾਂਦਾ ਮੰਨ ਲਓ ਪੋਲੀਟੀਕਲ ਪਾਰਟੀ ਦੇ ਜ਼ਰੀਏ ਤੇ ਹੋ ਸਕਦਾ ਵੀ ਬਠਿੰਡੇ ਵਾਲੀ ਜ਼ਮੀਨ ਦਾ ਬਾਅਦ 'ਚ ਕਿਤੇ ਕੋਈ ਜ਼ਿਕਰ ਬਣਾ ਹੋਵੇ। ਦੇਖੋ ਸੰਧਾਲੀਆ ਸਾਹਿਬ, ਗੱਲ ਤਾਂ ਤੁਹਾਡੀ ਠੀਕ ਹੈ, ਬਹੁਤੇ ਪੋਲੀਟੀਕਲ ਕੇਸਾਂ ਦੇ ਵਿੱਚ ਹੁੰਦਾ ਇਦਾਂ ਹੀ ਆ, ਖਾਸ ਤੌਰ ਤੇ ਜਦੋਂ ਦੋ ਧਿਰਾਂ ਇਕੱਠੀਆਂ ਹੋ ਜਾਣ। ਪਰ ਇਹ ਲੋਕਤੰਤਰ ਲਈ ਮਾੜਾ, ਇਹ ਭਾਰਤ ਦੇ ਲੋਕਾਂ ਲਈ ਮਾੜਾ, ਇਹ ਪੰਜਾਬੀਆਂ ਲਈ ਖਤਰਨਾਕ ਰੁਝਾਨ ਹੈ। ਤੁਹਾਨੂੰ ਯਾਦ ਹੋਣਾ ਕਈ ਵਾਰ ਤੁਸੀਂ ਵੀ ਚੇਚਾ ਜ਼ਿਕਰ ਕੀਤਾ ਸੰਧਾਲੀਆ ਸਾਹਿਬ ਕਿ ਜਦੋਂ ਨਵਜੋਤ ਸਿੰਘ ਸਿੱਧੂ ਤੇ ਓਪੀ ਸੋਨੀ ਸਾਹਿਬ ਵੱਖਰੀਆਂ ਪਾਰਟੀਆਂ 'ਚ ਸੀ, ਸਿੱਧੂ ਸਾਹਿਬ ਭਾਜਪਾ ਸੀ ਤੇ ਸੋਨੀ ਸਾਹਿਬ ਕਾਂਗਰਸ 'ਚ ਸੀ, ਦੋਨਾਂ ਨੇ ਅੰਮ੍ਰਿਤਸਰ ਦੀ ਲੋਕ ਸਭਾ ਇਲੈਕਸ਼ਨ ਲੜੀ ਸੀ। ਸਿੱਧੂ ਸਾਹਿਬ ਜਿੱਤ ਗਏ 5-7 ਹਜ਼ਾਰ ਵੋਟਾਂ ਨਾਲ, ਸੋਨੀ ਸਾਹਿਬ ਹਾਰ ਗਏ। ਸੋਨੀ ਸਾਹਿਬ ਨੇ ਇੱਕ ਕੇਸ ਕੀਤਾ ਸੀ ਕਿ ਇਸ ਤਰੀਕੇ ਦੇ ਨਾਲ ਕਾਨੂੰਨ ਦੀਆਂ ਧੱਜੀਆਂ ਉਡਾਈਆਂ, ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ, ਇਹ ਚੋਣ ਰੱਦ ਕੀਤੀ ਜਾਵੇ, ਵੋਟਾਂ ਦੁਬਾਰਾ ਪਵਾਈਆਂ ਜਾਣ, ਸਿੱਧੂ ਸਾਹਿਬ ਤੇ ਕਾਰਵਾਈ ਹੋਵੇ। ਦੋਸ਼ ਲੱਗਾ, ਅਦਾਲਤ 'ਚ ਤਰੀਕਾਂ ਪਈਆਂ, ਮੁੜ ਕੇ ਸਿੱਧੂ ਸਾਹਿਬ ਵੀ ਕਾਂਗਰਸ 'ਚ ਆ ਗਏ, ਸੋਨੀ ਸਾਹਿਬ ਨੇ ਕੇਸ ਵਾਪਸ ਲੈ ਲਿਆ। ਮੈਂ ਕਹਿੰਦਾ ਚਾਹੇ ਉਸ ਕੇਸ ਨੂੰ ਚੱਲਦਿਆਂ 5 ਸਾਲ ਹੋ ਗਿਆ ਸੀ, ਚਾਹੇ 7 ਸਾਲ ਹੋ ਗਿਆ ਸੀ, ਸੰਧਾਲੀਆ ਸਾਹਿਬ ਅਦਾਲਤਾਂ ਦਾ ਸਮਾਂ ਤਾਂ ਜਾਇਆ ਹੋਇਆ ਨਾ। ਇੱਕ ਜੱਜ ਸਾਹਿਬ ਜਿਨ੍ਹਾਂ ਨੇ ਉਹਨਾਂ ਜਿੰਨੀਆਂ ਤਰੀਕਾਂ ਇਸ ਕੇਸ ਦੀਆਂ ਪਈਆਂ ਸੀ, ਉਨੀਆਂ ਤਰੀਕਾਂ ਦੇ ਵਿੱਚ ਹੋਰ ਕਿੰਨੇ ਲੋਕਾਂ ਦੇ ਕੇਸ ਸੁਣਨੇ ਸੀ, ਕਿੰਨਾ ਬੈਕਲੌਗ ਘਟਣਾ ਸੀ। ਉਹ ਕੱਲਾ ਜੱਜ ਸਾਹਿਬ ਦਾ ਸਮਾਂ ਨਹੀਂ ਜਾਇਆ ਹੋਇਆ, ਨਾਲ ਰੀਡਰ ਹੁੰਦਾ ਹੈ, ਨਾਲ ਦਰਜਾ 4 ਕਰਮਚਾਰੀ ਹੁੰਦੇ ਆ, ਨਾਲ ਹੋਰ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਉਸ ਵੇਲੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਤਨਖਾਹ ਮਿਲ ਰਹੀ ਹੁੰਦੀ ਹੈ। ਤੇ ਤੁਸੀਂ ਪਹਿਲਾਂ ਪਰਚੇ ਕਰਾ ਦਿਓ, ਤੁਸੀਂ ਪਹਿਲਾਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਉਧਰਲੇ ਪਾਸੇ ਹੋਣ ਦਿਓ, ਬਾਅਦ ਵਿੱਚ ਤੁਹਾਡਾ ਸਿਆਸੀ ਤੌਰ ਦੇ ਉੱਤੇ ਚੱਕੜ ਝੁੰਬਾ ਇੱਕੋ ਜਿਹਾ ਤਾਂ ਤੁਸੀਂ ਮੁੜ ਕੇ ਪਰਚੇ ਵਾਪਸ ਲੈ ਲਓ। ਇੱਥੇ ਤਾਂ ਮੈਂ ਕਹਿੰਦਾ ਕਿ ਚਾਹੇ ਹੁਣ ਸਰੂਪ ਚੰਦ ਸਿੰਗਲਾ ਸਾਹਿਬ ਵੀ ਨੇ, ਜੇ ਭਲਕ ਨੂੰ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਪੈਂਦਾ ਜਾਂ ਆਪਸੀ ਸੰਬੰਧ ਠੀਕ ਹੋ ਜਾਂਦੇ ਤਾਂ ਉਹ ਕਹਿੰਦੇ ਚਲੋ ਛੱਡੋ ਪਰਾਂ, ਜੋ ਹੋਣਾ ਸੀ ਹੋ ਗਿਆ ਨਾ। ਵਿਜੀਲੈਂਸ ਦੇ ਕਿਸੇ ਅਧਿਕਾਰੀ ਨੇ ਨੋਟਿਸ ਭੇਜਿਆ, ਲਿਖਿਆ, ਕੇਸ ਸਟੱਡੀ ਕੀਤਾ ਹੋਊਗਾ, ਕਾਗਜ਼ ਕਾਲੇ ਹੋਏ ਆ, ਉਹਨਾਂ ਦਾ ਸਮਾਂ ਲੱਗਿਆ, ਉਹ ਤਨਖਾਹ ਸਰਕਾਰੀ ਖਜ਼ਾਨੇ ਚੋਂ ਲੈਂਦੇ ਆ, ਸਰਕਾਰੀ ਖਜ਼ਾਨੇ ਦੇ ਵਿੱਚੋਂ ਪੈਸੇ ਲੋਕਾਂ ਦੇ ਟੈਕਸ ਦੇ ਵਿੱਚੋਂ ਆਉਂਦੇ ਆ। ਅਦਾਲਤਾਂ ਨੂੰ ਕਾਰਵਾਈ ਫਿਰ ਸ਼ਿਕਾਇਤਕਰਤਾ ਤੇ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਕਿਹਨੇ ਹੱਕ ਦਿੱਤਾ ਕਿ ਤੁਸੀਂ ਲੋਕਾਂ ਦੇ ਪੈਸੇ ਖਰਾਬ ਕਰੋ। ਅਸੀਂ ਨਹੀਂ ਕਹਿੰਦੇ ਕਿ ਕੰਮ ਹੋਇਆ, ਪਿਛਲੇ ਸਮੇਂ ਦੇ ਵਿੱਚ ਕੀ ਕੁਝ ਨਹੀਂ ਹੋਇਆ। ਜਦੋਂ ਇੱਕ ਖਾਸ ਤਰ੍ਹਾਂ ਦੇ ਟੈਕਸ ਦੀ ਗੱਲ ਚੱਲਦੀ ਹੁੰਦੀ ਸੀ, ਬਠਿੰਡੇ ਵਾਲੀ ਰਿਫਾਈਨਰੀ ਦੇ ਵਿੱਚੋਂ ਤੰਬੂ ਲੱਗੇ ਹੁੰਦੇ ਸੀ, ਬਾਹਰ ਤੰਬੂ ਉਖਾੜ ਦਿੱਤੇ ਗਏ, ਲੋਕ ਸ਼ਰੇਆਮ ਕਹਿੰਦੇ ਸੀ ਕਿ ਭਾਈ ਜਿੰਨੇ ਟਰੱਕ ਆਉਂਦੇ ਆ ਤੇ ਜਿੰਨੇ ਬਾਹਰ ਨਿਕਲਦੇ ਆ ਪੈਸੇ ਲੱਗਦੇ ਆ। ਫਿਰ ਜਦੋਂ ਦੋਸ਼ ਲੱਗੇ, ਕੋਈ ਕਹਿੰਦਾ ਜੀ ਮੈਂ ਮਾਣਹਾਨੀ ਦਾ ਕੇਸ ਕਰ ਦੂੰ, ਕੋਈ ਕਹਿੰਦਾ ਜੀ ਮੈਂ ਆਹ ਕਰ ਦੂੰ, ਅਦਾਲਤਾਂ 'ਚ ਵੀ ਗਏ। ਉਹਨਾਂ ਕੇਸਾਂ ਦਾ ਅੱਜ ਤੱਕ ਬਣਿਆ ਕੀ? ਇਹ ਥੋੜੀ ਹੈ ਕਿ ਇਲੈਕਸ਼ਨ ਲੱਗ ਗਿਆ ਤਾਂ ਰੌਲਾ ਪਾ ਲਓ, ਮੁੜ ਕੇ ਚੁੱਪ ਕਰਕੇ ਬਹਿ ਜਾਓ। ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਸਾਡੇ ਮਾਣਮੱਤੇ ਲੀਡਰ ਸਾਹਿਬਾਨ ਜਿਹੜੀਆਂ ਗੱਲਾਂ ਕਰਦੇ ਆ, ਉਹਦੇ ਉੱਤੇ ਮਾੜਾ ਮੋਟਾ ਖਰਾ ਉਤਰਨ ਦੀ ਵੀ ਕਿਰਪਾਲਤਾ ਕਰਨ ਕਿ ਸਾਰੀ ਉਮਰ ਬਤਾਊਂ ਬਣੇ ਰਹਿਣਾ। ਹਾਂ ਨਹੀਂ, ਚਲੋ ਦੇਖੋ ਆਸ ਕਰਦੇ ਹਾਂ ਵੀ ਇਸ ਕੇਸ ਦੇ ਵਿੱਚ ਹੁਣ ਚਲੋ ਜਦੋਂ ਸੋਮਵਾਰ ਨੂੰ ਅਪਡੇਟ ਆਊਗੀ ਆਪਾਂ ਫਿਰ ਗੱਲ ਕਰ ਲਾਂਗੇ। ਤੇ ਦੂਜੀ ਅਪਡੇਟ ਜਿਹਦੀ ਆਪਾਂ ਆਸ ਕਰਦੇ ਸੀ ਉਹ ਹੁਣ ਪੰਜਾਬ ਵਾਲੇ ਪਾਸਿਓਂ ਆਉਣ ਲੱਗ ਪਈ। ਹੁਣ ਦੇਖੋ ਜਿੱਦਣ ਬੈਂਗਲੁਰੂ ਦੇ ਵਿੱਚ 26 ਪਾਰਟੀਆਂ ਇਕੱਠੀਆਂ ਹੁੰਦੀਆਂ ਤੇ ਬਾਕੀਆਂ ਦਾ ਤੇ ਨਾਂ ਕੋਈ ਲੈਂਦਾ ਨਹੀਂ, ਪਰ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਕਾਂਗਰਸ ਪਾਰਟੀ ਦਾ ਫਿਕਰ ਜ਼ਰੂਰ ਪੰਜਾਬੀਆਂ ਨੂੰ ਹੋਣ ਲੱਗ ਪੈਂਦਾ ਵੀ ਅੱਛਾ ਯਾਰ ਇਹਨਾਂ ਦੇ ਲੀਡਰ ਇਕੱਠੇ ਬਹਿ ਗਏ ਉੱਥੇ, ਇਹ ਫਿਰ ਗੱਠਜੋੜ ਹੋ ਗਿਆ, ਇਹ ਫਿਰ ਹੁਣ ਬੀਜੇਪੀ ਨੂੰ ਹਰਾਉਣ ਦੀ ਗੱਲ ਕਰਦੇ ਜਾਂ ਫਿਰ ਆਪਣੀ ਰਾਜਨੀਤੀ ਚਮਕਾਉਣ ਦੀ ਗੱਲ ਕਰਦੇ ਆ। ਹੁਣ ਗੱਲ ਚਲਦੀ ਜਿਹੜੀ ਸੀ ਉਹ ਵਿਰੋਧੀਆਂ ਨੇ ਚੱਕ ਲਈ ਤੇ ਮੇਰਾ ਖਿਆਲ ਕੱਲ੍ਹ ਦਾ ਇੱਕ ਪੋਸਟਰ ਬੜਾ ਵਾਇਰਲ ਆ। ਆਮ ਤੌਰ 'ਤੇ ਭੁਲੇਖਾ ਪੈਂਦਾ ਵੀ ਉਹਦੇ 'ਤੇ ਲਿਖਿਆ ਨੈਟਫਲਿਕਸ, ਪਰ ਮੈਂ ਧਿਆਨ ਨਾਲ ਪੜ੍ਹਿਆ, ਨੈਟਫਲਿਕਸ ਦੀ ਜਗ੍ਹਾ ਦੇ ਉੱਪਰ ਲਿਖਿਆ ਨੇਤਾ ਫਿਕਸ, ਫਿਰ ਉੱਪਰ ਫੋਟੋ ਆ ਸੋਨੀਆ ਗਾਂਧੀ, ਕੇਜਰੀਵਾਲ ਤੇ ਰਾਹੁਲ ਗਾਂਧੀ।
ਥੱਲੇ ਹੇਠਾਂ ਫੋਟੋ ਵਿਚਾਲੇ ਭਗਵੰਤ ਮਾਨ ਸਾਹਿਬ ਦੀ, ਇੱਕ ਪਾਸੇ ਰਾਜਾ ਵੜਿੰਗ ਸਾਹਿਬ, ਫਿਰ ਨਾਲ ਪ੍ਰਤਾਪ ਸਿੰਘ ਬਾਜਵਾ, ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਤੇ ਆਪਣੇ ਚੀਮਾ ਸਾਹਿਬ ਫਾਈਨੈਂਸ ਮੰਤਰੀ, ਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਵੀ ਆਹ ਦੇਖ ਲਓ ਜੀ, ਇਹ ਨੇ ਪੁੱਤ ਦਿੱਲੀ ਦੇ। ਮੋਟਾ ਕਰਕੇ ਜਿਹੜਾ ਪੰਜਾਬੀ ਫਿਲਮ ਦਾ ਪੋਸਟਰ ਨਹੀਂ ਬਣਾਇਆ ਹੁੰਦਾ ਨੇ, ਇੱਦਾਂ ਦਾ ਪੋਸਟਰ ਬਣਾ ਕੇ ਜਿੱਦਾਂ ਦਾ ਉਹਨਾਂ ਨੇ ਵਾਇਰਲ ਕੀਤਾ, ਉਹਨੇ ਮੈਨੂੰ ਲੱਗਦਾ ਵੀ ਇੱਕ ਤਰ੍ਹਾਂ ਨਾਲ ਪੰਜਾਬ ਦੀ ਰਾਜਨੀਤੀ ਨੂੰ ਹਿਲਾਇਆ ਤੇ ਪੂਰਾ, ਜਿਹਦੀ ਵੈਸੇ ਆਸ ਉਮੀਦ ਸੀਗੀ। ਦੇਖੋ, ਗੱਲ ਇਹ ਹੈ ਕਿ ਰਾਜਨੀਤੀ ਦੇ ਵਿੱਚ ਜਿਹੜੇ ਬੰਦੇ ਨੂੰ ਜਿਹੜਾ ਕਿਤੇ ਮੌਕਾ ਮਿਲਦਾ ਉਹਨੇ ਛੱਡਣਾ ਨਹੀਂ ਹੁੰਦਾ। ਹੁਣ ਇਹਦੇ ਵਿੱਚ ਨਾ ਤਾਂ ਪੈਸੇ ਲੱਗਦੇ ਆ, ਨਾ ਧਰਨਾ ਦੇਣ ਦੀ ਲੋੜ ਹੈ, ਨਾ ਮਾਣਹਾਨੀ ਦਾ ਕੇਸ ਕਰਨ ਦੀ ਲੋੜ ਹੈ, ਨਾ ਕੁਝ ਹੋਰ ਕਰਨ ਦੀ ਲੋੜ ਹੈ। ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣੀਆਂ, ਇੱਕ ਮਾਹੌਲ ਹੀ ਤਿਆਰ ਕਰਨਾ। ਆਪਾਂ ਤਾਂ ਪਹਿਲੇ ਦਿਨ ਤੋਂ ਕਿਹਾ ਸੀ ਕਿ ਜੇ ਅਰਵਿੰਦ ਕੇਜਰੀਵਾਲ ਤੇ ਬੀਬੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਕਰਜਨ ਖੜਗੇ, ਭਗਵੰਤ ਮਾਨ ਸਾਹਿਬ ਤੇ ਇਧਰਲੇ ਪਾਸਿਓਂ ਰਾਘਵ ਚੱਡਾ ਤੇ ਸੰਜੇ ਸਿੰਘ, ਬੀਬੀ ਆਤਸ਼ੀ ਇਕੱਠੇ ਬਹਿੰਦੇ ਆ, ਸਾਰੇ ਜਣੇ ਦੋ ਪਾਰਟੀਆਂ ਦੇ ਲੀਡਰ ਚਾਹੇ ਕਿ ਸਾਂਝੀ ਮੀਟਿੰਗ 'ਚ ਬਹਿੰਦੇ ਆ, ਤੇ ਉਹਦੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਪਹਿਲਾਂ ਜਿੱਦਾਂ ਲੂੰਬੀ ਦੇ ਵਿੱਚੋਂ ਧੂੰਆਂ ਨਿਕਲਦਾ ਹੁੰਦਾ ਨਾ, ਅੱਗ ਬਲੇ ਨਾ ਬਲੇ ਚੁੱਲ੍ਹੇ 'ਚ, ਉੱਪਰੋਂ ਲੂੰਬੀ ਦੇ ਵਿੱਚੋਂ ਧੂੰਆਂ ਪਹਿਲਾਂ ਨਿਕਲਣ ਲੱਗ ਪੈਂਦਾ ਕਿ ਪੰਜਾਬ ਦੀ ਰਾਜਨੀਤੀ ਦੀ ਲੂੰਬੀ ਦੇ ਵਿੱਚੋਂ ਧੂੰਆਂ ਜ਼ਰੂਰ ਨਿਕਲੂਗਾ, ਤੇ ਉਹ ਹੋ ਗਿਆ ਸ਼ੁਰੂ। ਅਜੇ ਆਪਾਂ ਬੀਤੇ ਕੱਲ ਹੀ ਗੱਲਾਂ ਬਾਤਾਂ ਕਰਦੇ ਸੀ ਕਿ ਇਸ ਲੀਡਰ ਨੇ ਆ ਕੁਝ ਆਖ ਦਿੱਤਾ, ਤੇ ਆ ਜਿਸ ਤਰੀਕੇ ਪੋਸਟਰ ਡਿਜ਼ਾਈਨ ਕੀਤਾ, ਸਹੀ ਗੱਲ ਹੈ ਤੁਹਾਡੀ। ਇਦਾਂ ਲੱਗਦਾ ਕਿਸੇ ਫਿਲਮ ਦੀ ਪ੍ਰਮੋਸ਼ਨ ਦਾ ਪੋਸਟਰ ਹੋਵੇ, ਇਦਾਂ ਲੱਗਦਾ ਕਿ ਇਹ ਕਲਾਕਾਰ ਉਹਦੇ ਵਿੱਚ ਜਿਹੜੇ ਇਹ ਲੀਡਰ ਨੇ ਉਹਦੇ ਵਿੱਚ ਅਦਾਕਾਰ ਹੋਣ। ਜੇ ਪੁੱਤ ਦਿੱਲੀ ਦੇ ਜਿਸ ਤਰੀਕੇ ਲਿਖਿਆ, ਇਹਦਾ ਮਤਲਬ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਵੀ ਢੰਗ ਤਰੀਕੇ ਪੰਜਾਬ ਦੇ ਲੋਕਾਂ ਦੇ ਵਿੱਚ ਪਹੁੰਚ ਸਕੇ ਅਸੀਂ ਪਹੁੰਚੀਏ ਜ਼ਰੂਰ, ਕਿਉਂਕਿ ਉੱਤੇ ਦਿਮਾਗ ਲਾਇਆ ਗਿਆ ਪੋਸਟਰ ਤੇ। ਹੁਣ ਉੱਪਰਲੇ ਪਾਸੇ 3 ਕੇਂਦਰੀ ਲੀਡਰ ਨੇ, ਉਹ ਦਿੱਲੀ ਦੇ ਨੇ, ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਅਰਵਿੰਦ ਕੇਜਰੀਵਾਲ। ਜਾਣੀ ਪੋਸਟਰ ਦੇ ਵਿੱਚੋਂ ਦਰਸਾਉਣ ਦੀ ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਦਿੱਲੀ ਤੋਂ ਹੁਕਮ ਆਉਂਦਾ ਹੈ ਤੇ ਆ ਹੇਠਲੇ ਬੰਦੇ ਭਗਵੰਤ ਮਾਨ ਸਾਹਿਬ, ਹਰਪਾਲ ਸਿੰਘ ਚੀਮਾ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ, ਇਹ ਬੰਦੇ ਦਿੱਲੀ ਦੇ ਹੁਕਮ ਦੇ ਨਾਲ ਚੱਲਦੇ ਆ। ਇਹ ਆਪ ਪੰਜਾਬ ਦੇ ਹਿੱਤ 'ਚ ਫੈਸਲਾ ਨਹੀਂ ਲੈ ਸਕਦੇ। ਤੇ ਜਿੱਥੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਸ਼ੇਅਰ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ, ਉੱਥੇ ਨਾਲ ਦੀ ਨਾਲ ਉਹਨਾਂ ਨੇ ਲਿਖਿਆ, ਉਹ ਕਹਿੰਦੇ ਤੁਸੀਂ ਦੇਖਿਓ ਦਿੱਲੀੋਂ ਹੁਕਮ ਚੜਿਆ, ਕਿਸੇ ਨੇ ਸੀ ਨਹੀਂ ਕੀਤੀ, ਕਿਸੇ ਨੇ ਚੀ ਨਹੀਂ ਕੀਤੀ। ਉਹ ਕਹਿੰਦੇ ਦੇਖਿਓ ਕੇਜਰੀਵਾਲ ਸਾਹਿਬ ਨੇ ਹੁਕਮ ਦੇਣਾ, ਭਗਵੰਤ ਮਾਨ ਸਾਹਿਬ ਨੇ ਪੰਜਾਬ ਦਾ ਪੈਸਾ ਬਾਹਰਲੇ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਖਰਚਣਾ, ਭਾਵੇਂ ਪੰਜਾਬ 'ਚ ਹੜ੍ਹ ਆਏ ਆ। ਉਹ ਕਹਿੰਦੇ ਤੁਸੀਂ ਦੇਖਿਓ ਦਿੱਲੀ ਤੋਂ ਕਾਂਗਰਸ ਦੀ ਹਾਈਕਮਾਂਡ ਨੇ ਹੁਕਮ ਦੇਣਾ, ਪੰਜਾਬ ਕਾਂਗਰਸ ਦੇ ਕਿਸੇ ਲੀਡਰ ਨੇ ਚੀਜ਼ ਨਹੀਂ ਕਰਨੀ ਕਿਉਂਕਿ ਉਹਨਾਂ ਨੂੰ ਕੁਰਸੀ ਚਾਹੀਦੀ ਹੈ। ਯਾਨੀ ਕੁੱਲ ਮਿਲਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜਾ ਉੱਪਰਲੇ ਪਾਸੇ ਇੱਕ ਗੱਠਜੋੜ ਹੋਇਆ ਤੇ ਗੱਠਜੋੜ ਵਾਲੀਆਂ ਪਾਰਟੀਆਂ ਦਾ ਨਾਮ ਇੰਡੀਆ ਰੱਖਿਆ ਗਿਆ, ਉਹਨੂੰ ਆਧਾਰ ਬਣਾ ਕੇ ਹੁਣ ਚੇਪਣਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਕਿ ਭਾਈ ਆਹ ਦੇਖੋ ਕਾਂਗਰਸ ਤੇ ਆਮ ਆਦਮੀ ਪਾਰਟੀ ਤਾਂ ਇੱਕ ਹੀ ਸੀ ਪੰਜਾਬ ਦੇ ਲੋਕੋ, ਤੁਸੀਂ ਐਵੇਂ ਸਾਨੂੰ ਹਰਾ ਕੇ 3 ਸੀਟਾਂ ਤੱਕ ਸੀਮਤ ਕਰ ਦਿੱਤਾ। ਇਹ ਕੰਮ ਰੁਕਣਾ ਨਹੀਂ ਸੰਧਾਲੀਆ ਸਾਹਿਬ, ਕਿਉਂਕਿ ਉਧਰਲੇ ਪਾਸੇ ਵਿਕਰਮ ਸਿੰਘ ਮਜੀਠੀਆ ਸਾਹਿਬ ਨੇ ਵੀ ਤਾਂ ਚੇਚੀਆਂ, ਕਈ ਵਾਰੀ ਹੁੰਦਾ ਨਾ ਕਿ ਬੰਦੇ ਨੂੰ ਪਤਾ ਲੱਗਦਾ ਕਿ ਫਲਾਣੇ ਘਰ 'ਚ ਕੁਝ ਹੋਇਆ, ਉਹ ਸਾਰੇ ਕੰਮ ਛੱਡ ਕੇ ਜਾ ਕਹਿੰਦਾ ਚਾਚੀ ਕੀ ਹਾਲ ਹੈ, ਮੈਂ ਹੁਣੇ ਸੁਣਿਆ, ਮੈਂ ਤਾਂ ਉੱਥੇ ਹੀ ਛੱਡ ਦਿੱਤਾ ਪੱਠਿਆਂ ਵਾਲਾ ਟੋਕਰਾ, ਮੈਂ ਕਿਹਾ ਪਹਿਲਾਂ ਚਾਚੀ ਨੂੰ ਵਧਾਈਆਂ ਦੇ ਕੇ ਆਵਾਂ ਕਿ ਬਹੁਤ ਹੀ ਕਿਤੇ ਵਧੀਆ ਹੋ ਗਿਆ। ਮਜੀਠੀਆ ਸਾਹਿਬ ਨੇ ਵਧਾਈਆਂ ਤਾਂ ਪ੍ਰੈਸ ਕਾਨਫਰੰਸ ਕਰਕੇ ਇਦਾਂ ਹੀ ਦਿੱਤੀਆਂ ਕਿ ਆਪ ਵਾਲਿਓ ਤੇ ਕਾਂਗਰਸ ਵਾਲਿਓ ਵਧਾਈਆਂ, ਤੁਹਾਡਾ ਗੱਠਜੋੜ ਹੋ ਗਿਆ ਤੇ ਲੋਕਾਂ ਦੇ ਸਾਹਮਣੇ ਆ ਗਿਆ। ਆਨੇ ਨੇ ਪੂਰੀਆਂ, ਵੈਸੇ ਵੀ ਮੈਨੂੰ ਲੱਗਦਾ ਵੀ ਵਾਹਵਾ ਦਿਨ ਹੋ ਗਏ ਸੀ, ਕੋਈ ਗੱਲ ਲੱਭਣ ਨਹੀਂ ਡਈ। ਹੁਣ ਜਿੱਦਾਂ ਦਾੜ ਥੱਲੇ ਆਏ ਨੇ ਮੰਨ ਲਓ ਅਕਾਲੀ ਦਲ ਦੇ ਜਾਂ ਬੀਜੇਪੀ ਦੇ, ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ, ਅਗਲਿਆਂ ਨੇ ਹੁਣ ਕੰਮ ਤੇ ਕਰਨਾ ਹੀ ਹੈ। ਖੈਰ ਮਜੀਠੀਆ ਸਾਹਿਬ ਨੇ ਤੇ ਇਹ ਵੀ ਕਿਹਾ ਨਾ, ਉਹ ਕਹਿੰਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਹੁਣ ਦੇਖਾਂਗੇ ਕਾਰਵਾਈ। ਕਹਿੰਦੇ ਜਦੋਂ ਦੀ ਸਰਕਾਰ ਬਣੀ ਸੀ ਉਦੋਂ ਦੀ ਹਰੇਕ ਮੰਚ ਤੇ ਕਹਿੰਦੇ ਸੀ ਕਿ ਭ੍ਰਿਸ਼ਟਾਚਾਰੀ ਰਹਿਣ ਨਹੀਂ ਦੇਣਾ ਕੋਈ ਵੀ, ਜਿੰਨੇ ਪੈਸਾ ਖਾਦਾ ਪੰਜਾਬ ਦਾ ਮੈਂ ਛੱਡਣਾ ਕੋਈ ਨਹੀਂ। ਉਹ ਕਹਿੰਦੇ ਹੁਣ ਗੱਠਜੋੜ ਹੋ ਗਿਆ, ਵੇਖਾਂਗੇ ਜਿੰਨੇ ਕੁ ਫੜੇ ਨੇ ਉਹ ਕਦੋਂ ਕੁ ਛੱਡਦੇ ਆ, ਜਾਂ ਫਿਰ ਜੇ ਪਹਿਲੀ ਨੀਤੀ ਦੇ ਹਿਸਾਬ ਨਾਲ ਚੱਲਦੇ ਆ ਤੇ ਹੋਰ ਕਿੰਨਿਆਂ ਕੁ ਨੂੰ ਫੜਿਆ ਜਾਂਦਾ। ਦੂਜੀ ਗੱਲ ਫਿਰ ਕਾਂਗਰਸ ਪਾਰਟੀ ਵਾਲ ਨੂੰ ਕਹਿ ਦਿੱਤੀ, ਉਹ ਕਹਿੰਦੇ ਲਓ ਜੀ ਇੱਕ ਗੱਲ ਤੇ ਪੱਕੀ ਹੋ ਗਈ, ਹੁਣ ਵਿਧਾਨ ਸਭਾ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਹੀ ਵਿਆਹ ਕਰੋ, ਸੱਤਾਧਾਰੀ ਜਿਹੜੇ ਬੈਂਚ ਆ, ਹੁਣ ਪਾਸੇ ਬਹਿਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਤੁਹਾਡੀ ਹੋ ਗਈ। ਉਹ ਕਹਿੰਦੇ ਸਰਕਾਰੀ ਤੁਸੀਂ ਧਿਰ ਬਣ ਗਏ ਆ। ਨਾਲ ਕਹਿੰਦੇ ਇੱਕ ਕੰਮ ਹੁਣ ਵਧੀਆ ਹੋ ਗਿਆ ਵੀ ਜੇ ਹੁਣ ਤੁਹਾਡੀ ਸਰਕਾਰ ਹੈ ਤਾਂ ਹੁਣ ਤੁਸੀਂ ਕਹਿ ਨਹੀਂ ਸਕਦੇ ਅਸੀਂ ਵਿਰੋਧੀ ਧਿਰ 'ਚ, ਅਸੀਂ ਵਿਰੋਧੀਆਂ, ਸਾਡੀ ਕੋਈ ਸੁਣਦਾ ਨਹੀਂ। ਹੁਣ ਤੁਹਾਡੀ ਵੀ ਸਰਕਾਰ ਹੈ, ਤੁਸੀਂ ਲੋਕਾਂ ਦੇ ਕੰਮ ਕਰਾਓ ਤਗੜੇ ਹੋ ਗਏ, ਤੇ ਸਾਰੇ ਕੰਮ ਜਿਹੜੇ ਪੰਜਾਬ ਦੇ ਹੋਣ ਵਾਲੇ ਆ ਉਹ ਤੁਸੀਂ ਨਾਲ ਹੋ ਕੇ ਕਰਾਓ, ਅਗਲਵੰਡੀ ਹੋ ਗਏ। ਹੁਣ ਤੁਸੀਂ ਦੇਖ ਲਓ ਵੀ ਜਿਹੜੀ ਚੀਜ਼ ਆਪਾਂ ਮੇਰਾ ਖਿਆਲ ਅੰਦਾਜ਼ਾ ਲਾਉਂਦੇ ਸੀ ਉਹਦੇ ਤੋਂ ਸਗੋਂ ਵੱਧ ਕੇ ਹੋਣ ਲੱਗ ਪਈ, ਤੇ ਜਿਸ ਹਿਸਾਬ ਨਾਲ ਹੁਣ ਇਹ ਟਕੋਰਾਂ ਹੋਣ ਲੱਗ ਪਈਆਂ। ਇਹ ਤੇ ਅਕਾਲੀ ਦਲ ਨੇ ਸ਼ੁਰੂ ਕੀਤੀਆਂ, ਬੀਜੇਪੀ ਵਾਲਿਆਂ ਦੀ ਵਾਰੀ ਆਉਣੀ ਆ। ਹੋ ਸਕਦਾ ਕਿ ਮਤਲਬ ਦੂਸਰੇ ਪਾਸੇ ਵੀ ਰੌਲਾ ਰੱਪਾ ਵਾਹਵਾ ਪਵੇ ਵੀ ਕਿੱਥੇ ਫਸਾਤਾ। ਵੈਸੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਤੇ ਦਰਦ ਜ਼ਾਹਰ ਕੀਤਾ,
ਉਹ ਕਹਿੰਦੇ ਵੀ ਅਸੀਂ ਉੱਥੇ ਹਾਈ ਕਮਾਂਡ ਨੂੰ ਕਹਿਤਾ ਜੇ, ਉਹ ਕਹਿੰਦੇ ਗੱਠਜੋੜ ਹੋਊਗਾ ਤੁਹਾਡਾ ਹੋਊਗਾ ਉੱਤੇ ਦਿੱਲੀ, ਸਾਡਾ ਪੰਜਾਬ 'ਚ ਕੋਈ ਗੱਠਜੋੜ ਨਹੀਂ ਜੇ, ਫਿਰ ਨਾ ਕੋਈ ਦੱਸਿਆ ਨਹੀਂ। ਸੰਧਾਲੀਆ ਸਾਹਿਬ, ਅਸਾਰ ਕੋਈ ਨਹੀਂ ਇਸ ਗੱਲ ਦੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵਾਲੇ ਰਲ ਕੇ ਚੱਲਣ, ਅਸਾਰ ਕੋਈ ਨਹੀਂ। ਮੈਂ ਕਹਿਣਾ ਇਸ ਗੱਲ ਦੇ ਵੀ ਅਸਾਰ ਕੋਈ ਨਹੀਂ ਕਿ ਜੇ ਇਹ ਰਲ ਕੇ ਚੱਲਦਾ ਹੀ ਹੈ, ਜੇ ਸੀਟ ਸ਼ੇਅਰਿੰਗ ਵਾਲਾ ਫਾਰਮੂਲਾ ਅੱਗੇ ਤੁਰਦਾ ਹੀ ਆ, ਤਾਂ ਫਿਰ ਪੰਜਾਬ 'ਚ ਕੀ ਹੋਏਗਾ? ਕਿਉਂਕਿ ਪੰਜਾਬ ਦੇ ਵਿੱਚ, ਪੰਜਾਬ ਦੇ ਗੁਆਂਢ ਦੇ ਵਿੱਚ ਇੱਕ ਸੂਬਾ ਜਿਹਨੂੰ ਹਰਿਆਣਾ ਕਹਿੰਦੇ ਆ, ਉੱਥੇ ਭਜਨ ਲਾਲ ਹੋਰੀ ਇੱਕ ਵਾਰੀ ਸਾਰੀ ਦੀ ਸਾਰੀ ਪਾਰਟੀ ਲੈ ਕੇ ਦੂਸਰੀ ਪਾਰਟੀ ਚਲੇ ਗਿਆ ਸੀ। ਕੀ ਪੰਜਾਬ ਕਾਂਗਰਸ, ਜੇ ਹਾਈ ਕਮਾਂਡ ਇਦਾਂ ਦਾ ਕੁਝ ਕਰਨੋਂ ਨਹੀਂ ਹਟਦੀ, ਤਾਂ ਪੰਜਾਬ ਕਾਂਗਰਸ ਦੇ ਵਿੱਚ ਕੋਈ ਹਿਲਜੁਲ ਹੋ ਸਕਦੀ ਹੈ? ਤੁਸੀਂ ਇਹ ਦੇਖੋ, ਜਦੋਂ ਇਹ ਚਰਚਾ ਹੀ ਚੱਲੀ ਸੀ ਨਾ ਕਿ ਦਿੱਲੀ ਵਾਲੇ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਸ਼ਰਤ ਰੱਖ ਦਿੱਤੀ ਹੈ ਕਿ ਪਹਿਲਾਂ ਸਾਡਾ ਸਾਥ ਦਿਓ, ਰਾਜ ਸਭਾ ਦੇ ਵਿੱਚ ਉਹਦੇ ਵਿਰੋਧ 'ਚ ਵੋਟਾਂ ਪਾਇਓ, ਕਾਂਗਰਸ ਵਾਲੇ ਉੱਤੇ ਜਨਤਕ ਤੌਰ ਤੇ ਐਲਾਨ ਕਰੋ, ਅਸੀਂ ਆ ਇੰਡੀਆ ਵਾਲੇ ਗੱਠਜੋੜ ਦੇ ਵਿੱਚ ਆਉਣਾ ਹੀ ਫਿਰਿਆ। ਉਦੋਂ ਵੜਿੰਗ ਸਾਹਿਬ ਤੇ ਬਾਜਵਾ ਸਾਹਿਬ ਤੇ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਚੇਚਾ ਦਿੱਲੀ ਗਏ ਸੀ। ਕੇਸੀ ਵੇਣੂਗੋਪਾਲ ਕਾਂਗਰਸ ਦੇ ਵਿੱਚ ਬਹੁਤ ਵੱਡੇ ਕਰਤਾ ਧਰਤਾ ਲੀਡਰ ਨੇ, ਜਨਰਲ ਸਕੱਤਰ ਨੇ, ਉਹਨਾਂ ਨੂੰ ਵੀ ਦੱਸ ਕੇ ਆਏ ਸੀ, ਰਾਹੁਲ ਗਾਂਧੀ ਹੋਰਾਂ ਨੂੰ ਵੀ ਦੱਸ ਕੇ ਆਏ ਸੀ ਕਿ ਐ ਨਾ ਕਰ ਲਿਓ, ਪਰ ਉਹਨਾਂ ਨੇ ਫਿਰ ਵੀ ਕਰ ਲਿਆ। ਹੁਣ ਕਾਂਗਰਸੀਆਂ ਦੀ ਮੀਟਿੰਗ ਹੋਈ ਹੈ, ਵੜਿੰਗ ਸਾਹਿਬ, ਬਾਜਵਾ ਸਾਹਿਬ, ਉੱਥੇ ਹੀ ਬ੍ਰਹਮ ਮਹਿੰਦਰਾ ਸਾਹਿਬ, ਬਹੁਤ ਸਾਰੇ ਲੀਡਰ ਹੋਰ, ਭਰਤ ਭੂਸ਼ਣ ਆਸ਼ੂ ਹੋਰੀ, ਸਾਰੇ ਹੀ ਲੀਡਰ ਇਕੱਠੇ ਹੋਏ ਤੇ ਲੀਡਰਾਂ ਨੇ ਇਕੱਠੇ ਹੋ ਕੇ ਫਿਰ ਵਿਚਾਰ ਕੀਤੀ ਕਿ ਹੁਣ ਕਿੱਦਾਂ ਲੋਕਾਂ 'ਚ ਵੀ ਜਾਣਾ ਹੈ, ਲੋਕਾਂ ਸਵਾਲ ਪੁੱਛਣੇ ਹੈ, ਵਿਰੋਧੀਆਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹੈ, ਆਪਾਂ ਜਵਾਬ ਕਿੱਦਾਂ ਦੇਣਾ ਹੈ, ਆਪਾਂ ਹਾਈ ਕਮਾਂਡਰ ਨੂੰ ਕੀ ਆਖੀਏ। ਹੁਣ ਉਹ ਜਿਹੜੀਆਂ ਵਿਚਾਰਾਂ ਹੋਈਆਂ ਉਹਦੇ ਵਿੱਚੋਂ ਇੱਕ ਗੱਲ ਤਾਂ ਬੜੀ ਵਧੀਆ ਕਲੀਅਰ ਹੋ ਗਈ ਹੈ, ਸਪਸ਼ਟ, ਕਿ ਕਾਂਗਰਸ ਪਾਰਟੀ ਨੂੰ ਪਤਾ ਲੱਗ ਗਿਆ ਕਿ ਨੁਕਸਾਨ ਹੋ ਗਿਆ ਭਾਈ, ਕਿਉਂਕਿ 7-8-10 ਮਹੀਨਿਆਂ ਬਾਅਦ ਲੋਕ ਸਭਾ ਦੀਆਂ ਚੋਣਾਂ, ਸੰਧਾਲੀਆ ਸਾਹਿਬ 12 ਤੋਂ ਵੱਧ ਲੀਡਰਾਂ ਦੇ ਉੱਤੇ ਵਿਜੀਲੈਂਸ ਅੱਖ ਰੱਖੀ ਬੈਠੀ ਹੈ, ਕਿਸੇ ਨੂੰ ਫੜ ਲੈਂਦੇ ਆ, ਕਿਸੇ ਦੀ ਜ਼ਮਾਨਤ ਹੋ ਜਾਂਦੀ ਹੈ, ਕਿਸੇ ਨੂੰ ਨੋਟਿਸ ਜਾਰੀ ਕਰ ਦਿੰਦੇ ਆ। ਉਹ ਅਜੇ ਲੋਕਾਂ ਦੇ ਮਨਾਂ ਦੇ ਵਿੱਚੋਂ ਗੱਲ ਭੁੱਲੀ ਨਹੀਂ। ਹਾਲਾਂਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਆਪਣੇ ਵੱਲੋਂ ਤਾਂ ਸਾਰੇ ਹੀ ਕੋਸ਼ਿਸ਼ ਕੀਤੀ ਕਿ ਆਪਾਂ ਇਹ ਕਹਿ ਦਈਏ ਭਾਈ, ਲੋਕਾਂ ਨੂੰ ਇਹ ਜਚਾਉਣ ਦੇ ਵਿੱਚ ਕਾਮਯਾਬ ਹੋ ਜਾਈਏ ਕਿ ਸਿਆਸੀ ਤੌਰ ਤੇ ਬਦਲਾਖੋਰੀ ਹੈ, ਸਾਡੇ ਬੰਦਿਆਂ ਨੇ ਕੀਤਾ ਹੀ ਕੱਖ ਨਹੀਂ ਮਾੜਾ ਕੰਮ, ਇਹ ਸਿਰਫ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ, ਪਰ ਉਹ ਗੱਲ ਬਣਦੀ ਨਹੀਂ ਜਾਪਦੀ। ਇੱਕ ਪਾਸੇ ਤਾਂ 12-13 ਲੀਡਰ ਵੈਸੇ ਹੀ ਠੰਡੇ ਬਸਤੇ ਦੇ ਵਿੱਚ ਪਾਏ, ਉਹ ਅਗਲਿਆਂ ਨੇ ਵਿਜੀਲੈਂਸ ਦੀਆਂ ਰੇਡਾਂ ਕਰਾ ਕੇ, ਉੱਪਰਲੇ ਪਾਸੇ ਜਦੋਂ ਭਾਜਪਾ ਤੇ ਅਕਾਲੀ ਦਲ ਵਾਲੇ ਦੋਸ਼ ਲਾਉਣਗੇ ਕਿ ਪਾਈਏ ਰਲਿਓ ਆ, ਇਹ ਦੇਖੋ ਉੱਪਰਲੇ ਪਾਸੇ ਮੀਟਿੰਗਾਂ 'ਚ ਇਕੱਠੇ ਬੈਠੇ ਆ। ਆਮ ਲੋਕਾਂ ਨੇ ਬਹੁਤਾ ਨਹੀਂ ਸੋਚਣਾ ਹੁੰਦਾ, ਆਮ ਲੋਕਾਂ ਨੇ ਇੱਕ ਫੋਟੋ ਦੇਖ ਕੇ ਸੋਚਣਾ ਹੁੰਦਾ। ਪੰਜਾਬ ਦੇ ਕਾਂਗਰਸੀਆਂ ਦੀ ਚਿੰਤਾ ਵਾਜਬ ਹੈ ਕਿ ਭਾਈ ਨੁਕਸਾਨ ਹੋ ਜਾਊਗਾ, ਪਰ ਦੂਸਰੇ ਪਾਸੇ ਇਹ ਵੀ ਹੈ ਕਿ 2-4 ਲੀਡਰਾਂ ਦੇ ਬਾਬਤ ਇਹ ਵੀ ਪਤਾ ਲੱਗਦਾ ਸੀ ਕਿ ਉਹ ਲੀਡਰ ਛਾਲਤਾ ਮਾਰਨਾ ਚਾਹੁੰਦੇ ਆ ਕਾਂਗਰਸ 'ਚੋਂ, ਸਮਾਂ ਨਹੀਂ ਸੀ ਮਿਲਦਾ, ਕੋਈ ਰੀਜ਼ਨ ਨਹੀਂ ਸੀ ਮਿਲਦਾ, ਕੋਈ ਤਰਕ ਨਹੀਂ ਸੀ ਮਿਲਦਾ। ਹੋ ਸਕਦਾ ਹੈ ਕਿ ਇਸ ਮੁੱਦੇ ਨੂੰ ਉਧਾਰ ਬਣਾ ਕੇ 1-2 ਕੰਨਿਆਂ ਦੇ ਭਾਰੇ ਜਿਹੜੇ ਆ ਹੋਰ ਟਰਾਲੀ 'ਚ ਡਿੱਗ ਪੈਣ। ਆਨੇ ਦੇਖੋ, ਇਹ ਗੱਲ ਤੇ ਹੈਗੀ ਆ, ਮਾਹੌਲ ਤੇ ਕਿਸੇ ਦਿਨ ਕਿਸੇ ਨਾ ਤਰ੍ਹਾਂ ਦਾ ਬਣ ਹੀ ਰਿਹਾ। ਹੁਣ ਜਾਂ ਤੇ ਪਾਰਟੀ 'ਚੋਂ ਛਾਲ ਮਾਰਨ ਦਾ ਮਾਹੌਲ ਬਣ ਰਿਹਾ, ਜਾਂ ਫਿਰ ਇਹ ਵੀ ਹੋ ਸਕਦਾ ਵੀ ਕਿਸੇ ਵੇਲੇ ਜਦੋਂ ਰੌਲਾ ਰੱਪਾ ਜਾਂ ਵਾਹਵਾ ਪਵੇ। ਹੁਣ ਕਿਉਂਕਿ ਨਾ ਦੇਖੋ, ਇਹਦੇ 2-3 ਐਂਗਲ ਨੇ। ਹੁਣ ਇੱਕ ਐਂਗਲ ਇਹ ਕਿ ਇਹ ਵੀ ਚਰਚਾ 'ਚ ਹੈ ਵੀ ਸਰਕਾਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੈ, ਤੇ ਜੇ ਮੰਨ ਲਓ ਜਵਾਬ ਮੰਗਣਾ ਹੋਵੇ ਲੋਕਾਂ ਨੇ, ਤੇ ਜਿਹੜੇ 92 MLA ਉਹਨਾਂ ਦੇ ਥਾਂ ਜਾਣਗੇ, ਪੁੱਛਣਗੇ ਤੇ ਲੋਕ ਉਹਨਾਂ ਨੂੰ ਵੀ ਤੁਸੀਂ ਇਹਨੇ ਹਮ ਬਦਲਾ, ਤੇ ਤੁਸੀਂ ਉਦੋਂ ਛੱਡਿਆ ਕੋਈ ਨਹੀਂ, ਇਹ ਪਾਣੀ ਪੀ ਤੁਸੀਂ ਉਦੋਂ ਕਾਂਗਰਸ ਦੀ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਵਿਰੋਧੀਆਂ ਦੇ ਤੌਰ ਦੇ ਉੱਪਰ ਆਮ ਆਦਮੀ ਪਾਰਟੀ ਨੇ ਉਦੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਖਿਆ ਸੀ ਨਾ ਵੀ ਇਹਨਾਂ ਨੇ ਐਂ ਕਰਤਾ, ਇਹਨਾਂ ਨੇ ਐਂ ਕਰਤਾ, ਇਹਨਾਂ ਨੇ ਐਂ ਕਰਤਾ, ਤੁਸੀਂ ਸਾਨੂੰ ਲੈ ਕੇ ਆਓ ਲੋਕੋ। ਤੇ ਲੋਕ ਆਖਣਗੇ ਅਸੀਂ ਤੇ ਬਦਲਾਅ ਨੂੰ ਵੋਟਾਂ ਪਾ ਲਈਆਂ ਤੁਹਾਨੂੰ, ਤੇ ਤੁਸੀਂ ਫੇਰ ਉਹਨਾਂ ਦੇ ਨਾਲ ਯਾਰੀ ਪਾਈ ਫਿਰਦੇ ਹੋ। ਵੀਰ ਮੇਰੇ, ਤੁਸੀਂ ਤੇ ਆਪਣਾ ਜਵਾਬ ਦਿਓ। ਹੁਣ ਜਵਾਬ ਤੇ ਮੰਗਣ ਵਾਲੀ ਗੱਲ ਜਿਹੜੀ ਉਹ ਆਮ ਆਦਮੀ ਪਾਰਟੀ ਕੋਲੋਂ ਵੀ ਹੋਣੀ, ਇਹ ਤੇ ਆਪਾਂ ਕਹਿ ਨਹੀਂ ਸਕਦੇ ਵੀ ਹੋਣੀ ਨਹੀਂ। ਪਰ ਜਿਸ ਹਿਸਾਬ ਨਾਲ ਜ਼ਿਆਦਾ ਇਸ ਵਕਤ ਜਿਹੜੀ ਕਹਿ ਲਓ ਚਿੰਤਾ ਜਾਂ ਜ਼ਿਆਦਾ ਜਿਹੜਾ ਇਸ ਵਕਤ ਵਿਰੋਧ ਆ ਉਹ ਕਾਂਗਰਸ ਪਾਰਟੀ ਵਾਲੇ ਪਾਸਿਓਂ, ਜਾਂ ਜਿਹੜੀ ਪੰਜਾਬ ਕਾਂਗਰਸ ਆ ਜਾਂ ਪੰਜਾਬ ਇਕਾਈ ਆ ਉਸ ਵਾਲੇ ਪਾਸਿਓਂ ਹੋ ਰਿਹਾ ਨਾ, ਉਹ ਬੜਾ ਹੈਰਾਨੀ ਵਾਲਾ। ਤੇ ਕੁਝ ਲੋਕ, ਮੇਰਾ ਖਿਆਲ ਤੁਸੀਂ ਸੋਸ਼ਲ ਮੀਡੀਆ 'ਤੇ ਪੋਸਟਾਂ ਕਿਤੇ ਦੇਖਿਓ, ਕੁਝ ਕਮੈਂਟਾਂ ਦੇ ਵਿੱਚ ਇਹ ਵੀ ਚਰਚਾ, ਉਹ ਕਹਿੰਦੇ ਰੌਲਾ ਇਸ ਕਰਕੇ ਪਾਇਆ ਜਾ ਰਿਹਾ ਵੀ ਉਹ ਕਹਿੰਦੇ ਯਾਰ ਉੱਪਰ ਤੁਸੀਂ ਸਾਰਾ ਕੁਝ ਨਿਬੇੜ ਲਿਆ, ਥੱਲੇ ਵਿਜੀਲੈਂਸ ਵਾਲੀ ਗੱਲ ਤੇ ਨਿਬੇੜ ਲੈਂਦੇ, ਜਾਂ ਤੇ ਇੱਧਰੋਂ ਇਹਨਾਂ ਨੂੰ ਕਹਿ ਦਿਓ ਵੀ ਹਾਂ ਭਾਈ ਸਾਹਿਬ ਵਿਜੀਲੈਂਸ ਵਾਲੀ ਗੱਲ ਕੋਈ ਸਾਡੇ ਖਿਲਾਫ ਹੋਊਗੀ ਨਹੀਂ, ਤੇ ਫਿਰ ਠੀਕ ਆ, ਫਿਰ ਕਿਹੜੀ ਗੱਲ ਹੈ। ਇਹ ਲੋਕਾਂ ਦੀਆਂ ਟਿੱਪਣੀਆਂ ਨੇ, ਕਿਉਂਕਿ ਆਪਾਂ ਅੱਗੇ ਵੀ ਜ਼ਿਕਰ ਕਰਦੇ ਨੇ ਵੀ ਲੋਕਾਂ ਦਾ ਮੂੰਹ ਨਹੀਂ ਫੜਿਆ ਜਾ ਸਕਦਾ। ਹੁਣ ਉਹਦੇ 'ਚ ਹੋ ਸਕਦਾ ਵੀ ਕੋਈ ਵਿਰੋਧੀ ਹੁਣ ਉਹ ਕਹੀ ਜਾਣ, ਹੋ ਸਕਦਾ ਕੋਈ ਉਹਨਾਂ ਦੇ ਆਪਣੇ ਲਾਗਲੇ ਹੋਣ ਵੀ ਕੁਛ ਇੱਦਾਂ ਦੀ ਗੱਲ ਚਲਾ ਕੇ ਦੇਖੋ। ਪਰ ਇੱਕ ਗੱਲ ਤਾਂ ਹੈਗੀ ਆ ਵੀ ਇਸ ਗੱਠਜੋੜ ਦਾ ਦੇਸ਼ ਦੇ ਵਿੱਚ ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ ਫਾਇਦਾ ਹੋਵੇ ਨੁਕਸਾਨ ਹੋਵੇ ਉਹ ਬਾਅਦ ਦੀ ਗੱਲ ਹੈ, ਪਰ ਪੰਜਾਬ ਦੇ ਵਿੱਚ ਦੋਵਾਂ ਧਿਰਾਂ ਨੂੰ ਜਵਾਬ ਦੇਣਾ ਔਖਾ ਹੋ ਗਿਆ ਫਿਲਹਾਲ। ਬਾਬਾ ਔਖਾ ਹੋ ਗਿਆ ਸੰਧਾਲੀਆ ਸਾਹਿਬ, ਇੰਨਾ ਕਿ ਹੁਣ ਜੇ ਕਿਉਂਕਿ ਅਕਾਲੀ ਦਲ ਭਾਜਪਾ ਦੇ ਕੋਲ ਬਹੁਤੇ ਮੁੱਦੇ ਨਹੀਂ ਸੀ ਅਜੇ ਤੱਕ, ਉਹ ਘੇਰਨ ਦੇ ਵਿੱਚ ਬਹੁਤੇ ਕਾਮਯਾਬ ਨਹੀਂ ਸੀ ਹੋਏ, ਉਹਨਾਂ ਨੂੰ ਮੁੱਦਾ ਮਿਲ ਗਿਆ, ਉਹਨਾਂ ਨੇ ਛੱਡਣਾ ਹੀ ਨਹੀਂ।
ਸੋਸ਼ਲ ਮੀਡੀਆ ਤੇ, ਰੈਲੀਆਂ ਤੇ, ਪ੍ਰੈਸ ਕਾਨਫਰੰਸਾਂ ਤੇ, ਚਿੱਠੀਆਂ ਲਿਖਣ ਤੇ, ਜਾਣੀ ਹਰ ਜਗ੍ਹਾ ਦੇ ਉੱਤੇ ਜਾ ਕੇ ਉਹ ਇਹੀ ਕੁਝ ਕਰਨਗੇ। ਹਾਂ, ਕਾਂਗਰਸੀਆਂ ਨੇ ਯਤਨ ਜ਼ਰੂਰ ਕੀਤਾ ਹੈ, ਗਏ ਨੇ ਭਾਰਤ ਭੂਸ਼ਣ ਆਸ਼ੂ ਸਾਹਿਬ, ਰਾਜਾ ਵੜਿੰਗ ਸਾਹਿਬ, ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਸਿੱਧੇ ਗਵਰਨਰ ਸਾਹਿਬ ਨੂੰ ਮਿਲੇ ਆ ਜਾ ਕੇ, ਕਿਉਂਕਿ ਕਾਂਗਰਸੀਆਂ ਨੇ ਵੀ ਦੇਖਿਆ ਹੋਣਾ ਕਿ ਸਾਡੇ ਨਾਲ ਇੱਕ ਬੰਦਾ ਬਹਿੰਦਾ ਹੁੰਦਾ ਸੀ, ਨਾਂ ਸੀ ਸੁਨੀਲ ਜਾਖੜ, ਤੇ ਜਾਖੜ ਸਾਹਿਬ ਤੇ ਜਾ ਕੇ ਸਟੈਂਡ ਲੈ ਗਏ। ਤੁਸੀਂ ਦੇਖੋ, ਜਾਖੜ ਸਾਹਿਬ ਭਾਜਪਾ ਦੇ ਸੂਬਾ ਪ੍ਰਧਾਨ, ਤੇ ਭਾਜਪਾ ਦੇ ਸੂਬਾ ਪ੍ਰਧਾਨ ਹੁੰਦਿਆਂ ਬੰਦਿਆਂ ਇਹ ਕਹਿ ਜਾਏ ਕਿ ਚੰਡੀਗੜ੍ਹ ਸਾਡਾ ਜੀ, ਹਰਿਆਣੇ ਵਾਲਿਓ ਆਪਣਾ ਪ੍ਰਬੰਧ ਬਾਹਰ ਕਰੋ। ਭਾਜਪਾ ਦਾ ਸੂਬਾ ਪ੍ਰਧਾਨ ਇਹ ਕਹਿ ਜਾਏ ਕਿ ਭਾਈ ਪੰਜਾਬ ਯੂਨੀਵਰਸਿਟੀ ਸਾਡੀ ਆ ਜੀ, ਹਰਿਆਣੇ ਵਾਲਿਓ ਪ੍ਰਬੰਧ ਕਰੋ। ਭਾਜਪਾ ਦਾ ਨਵਾਂ ਬਣਿਆ ਸੂਬਾ ਪ੍ਰਧਾਨ ਇਹ ਕਹਿ ਜਾਏ ਕਿ ਦੇਖੋ ਜੀ, ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਦੇ ਵਿੱਚ ਪਰਾਂ ਹੀ ਰਹੋ, ਤੁਸੀਂ ਪੰਜਾਬ ਦਾ ਹੱਕ ਬਣਦਾ ਹੈ। ਇਹ ਤਿੰਨਾਂ ਚੀਜ਼ਾਂ ਨੇ ਇੱਕ ਮਾਹੌਲ ਜਿਹਾ ਪੈਦਾ ਕਰ ਦਿੱਤਾ ਸੀ ਕਿ ਭਾਈ ਕਿਆ ਬਾਤ ਹੈ, ਜਾਖੜ ਸਾਹਿਬ ਨੇ ਪੰਜਾਬ ਦੇ ਹੱਕ 'ਚ ਸਟੈਂਡ ਲੈ ਲਿਆ, ਨਹੀਂ ਤਾਂ ਰਾਸ਼ਟਰੀ ਪਾਰਟੀਆਂ ਦੇ ਸੂਬਾ ਪ੍ਰਧਾਨ ਤਾਂ ਗੋਲ ਗੱਲ ਕਰਦੇ ਹੁੰਦੇ ਆ। ਅੱਜ ਕਾਂਗਰਸੀ ਵੀ ਚਲੇ ਗਏ, ਸਿੱਧੇ ਗਵਰਨਰ ਸਾਹਿਬ ਨੂੰ ਮਿਲਿਆ ਜਾ ਕੇ, ਤੇ ਗਵਰਨਰ ਸਾਹਿਬ ਨੂੰ ਬੇਨਤੀ ਕੀ ਕਰਦੇ ਆ? ਉਹ ਕਹਿੰਦੇ ਜੀ ਗਵਰਨਰ ਸਾਹਿਬ, ਬਨਵਾਰੀ ਲਾਲ ਪੁਰੋਹਿਤ ਜੀ, ਤੁਹਾਡੇ ਗਾੜੀ ਇੱਕ ਬੇਨਤੀ ਕਰਨੀ ਹੈ, ਇੱਕ ਨਹੀਂ ਦੋ ਕਰਨੀਆਂ ਬੇਨਤੀਆਂ। ਪਹਿਲੀ ਬੇਨਤੀ ਕੀ ਕਰਦੇ ਆ? ਉਹ ਕਹਿੰਦੇ ਜੀ ਦੇਖੋ, ਚੰਡੀਗੜ੍ਹ ਪੰਜਾਬ ਦਾ, ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਗਿਆ। ਹਰਿਆਣੇ ਵਾਲਿਆਂ ਨੂੰ ਆਰਜੀ ਤੌਰ ਦੇ ਉੱਤੇ ਕਿਹਾ ਸੀ ਕਿ ਭਾਈ ਤੁਸੀਂ ਆਪਣਾ ਰਾਜਧਾਨੀ ਇੱਥੇ ਰੱਖ ਲਓ, ਵਿਧਾਨ ਸਭਾ ਇੱਥੇ ਰੱਖ ਲਓ, 10 ਸਾਲਾਂ ਦੇ ਵਿੱਚ ਬਣਾ ਲਿਓ। ਉਹ ਕਹਿੰਦੇ ਕਿਰਾਏਦਾਰ ਸੀ, ਮਹਿਮਾਨ ਦੇ ਤੌਰ ਤੇ ਆਏ ਸੀ ਹਰਿਆਣੇ ਵਾਲੇ, ਤੇ ਰਾਜਪਾਲ ਸਾਹਿਬ ਤੁਸੀਂ ਆ 10 ਏਕੜ ਜਗ੍ਹਾ ਉਹਨਾਂ ਨੂੰ ਵਿਧਾਨ ਸਭਾ ਬਣਾਉਣ ਦੇ ਲਈ ਦੇਈ ਜਾਂਦੇ ਹੋ, ਗਲਤ ਹੈ, ਇਦਾਂ ਨਾ ਕਰੋ। ਹਰਿਆਣੇ ਕੋਲੇ ਬਹੁਤ ਥਾਂ ਆ ਜਿੱਥੇ ਪੁਨਰਗਠਨ ਐਕਟ ਸੀ ਰਾਜਾਂ ਦਾ, ਉਹਦੇ ਅਧੀਨ ਕੰਮ ਕੀਤਾ ਜਾਵੇ, ਇਦਾਂ ਤੋਂ ਮਾਲਕ ਬਣਨ ਲੱਗ ਪਣਗੇ। ਸੋ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਦੁਆਰਾ ਆਪਣੀ ਪਾਰਟੀ ਦੇ ਬਾਕੀ ਲੀਡਰਾਂ ਦੀ ਹਾਜ਼ਰੀ ਦੇ ਵਿੱਚ ਜਦੋਂ ਰਾਜਪਾਲ ਸਾਹਿਬ ਨੂੰ ਜਾ ਕੇ ਬੇਨਤੀ ਕਰ ਦਿੱਤੀ ਗਈ ਆ ਕਿ ਭਾਈ ਤੁਸੀਂ ਹਰਿਆਣੇ ਨੂੰ ਜਗ੍ਹਾ ਨਾ ਦਿਓ, ਕੈਂਸਲ ਕਰ ਦਿਓ ਡੀਲ, ਇਹ ਸਾਨੂੰ ਨਹੀਂ ਚਾਹੀਦੀ ਬਾਹਰਲੇ ਪਾਸੇ ਕਿਤੇ ਜਗ੍ਹਾ, ਪਰ ਹਰਿਆਣੇ ਨੂੰ ਇਹ ਥਾਂ ਤੁਸੀਂ ਨਾ ਦਿਓ। ਪਹਿਲੀ ਗੱਲ ਤਾਂ ਇਹ ਕਹਿਤੀ। ਦੂਸਰਾ, ਉਹ ਕਹਿੰਦੇ ਰਾਜਪਾਲ ਸਾਹਿਬ ਤੁਹਾਡੀ ਕੇਂਦਰ ਦੇ ਨਾਲ ਬਹਿਣੀ ਉੱਠਣੀ ਹੈ, ਤੁਸੀਂ ਕੇਂਦਰ ਸਰਕਾਰ ਦੇ ਨੁਮਾਇੰਦੇ ਹੋ, ਕੇਂਦਰ ਦੀ ਸਰਕਾਰ ਨੂੰ ਰਾਜਪਾਲ ਦੀ ਗੱਲ ਸੁਣਨੀ ਪੈਂਦੀ ਹੈ, ਤੇ ਉਹ ਕਹਿੰਦੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਕੇਂਦਰ ਸਰਕਾਰ ਤੱਕ ਸੁਨਾਹ ਪਹੁੰਚਾਓ। ਤੁਸੀਂ ਆਪ ਵੀ ਕੋਸ਼ਿਸ਼ ਕਰੋ ਕਿ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਖੇਤੀਬਾੜੀ ਤਬਾਹ ਹੋ ਗਈ, ਪੰਜਾਬ ਦੇ ਵਿੱਚ ਹੜ੍ਹ ਆਇਆ ਪਿਆ, ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਲੱਭਦੀ, ਇੱਥੇ ਰੋਟੀ ਵੀ ਚਾਹੀਦੀ, ਇੱਥੇ ਪਾਣੀ ਵੀ ਚਾਹੀਦਾ, ਇੱਥੇ ਦਵਾਈਆਂ ਵੀ ਚਾਹੀਦੀਆਂ, ਇੱਥੇ ਹੋਰ ਬਹੁਤ ਕੁਝ ਚਾਹੀਦਾ, ਲੋਕਾਂ ਦੇ ਘਰ ਤਬਾਹ ਹੋ ਗਏ। ਕਿ ਰਾਜਪਾਲ ਸਾਹਿਬ ਤੁਸੀਂ ਜਾਓ ਤੇ ਕੇਂਦਰ ਸਰਕਾਰ ਵਾਲਿਆਂ ਕੋਲੋਂ ਇੱਕ ਪੈਕੇਜ ਲਿਆ ਕੇ ਦਿਓ ਪੰਜਾਬ ਦੇ ਲੋਕਾਂ ਨੂੰ, ਗੱਲ ਸਾਡੇ ਲੋਕਾਂ ਦੀ ਫੇਰ ਬਣਨੀ ਆ, ਨਹੀਂ ਤਾਂ ਨੁਕਸਾਨ ਬੜਾ ਹੈ। ਹੁਣ ਚਾਹੇ ਚੰਡੀਗੜ੍ਹ ਦਾ ਮੁੱਦਾ, ਚਾਹੇ ਰਾਹਤ ਪੈਕੇਜ ਦਾ ਮੁੱਦਾ, ਸੰਧਾਲੀਆ ਸਾਹਿਬ ਜਿਹੜਾ ਇੱਕ ਲੀਕ ਜੀ ਖਿੱਚਣ ਦਾ ਕੰਮ ਜਾਖੜ ਸਾਹਿਬ ਨੇ ਸ਼ੁਰੂ ਕੀਤਾ ਸੀ, ਕਾਂਗਰਸੀ ਲੀਕ ਤੋਂ ਅੱਗੇ ਜਾਣ ਦੇ ਯਤਨਾਂ 'ਚ ਜ਼ਰੂਰ ਨੇ ਭਾਈ। ਮੈਂ ਨਾ ਜੇ ਦੇਖੋ ਇਹ ਕੰਮ ਕੀਤਾ, ਇਹਦੇ 'ਚ ਆਪਾਂ ਜ਼ਰੂਰ ਕਾਂਗਰਸ ਪਾਰਟੀ ਦੀ ਪਿੱਠ ਥਾਪੜਦੇ ਆ, ਜਾਂ ਕਹਿ ਲਓ ਕਿ ਵੀ ਵਧਾਈ ਦਿੰਦੇ ਉਹਨਾਂ ਨੂੰ, ਵੀ ਘੱਟੋ ਘੱਟ ਤੁਸੀਂ ਉੱਥੇ ਜਾ ਕੇ ਪਹੁੰਚ ਤੇ ਕੀਤੀ ਨਾ। ਹੁਣ ਠੀਕ ਆ, ਮਤਲਬ ਉੱਥੇ ਅੱਗੇ ਗਵਰਨਰ ਸਾਹਿਬ ਜਿਹੜੇ ਨੇ, ਉਹ ਦੋ ਗੱਲਾਂ ਦੀ ਮੈਨੂੰ ਆਸ ਆ। ਪਹਿਲੀ ਆਸ ਜਿਹੜੀ ਉਹ ਜ਼ਿਆਦਾ, ਉਹਦੇ 'ਚੋਂ ਕਹਿੰਦੇ ਹੁੰਦੇ ਕਿ ਵੀ ਇਹ ਹਰਿਆਣੇ ਦੀ ਜ਼ਮੀਨ ਦੇ ਉੱਪਰ ਮੈਂ ਕਾਨੂੰਨੀ ਸਲਾਹ ਲਵਾਂਗਾ, ਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਕਾਨੂੰਨੀ ਤੌਰ ਦੇ ਉੱਪਰ ਕੀ ਕੀਤਾ ਜਾ ਸਕਦਾ, ਸੰਵਿਧਾਨਕ ਤੌਰ 'ਤੇ, ਜਿਹੜਾ ਕਿ ਇਸ ਤੋਂ ਪਹਿਲਾਂ ਆਮ ਤੌਰ 'ਤੇ ਉਹ ਗੋਲ ਜਵਾਬ ਦਿੰਦੇ ਹੁੰਦੇ ਹਰੇਕ ਮਸਲੇ 'ਚ। ਇਸ ਤੋਂ ਪਹਿਲਾਂ ਆਮ ਇੱਕ ਸ਼ਬਦ ਆਪਾਂ ਠੰਡਾ ਬਸਤਾ ਵੇਖਦੇ ਹੁੰਦੇ ਸੀ, ਉਹ ਅੱਜ ਕੱਲ੍ਹ ਠੰਡੇ ਬਸਤੇ ਦਾ ਨਾਂ ਉਹਨਾਂ ਨੇ ਕਾਨੂੰਨੀ ਸਲਾਹ ਰੱਖ ਲਿਆ। ਦੂਜੀ ਗੱਲ ਇਹ ਵੀ ਜੇ ਕਿਤੇ ਮੰਨ ਲਓ ਗਵਰਨਰ ਸਾਹਿਬ, ਕਿਉਂਕਿ ਹੈ ਤਾਂ ਕੁੱਲ ਮਿਲਾ ਕੇ ਬੀਜੇਪੀ ਨਾਲ ਬਹਿਣੀ ਉੱਠਣੀ, ਹੁਣ ਉਹ ਮੰਨਣ ਨਾ ਮੰਨਣ ਲਿੰਕ ਤਾਂ ਹੈਗੀ ਆ। ਜੇ ਜਾਖੜ ਸਾਹਿਬ ਨੇ ਵੀ ਕਹਿਤਾ, ਉੱਧਰੋਂ ਜਿਹੜੀ ਕਰੋ ਭਾਜਪਾ ਵੀ ਸੋਚਦੀ ਹੈ ਵੀ ਅਸੀਂ ਪੰਜਾਬ 'ਚ ਆਪਣੇ ਪੈਰ ਲਾਉਣੇ ਆ, ਚਲੋ ਇਸ ਚਿੱਠੀ ਦੇ ਜ਼ਰੀਏ ਕਹਿ ਲਓ, ਜਾਂ ਕਹਿ ਲਓ ਜੋ ਕੁਛ ਪੰਜਾਬ 'ਚ ਇਸ ਵਕਤ ਹੜ੍ਹ ਆਏ, ਜਾਂ ਅਜੇ ਵੀ ਕਹਿ ਲਓ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਨੁਕਸਾਨ ਅਜੇ ਕਿਹੜਾ ਵੀ ਖਤਰਾ ਤੱਕ ਟਲ ਗਿਆ, ਇਸ ਮੌਕੇ ਨੂੰ ਮੈਂ ਨਾ ਗਵਰਨਰ ਸਾਹਿਬ ਸਾਂਭ ਲੈਣ, ਕਿਉਂਕਿ ਪਿਛਲੇ ਸਮੇਂ 'ਚ ਸਾਲ ਡੇਢ ਸਾਲ ਦੇ ਵਿੱਚ ਇਸ ਚੀਜ਼ ਦਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਸਰਕਾਰ ਵਾਲੇ ਪਾਸਿਓਂ, ਕਿ ਵੀ ਦੇਖੋ ਜੀ ਅਸੀਂ ਜਿਹੜਾ ਵੀ ਕੰਮ ਕਰਨ ਦੇ ਲਈ ਕਹਿੰਦੇ ਹਾਂ, ਗਵਰਨਰ ਸਾਹਿਬ ਲੱਤ ਅੜਾਉਂਦੇ ਅਗਲੇ ਪਾਸੇ, ਮੈਂ ਫਿਰ ਕਾਨੂੰਨੀ ਸਲਾਹ ਲਊਂਗਾ ਜੀ, ਮੈਂ ਫਿਰ ਦੇਖੂੰਗਾ ਜੀ ਕੀ ਹੋ ਸਕਦਾ, ਮੈਂ ਫਿਰ ਤੁਸੀਂ ਮੈਨੂੰ ਕਹਿ ਨਹੀਂ ਸਕਦੇ ਜੀ। ਹੁਣ ਗੱਲ ਇਹ ਆ ਵੀ ਉਹਦੇ ਨਾਲ ਲੋਕਾਂ ਦੇ ਵਿੱਚ ਪ੍ਰਭਾਵ ਇਹ ਗਿਆ ਵੀ ਗਵਰਨਰ ਸਾਹਿਬ ਕੰਮ ਕਰਨ ਨਹੀਂ ਦਿੰਦੇ, ਸਗੋਂ ਕੰਮ ਰੋਕਦੇ ਆ। ਆਹ ਜਿਹੜਾ ਇੱਕ ਮੌਕਾ ਨਾ, ਇਹ ਗਵਰਨਰ ਸਾਹਿਬ ਕੋਲੇ ਅੱਗੇ ਹੋ ਕੇ ਕੰਮ ਕਰਨ ਦਾ, ਤੇ ਮੈਨੂੰ ਲੱਗਦਾ ਵੀ ਜੇ ਕਿਤੇ ਇਹ ਕੰਮ ਪੰਜਾਬ ਦੇ ਲਈ ਪੈਕੇਜ, ਪੰਜਾਬ ਦੀ ਖੇਤੀਬਾੜੀ ਦੇ ਲਈ ਮੁਆਵਜ਼ਾ, ਜਾਂ ਜੋ ਕੁਛ ਵੀ ਨੁਕਸਾਨ ਹੋਇਆ ਉਹ ਸਾਰੇ ਕੁਛ ਦੀ ਪੰਜਾਬ ਭਰਪਾਈ ਦੇ ਲਈ ਕੇਂਦਰ ਵਾਲੇ ਪਾਸਿਓਂ ਪੈਸਾ ਜੇ ਉਹ ਲਿਆ ਕੇ ਦੇਣ 'ਚ ਕਾਮਯਾਬ ਹੋ ਜਾਂਦੇ ਆ, ਤੇ ਮੈਨੂੰ ਲੱਗਦਾ ਵੀ ਇੱਕ ਤਰ੍ਹਾਂ ਨਾਲ ਗਵਰਨਰ ਸਾਹਿਬ ਦੀ ਵੀ ਪਿੱਠ ਥਾਪਣਗੇ ਲੋਕੀ, ਨਾਲੇ ਧੰਨਵਾਦ ਕਰਨਗੇ, ਨਾਲੇ ਨੰਬਰ ਬਣਨਗੇ, ਨਾਲੇ ਬੀਜੇਪੀ ਜਿਹੜੀ ਆ ਉਹਨੂੰ ਵੀ ਪੰਜਾਬ ਦੇ ਵਿੱਚ ਅੱਗੇ ਵਧਣ ਦਾ ਮੌਕਾ ਮਿਲ ਜੂਗਾ ਜੀ। ਤੁਸੀਂ ਕਹਿੰਦੇ ਕੇਂਦਰ ਸਰਕਾਰ ਦਿੰਦੀ ਕੁਛ ਨਹੀਂ ਪੰਜਾਬ ਨੂੰ, ਆਹ ਦੇਖੋ ਦਿੱਤਾ ਕਿ ਨਹੀਂ, ਕੋਈ ਮੰਗੇ ਤੇ ਸਹੀ ਸਾਡੇ ਕੋਲੋਂ, ਗਵਰਨਰ ਸਾਹਿਬ ਨੇ ਮੰਗਿਆ, ਪੰਜਾਬ ਦੇ ਗਵਰਨਰ ਸਾਹਿਬ ਨੇ ਅਸੀਂ ਦੇ ਦਿੱਤਾ।
ਇਹ ਮੌਕਾ ਹੈ ਜੇ ਕਿਤੇ ਇਸ ਮੌਕੇ ਨੂੰ ਗਵਰਨਰ ਸਾਹਿਬ ਇਦਾਂ ਵਰਤ ਲੈਣ। ਬਾਕੀ ਦੇਖੋ ਉਹਨਾਂ ਨੇ ਸਲਾਹ ਲੈਣੀ ਹੁੰਦੀ ਹੈ, ਉਹਦੇ ਉਹ ਸਲਾਹਕਾਰਾਂ ਦੇ ਉਹ ਕੀ ਸਲਾਹ ਦਿੰਦੇ ਨੇ ਭਾਈ ਉਹਨਾਂ ਨੂੰ। ਜ਼ਰੂਰੀ ਹੈ ਸੰਧਾਲੀਆ ਸਾਹਿਬ ਕਿ ਇਸ ਮੌਕੇ ਦਾ ਲਾਹਾ ਲਿਆ ਜਾਵੇ, ਗਵਰਨਰ ਸਾਹਿਬ ਆਪਣੀ ਸਥਿਤੀ ਵਧੀਆ ਕਰਨ, ਕੇਂਦਰ ਦੀ ਸਰਕਾਰ ਵੀ ਇਧਰਲੇ ਪਾਸੇ ਦੇਖੇ। ਪਰ ਇੱਕ ਚੀਜ਼ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ, ਉਹ ਪੰਜਾਬ ਦੇ ਹੜ੍ਹ, ਕਿਉਂਕਿ ਜੇ ਹੁਣ ਹੜ੍ਹਾਂ ਦੇ ਲਈ ਪੈਕੇਜ ਮੰਗਿਆ, ਸੰਧਾਲੀਆ ਸਾਹਿਬ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ, ਪੰਜਾਬੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਸਥਾ ਰੱਖਣ ਵਾਲੇ ਸ਼ਰਧਾਲੂਆਂ ਨੇ ਬਹੁਤ ਖੁਸ਼ੀ ਮਨਾਈ ਸੀ ਕਿ ਭਾਈ ਆਹ ਤਾਂ ਕਮਾਲ ਹੋ ਗਈ। ਮਸਲਾ ਵੱਡਾ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਭਰ ਦੇ ਵਿੱਚ ਪ੍ਰਚਾਰ ਦੇ ਲਈ ਜਿਹੜਾ ਵੀ ਕੋਈ ਕਿਤਾਬਚਾ ਛਾਪਦੀ ਹੈ, ਜਿੱਥੇ ਕਿਤੇ ਆਪਣੀ ਕੇਂਦਰ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਦੀ ਹੈ, ਕਰਤਾਰਪੁਰ ਸਾਹਿਬ ਦਾ ਲਾਂਘਾ ਵਿੱਚ ਜ਼ਰੂਰ ਲਿਖਦੇ ਆ ਕਿ ਅਸੀਂ ਇਹ ਕੰਮ ਕੀਤਾ। ਉਹਨਾਂ ਨੂੰ ਪਤਾ ਕਿ ਵੱਡਾ ਕੰਮ। ਹੁਣ ਉਹ ਲਾਂਘਾ ਬੰਦ ਕਰ ਦਿੱਤਾ ਗਿਆ ਹਾਲ ਦੀ ਘੜੀ। ਯਾਤਰਾ ਨੂੰ ਆਰਜ਼ੀ ਤੌਰ ਦੇ ਉੱਤੇ ਰੋਕਣਾ ਪਿਆ ਕਿਉਂਕਿ ਹੜ੍ਹ ਆ ਗਏ। ਆਪਾਂ ਸਾਰੇ ਜਾਣਦੇ ਆ, ਕੱਲ ਵੀ ਜ਼ਿਕਰ ਆਪਾਂ ਕੀਤਾ ਸੀ ਕਿ ਡੇਰਾ ਬਾਬਾ ਨਾਨਕ ਤੇ ਦੀਨਾਨਗਰ, ਗੁਰਦਾਸਪੁਰ, ਪਠਾਨਕੋਟ ਦੇ ਇਹਨਾਂ ਇਲਾਕਿਆਂ ਦੇ ਵਿੱਚ ਹੜ੍ਹ ਆ ਗਿਆ, ਪਾਣੀ ਆ ਗਿਆ। ਹੁਣ ਉੱਥੇ ਗੋਡੇ ਗੋਡੇ ਪਾਣੀ ਆ ਸਰਹੱਦ ਦੇ ਉੱਤੇ, ਸੰਗਤ ਦਾ ਲੰਘਣਾ ਔਖਾ। ਇਸ ਕਰਕੇ ਆਰਜ਼ੀ ਤੌਰ ਦੇ ਉੱਤੇ ਯਾਤਰਾ ਜਿਹੜੀ ਆ ਰੋਕਣੀ ਪਈ ਆ। BSF ਦੇ ਜਵਾਨ ਸਰਹੱਦ ਦੀ ਰਾਖੀ ਲਗਾਤਾਰ ਕਰ ਰਹੇ ਆ, ਉਧਰਲੇ ਪਾਸੇ ਕੋਈ ਦਿੱਕਤ ਡਾਊਟ ਹੈ ਹੀ ਨਹੀਂ। ਪਰ ਹੁਣ ਜੇ ਆਪਾਂ ਦੇਖੀਏ ਕਿ ਹਾਲਾਤ ਕੀ ਨੇ, ਮਕੌੜਾ ਪੱਤਣ ਦੀ ਮੈਂ ਉਜ ਕਹਿੰਦਾ ਸੀ, ਤੁਸੀਂ ਕੱਲ ਉਜ ਕਹਿੰਦੇ ਸੀ, ਜਿਹੜਾ ਦਰਿਆ ਜਿੱਥੇ ਰਾਵੀ ਤੇ ਉਜ ਦਰਿਆ ਦਾ ਜਿਹੜਾ ਸੰਗਮ ਹੁੰਦਾ, ਉਸ ਸੰਗਮ ਤੋਂ ਪਾਣੀ ਛੱਡਿਆ ਗਿਆ। ਇੱਕ ਪਾਕਿਸਤਾਨ ਵਾਲੇ ਪਾਸਿਓਂ ਤੁਸੀਂ ਬੰਨ ਟੁੱਟਿਆ, ਉਹਦੇ ਕਰਕੇ ਹੁਣ ਥੋੜੇ ਜਿਹੇ ਹਾਲਾਤ ਖਰਾਬ ਹੋ ਗਏ। ਖੇਤਾਂ 'ਚ ਪਾਣੀ ਵੜ ਗਿਆ, ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ। ਉਧਰ ਮਾਝੇ ਦੇ ਜਿਹੜੇ ਤਿੰਨੇ ਹੀ ਜ਼ਿਲ੍ਹੇ ਨੇ, ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। ਉੱਥੇ ਵੀ ਪ੍ਰਸ਼ਾਸਨ ਨੇ ਲੋਕਾਂ ਨੂੰ ਕਹਿਤਾ ਕਿ ਭਾਈ ਮਾਲ ਡੰਗਰ ਬੱਚੇ ਲੈ ਕੇ ਤੁਸੀਂ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਓ, ਇੱਥੇ ਕਿਸੇ ਵੀ ਵੇਲੇ ਆ ਕੇ ਕੋਈ ਵੀ ਨੁਕਸਾਨ ਜਿਹੜਾ ਉਹ ਹੋ ਸਕਦਾ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਉਹ ਕਹਿੰਦੇ ਪੂਰੀ ਨਜ਼ਰ ਆ ਮੇਰੀ, ਟਵੀਟ ਕੀਤਾ ਉਹਨਾਂ ਨੇ। ਸਰਦੂਲਗੜ੍ਹ ਤੋਂ ਲੈ ਕੇ ਉਹ ਕਹਿੰਦੇ ਜੀ ਪਠਾਨਕੋਟ ਤੱਕ ਮੈਂ ਆਪ ਸੁਪਰਵਿਜ਼ਨ ਕਰ ਰਿਹਾ ਕਿ ਹੜ੍ਹਾਂ ਤੋਂ ਬਾਅਦ ਬਚਾਓ ਕਾਰਜ ਕਿਵੇਂ ਚੱਲ ਰਹੇ ਹੈ, ਤੇ ਸੁਪਰਵਿਜ਼ਨ ਮੈਂ ਕਰਦਾ ਰਹਿਣਾ, ਮੈਂ ਹਟਣਾ ਨਹੀਂ। ਚੰਗੀ ਗੱਲ ਹੈ। ਉਹਨਾਂ ਨੇ ਵੀ ਕਹਿਤਾ, ਕਹਿੰਦੇ ਜੀ ਜਿੰਨਾ ਵੀ ਖਰਾਬਾ ਹੋਇਆ, ਜਿੰਨਾ ਵੀ ਕਿਸੇ ਦਾ ਨੁਕਸਾਨ ਹੋਇਆ, ਭਰਪਾਈ ਸਾਡੀ ਸਰਕਾਰ ਕਰੂ। ਖੇਤਾਂ ਦੀ ਕਹਿੰਦੇ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮ ਦੇ ਦਿੱਤੇ ਆ, ਕਿਹਦੀ ਫਸਲ ਪੂਰੀ ਮਰ ਗਈ, ਕਿਹਦੀ ਫਸਲ ਅੱਧੀ ਮਰ ਗਈ, ਪੈਸੇ ਅਸੀਂ ਉਸੇ ਹਿਸਾਬ ਦੇ ਨਾਲ ਦੇਾਂਗੇ, ਸਾਨੂੰ ਥੋੜਾ ਜਿਹਾ ਕੈਲਕੂਲੇਟ ਕਰ ਲੈਣ ਦਿਓ ਚੀਜ਼ਾਂ। ਤੀਸਰੇ ਪਾਸੇ ਸੰਧਾਲੀਆ ਸਾਹਿਬ ਇੱਕ ਰਾਜ ਸਭਾ ਦੇ ਮੈਂਬਰ ਨੇ, ਹਰਭਜਨ ਸਿੰਘ, ਬੜੀ ਚਰਚਾ ਚੱਲੀ ਸੀ ਉਹਨਾਂ ਦੀ ਕਿ ਭਾਈ ਆ ਤਾਂ ਵਧੀਆ ਹੋਇਆ, ਪੰਜਾਬ ਦਾ ਇੱਕ ਖਿਡਾਰੀ ਰਾਜ ਸਭਾ ਦਾ ਮੈਂਬਰ ਬਣਾਇਆ। ਆ ਪਿਛਲਾ ਸੈਸ਼ਨ ਸੀ ਪਾਰਲੀਮੈਂਟ ਦਾ, ਅਗਲਾ ਵੜਿਆ ਹੀ ਨਹੀਂ। ਪਤਾ ਨਹੀਂ ਕਿੱਥੇ ਸ਼ੂਟਿੰਗ ਚੱਲਦੀ ਸੀ ਜਾਂ ਕੀ ਸੀ, ਸਾਨੂੰ ਨਹੀਂ ਪਤਾ। ਪਰ ਇੱਕ ਮੈਂਬਰ ਪਾਰਲੀਮੈਂਟ ਦਾ ਪਾਰਲੀਮੈਂਟ ਦੀ ਕਾਰਵਾਈ ਦੇ ਵਿੱਚੋਂ ਗਾਇਬ ਰਹਿਣ ਦਾ ਮਤਲਬ ਹੈ ਕਿ ਸਿੱਧਾ ਹੀ ਲੋਕਾਂ ਦੀਆਂ ਆਸਾਂ ਦੇ ਉੱਤੇ ਖਰਾ ਨਾ ਉਤਰਨ। ਜੇ ਤੁਹਾਡੇ ਕੋਲੇ ਹੋਰ ਕੰਮ ਬਹੁਤ ਨੇ, ਜੇ ਤੁਹਾਡੇ ਹੋਰ ਕਾਰੋਬਾਰ ਬਹੁਤ ਨੇ, ਜੇ ਤੁਸੀਂ ਐਜ਼ ਏ ਮੈਂਬਰ ਪਾਰਲੀਮੈਂਟ ਲੋਕਾਂ ਨੂੰ ਸਮਾਂ ਨਹੀਂ ਦੇ ਸਕਦੇ, ਪਾਰਲੀਮੈਂਟ ਨੂੰ ਸਮਾਂ ਨਹੀਂ ਦੇ ਸਕਦੇ, ਮੈਂਬਰਸ਼ਿਪ ਸਵੀਕਾਰ ਨਾ ਕਰੋ, ਕਿਸੇ ਹੋਰ ਸਿਆਣੇ ਬੰਦੇ ਨੂੰ ਬਣ ਲੈਣ ਦਿਓ ਜਿਹੜਾ ਪੰਜਾਬ ਦਾ ਸੋਚੂ। ਹੜ੍ਹ ਆਏ, ਉਧਰੋਂ ਹੜ੍ਹ ਵਾਲੀਆਂ ਫੋਟੋਆਂ, ਹੁਣ ਉਧਰੋਂ ਹਰਭਜਨ ਸਿੰਘ ਦੀ ਤਸਵੀਰਾਂ ਵਿਦੇਸ਼ ਦੇ ਵਿੱਚੋਂ ਆ ਗਈਆਂ, ਏਅਰਪੋਰਟ ਤੋਂ ਨਿਕਲਦੇ ਹੋਏ, ਆਹ ਕਰਦੇ ਹੋਏ। ਉਹਨਾਂ ਦੇ ਕੱਪੜੇ ਲੱਤੇ ਦੇਖ ਕੇ ਫਿਰ ਆਲੋਚਨਾ ਬੜੀ ਹੋਈ ਕਿ ਉਧਰਲੇ ਪਾਸੇ ਤਾਂ ਤੁਹਾਡਾ ਸੂਬਾ ਪੰਜਾਬ ਜਿਹੜਾ ਹੜ੍ਹਾਂ ਦੇ ਵਿੱਚ ਡੁੱਬਿਆ ਹੋਇਆ ਤੇ ਤੁਸੀਂ ਇਧਰਲੇ ਪਾਸੇ ਮਹਿੰਗੇ ਕੱਪੜੇ ਪਾ ਕੇ ਜਿਹੜੀਆਂ ਤਸਵੀਰਾਂ ਬਣਾਈ ਜਾਂਦੇ। ਆਲੋਚਨਾ ਬਹੁਤ ਸੀ। ਹੁਣ ਹਰਭਜਨ ਸਿੰਘ ਹੋਰੀ ਆਏ ਆ, ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰਾਂ ਦੇ ਨਾਲ ਬੋਰੀਆਂ ਵੀ ਚੁਕਾਈ ਜਾਂਦੇ ਹੜ੍ਹ ਪੀੜਤਾਂ ਦੇ ਲਈ। ਇਹ ਵੀ ਕਹਿ ਦਿੱਤਾ ਕਿ ਮੈਂ ਨਿੱਜੀ ਖਾਤੇ ਦੇ ਵਿੱਚੋਂ ਵੀ ਜਿੰਨਾ ਕੁ ਯੋਗਦਾਨ ਹੋਇਆ ਉਹ ਵੀ ਹੜ੍ਹ ਪੀੜਤਾਂ ਦੇ ਲਈ ਕਰੂੰਗਾ ਤੇ ਸਰਕਾਰ ਨੂੰ ਤਾਂ ਆਖੂੰਗਾ ਕਿ ਭਾਈ ਇਧਰਲੇ ਪਾਸੇ 4 ਪੈਸੇ ਦਿਓ। ਨਾਲ ਹੀ ਉਹਨਾਂ ਨੇ ਕਹਿਤਾ, ਕਹਿੰਦੇ ਜੀ ਮੈਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਵਾਲਾ, ਉੱਥੇ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰੂੰਗਾ ਕਿ ਭਾਈ ਸਾਡੇ ਇੱਥੇ ਸਮੱਸਿਆ ਬੜੀ ਹੈ। ਠੀਕ ਹੈ ਹਰਭਜਨ ਸਿੰਘ ਜੀ, ਤੁਸੀਂ ਆਵਾਜ਼ ਬੁਲੰਦ ਕਰੋ, ਤੁਸੀਂ ਹੜ੍ਹ ਪੀੜਤਾਂ ਦੇ ਲਈ ਕੰਮ ਕਰੋ, ਪਰ ਇਹ ਫੋਟੋ ਸੈਸ਼ਨ ਨਾ ਹੋਵੇ। ਤੁਸੀਂ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਤਨਖਾਹ ਲੈਂਦੇ ਹੋ, ਸਰਕਾਰੀ ਗੱਡੀਆਂ, ਸਰਕਾਰੀ ਤੇਲ, ਸਰਕਾਰੀ ਘਰ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਮਿਲਦਾ ਹੈ। ਤੇ ਜੇ ਤੁਸੀਂ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਤਨਖਾਹ, ਹੋਰ ਭੱਤੇ, ਸਾਰਾ ਕੁਝ ਲੈ ਕੇ ਵੀ ਲੋਕਾਂ ਦੀ ਗੱਲ ਨਹੀਂ ਕਰਨੀ, ਤਾਂ ਫਿਰ ਥਾਂ ਭਰਨੀ ਨਹੀਂ ਚਾਹੀਦੀ। ਐਸੇ ਸਥਿਤੀ ਦੇ ਵਿੱਚ ਥਾਂ ਖਾਲੀ ਕਰ ਲੈਣੀ ਚਾਹੀਦੀ ਹੈ। ਇਹ ਬੜਾ ਜ਼ਰੂਰੀ ਹੈ ਵੈਸੇ, ਕਿਉਂਕਿ ਚਲੋ ਹੋ ਸਕਦਾ ਉਹਨਾਂ ਤੱਕ ਕਿਸੇ ਨੇ ਪਹੁੰਚ ਦੀ ਕਰ ਦਿੱਤੀ ਹੋਵੇ ਗੱਲ, ਕਿਉਂਕਿ ਉਹਨਾਂ ਦੇ ਮੇਰਾ ਖਿਆਲ ਯੂਰਪ ਦੌਰੇ ਦੀਆਂ ਜਦੋਂ ਸੋਸ਼ਲ ਮੀਡੀਆ ਤੇ ਫੋਟੋਆਂ ਆਈਆਂ ਤੇ ਉਹ ਬਾਅਦ ਦੇ ਵਿੱਚ ਇੱਥੇ ਵਿਰੋਧੀਆਂ ਨੇ ਚੱਕ ਕੇ ਤੇ ਪੰਜਾਬ ਦੇ ਵਿੱਚ ਵੀ ਘੁਮਾਈਆਂ ਕਿ ਆਹ ਦੇਖ ਲਓ ਜੀ ਪੰਜਾਬ ਵਾਲੇ, ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਆਖਿਆ ਸੀ ਵੀ ਅਸੀਂ ਰਾਜ ਸਭਾ ਮੈਂਬਰ ਬਣਾਇਆ ਤੇ ਪੰਜਾਬ ਡੁੱਬੀ ਜਾਂਦਾ ਤੇ ਰਾਜ ਸਭਾ ਮੈਂਬਰ ਸਾਹਿਬ ਬਾਹਰੋਂ ਫੋਟੋਆਂ ਪਾਈ ਜਾਂਦੇ ਨੇ। ਹੁਣ ਚਲੋ ਹੋ ਸਕਦਾ ਵੀ ਪਹੁੰਚਦੀ ਹੋਵੇ ਗੱਲ, ਅਗਲੇ ਮੁੜ ਕੇ ਆਣ ਕੇ ਤੇ ਉਹਨਾਂ ਨੇ ਮਤਲਬ ਭਰਪਾਈ ਕਰਨ ਲਈ ਸਾਰਾ ਕੁਝ ਕੀਤਾ ਹੋਵੇ। ਪਰ ਮੈਨੂੰ ਲੱਗਦਾ ਕਿ ਪੋਲੀਟੀਕਲ ਪਾਰਟੀਆਂ ਸਾਰੀਆਂ ਨੂੰ ਸੋਚਣਾ ਚਾਹੀਦਾ। ਵੈਸੇ ਤਾਂ ਕਹਿੰਦੇ ਵਿੱਚ ਰਾਜ ਸਭਾ
ਹੈ ਹੀ ਇਸੇ ਲਈ ਵੀ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੇ ਸ਼ਖਸੀਅਤਾਂ ਹੁੰਦੀਆਂ ਨੇ ਜੀ, ਉਹਨਾਂ ਨੂੰ ਨੁਮਾਇੰਦੇ ਸਿਆਣੇ ਦੇ ਸਿਰ। ਤੌਰ ਦੇ ਉੱਪਰ ਹੈ ਨਾ, ਸਿਆਣੇ ਸਿਰ ਉੱਥੇ ਭੇਜੇ ਜਾ ਸਕਦੇ ਆ। ਪਰ ਕਾਰਨ ਇਹ ਆ ਵੀ ਉਹਨਾਂ ਦਾ ਇੰਟਰਸਟ ਹੈ ਕਿ ਨਹੀਂ ਹੈ, ਇਹ ਜ਼ਰੂਰ ਵੇਖ ਲਿਆ ਜਾਵੇ। ਹੁਣ ਦੇਖੋ, ਇਹ ਤਾਂ ਰਾਜ ਸਭਾ ਦੀ ਗੱਲ ਹੋ ਗਈ। ਬੀਜੇਪੀ ਨੇ ਪਹਿਲਾਂ ਇੱਕ ਫਿਲਮੀ ਕਲਾਕਾਰ ਨੂੰ MP ਬਣਾਇਆ ਸੀ ਗੁਰਦਾਸਪੁਰੋਂ। ਹੁਣ ਵਾਲੇ ਜਿਹੜੇ MP ਨੇ ਸਨੀ ਦਿਓਲ ਸਾਹਿਬ, ਉਹ ਕਿੰਨਾ ਗੁਰਦਾਸਪੁਰ ਬੜੇ ਨੇ, ਵੀ ਦੇਖ ਲਓ। ਅੱਜ ਕੱਲ੍ਹ ਉਹ ਥਾਂ ਥਾਂ ਤੇ ਜਾਂਦੇ ਜ਼ਰੂਰ ਨੇ, ਕਿਉਂਕਿ ਉਹਨਾਂ ਦੀ ਗਦਰ 2 ਫਿਲਮ ਰਿਲੀਜ਼ ਹੋਣ ਵਾਲੀ ਆ। ਅਮੀਸ਼ਾ ਪਟੇਲ ਤੇ ਸਨੀ ਦਿਓਲ ਸਾਹਿਬ ਤੁਸੀਂ ਕਈ ਥਾਵਾਂ ਦੇ ਉੱਪਰ ਪ੍ਰਮੋਸ਼ਨ ਕਰਦੇ ਦੇਖੋਗੇ। ਪਰ ਗੁਰਦਾਸਪੁਰ ਦੇ ਵਿੱਚ ਕੀ ਹਾਲਾਤ ਨੇ, ਤੇ ਉੱਥੇ ਸਨੀ ਦਿਓਲ ਸਾਹਿਬ ਕਿੰਨਾ ਕੁ ਚਿਰ ਆਏ ਨੇ ਜਾਂ ਕਦੋਂ ਕੁ ਆਏ ਨੇ, ਇਹਦਾ ਜ਼ਰੂਰ ਖਿਆਲ ਰੱਖਿਆ ਜਾਵੇ। ਦੇਖੋ, ਐਜ਼ ਏ ਕਲਾਕਾਰ ਉਹਨਾਂ ਦੀ ਰਿਸਪੈਕਟ ਹੈ, ਉਹਨਾਂ ਦਾ ਉਹ ਗੱਲ ਵੱਖਰੀ ਆ। ਐਜ਼ ਏ ਖਿਡਾਰੀ ਹਰਭਜਨ ਸਿੰਘ ਹੋਰਾਂ ਦਾ ਸਤਿਕਾਰ ਆ, ਵੱਖਰੀ ਗੱਲ ਹੈ। ਪਰ ਜਦੋਂ ਆਪਾਂ ਰਾਜਨੀਤੀ ਦੀ ਗੱਲ ਕਰਦੇ ਹਾਂ, ਰਾਜਨੀਤੀ ਦੀਆਂ ਜ਼ਿੰਮੇਵਾਰੀਆਂ, ਉੱਥੇ ਲੋਕਾਂ ਦੇ ਲਈ ਕੰਮ ਕਰਨਾ, ਲੋਕਾਂ ਲਈ ਪਹੁੰਚਣਾ, ਆਪਣੇ ਲੋਕਾਂ ਲਈ ਖਲੋਣਾ, ਉਹਦੀ ਡਿਮਾਂਡ ਹੋਰ ਹੁੰਦੀ ਹੈ। ਜੇ ਉਸ ਡਿਮਾਂਡ ਦੇ ਉੱਪਰ ਉਹ ਬੰਦਾ ਨਹੀਂ ਪੂਰਾ ਉਤਰ ਸਕਦਾ ਆਪਣੇ ਰੁਝੇਵਿਆਂ ਕਰਕੇ, ਤੇ ਮੇਰਾ ਖਿਆਲ ਉਦੋਂ ਜਾਂ ਤਾਂ ਟਿਕਟ ਤੋਂ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਨੁਮਾਇੰਦਗੀ ਹੋਵੇ ਉਹਦੇ ਤੋਂ ਉਦੋਂ ਇਨਕਾਰ ਕਰ ਲਿਆ ਜਾਵੇ, ਤੇ ਸਗੋਂ ਜਿਹੜੀ ਬਣੀ ਬੱਤਰੀ ਹੁੰਦੀ ਉਹ ਬਣੀ ਰਹਿ ਜਾਂਦੀ ਹੈ। ਨਹੀਂ ਤੇ ਬਾਅਦ ਦੇ ਵਿੱਚ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ, ਰਾਜਨੀਤੀ ਦੇ ਛੱਜ 'ਚ ਪੈ ਕੇ ਕੋਈ ਕਲਾਕਾਰ ਹੋਵੇ, ਕੋਈ ਖਿਡਾਰੀ ਹੋਵੇ, ਉਹਨੂੰ ਛੱਟਿਆ ਜਾਂਦਾ, ਤੇ ਫਿਰ ਹੋ ਸਕਦਾ ਉਹਨਾਂ ਦੇ ਫੈਨਸ ਨੂੰ ਵੀ ਬੁਰਾ ਲੱਗਦਾ ਹੋਵੇ ਵੀ ਕਿਉਂ ਕਹਿੰਦੇ ਆ। ਪਰ ਜਿਹੜੇ ਲੋਕਾਂ ਦਾ ਉਹ ਨੁਮਾਇੰਦਾ ਆ, ਉਹਨਾਂ ਦੇ ਲਈ ਜੇਕਰ ਕੰਮ ਨਹੀਂ ਹੋਊਗਾ ਤੇ ਫਿਰ ਉਹਨਾਂ ਨੇ ਤੇ ਕਹਿਣਾ ਹੀ ਆ ਨਾ। ਨਹੀਂ, ਬਹੁਤ ਜ਼ਰੂਰੀ ਹੈ ਜੀ। ਅਸੀਂ ਸਾਰਿਆਂ ਤੋਂ ਉਮੀਦ ਕਰਦੇ ਹਾਂ ਕਿ ਭਾਈ ਹੁਣ ਤੁਸੀਂ ਘਰੇ ਨਾ ਬੈਠੋ। ਜਦੋਂ ਜਿਸ ਸੂਬੇ ਦੀ, ਜਿਸ ਦੇਸ਼ ਦੀ ਤੁਸੀਂ ਪ੍ਰਤੀਨਿਧਤਾ ਕਰਦੇ ਹੋ, ਜਦੋਂ ਉਹ ਸਮੱਸਿਆ ਦੇ ਵਿੱਚ ਘਿਰਿਆ, ਤਾਂ ਤੁਹਾਡਾ ਸਰਾਣੇ ਥੱਲੇ ਬਾਂਹ ਦੇ ਕੇ ਸੌਣ ਦਾ ਕੋਈ ਮਤਲਬ ਨਹੀਂ ਹੈ। ਲੋਕ ਫਿਰ ਤੁਹਾਨੂੰ ਮਾਫ ਨਹੀਂ ਕਰਦੇ। ਮੈਂ ਸੰਧਾਲੀਆ ਸਾਹਿਬ ਤੁਹਾਨੂੰ ਥੋੜੇ ਮਿੰਟਾਂ ਦੇ ਲਈ ਮਣੀਪੁਰ ਲੈ ਕੇ ਜਾਣਾ ਹੈ। ਭਾਰਤ ਦਾ ਇੱਕ ਸੂਬਾ ਹੈ, ਜਿੱਦਾਂ ਪੰਜਾਬ ਸੂਬਾ। ਉਸ ਸੂਬੇ ਦੇ ਵਿੱਚ 2-2.5 ਮਹੀਨੇ ਪੁਰਾਣੀ ਇੱਕ ਵੀਡੀਓ ਵਾਇਰਲ ਹੋ ਗਈ। ਆਪਾਂ ਸਾਰੇ ਜਾਣਦੇ ਹਾਂ ਕਿ ਉੱਥੇ ਦੋ ਭਾਈਚਾਰਿਆਂ ਦੀ ਆਪਸ ਵਿੱਚ ਟਸਲ ਹੈ। ਸੈਂਕੜੇ ਲੋਕ ਮਾਰੇ ਜਾ ਚੁੱਕੇ ਆ, ਹਜ਼ਾਰਾਂ ਲੋਕ ਜ਼ਖਮੀ ਹੋ ਗਏ, ਤੇ ਲੱਖਾਂ ਲੋਕ ਮਣੀਪੁਰ ਦੇ ਵਿੱਚ ਆਪਣੇ ਘਰ-ਬਾਰ ਛੱਡ ਕੇ ਤੇ ਕੈਂਪਾਂ ਦੇ ਵਿੱਚ ਸ਼ਰਨ ਲੈਣ ਦੇ ਲਈ ਮਜਬੂਰ ਨੇ। ਬਿਲਕੁਲ ਮਣੀਪੁਰ ਦੇ ਵਿੱਚ ਘਰ-ਬਾਰ ਛੱਡਣੇ ਪਏ ਆ। ਹੁਣ ਪਹਿਲੀ ਗੱਲ ਇਹ ਕਿ ਨਫ਼ਰਤ ਕਿਹਨੇ ਭਰ ਦਿੱਤੀ? ਆਮ ਬੰਦਾ ਤਾਂ ਨਫ਼ਰਤ ਵਾਲਾ ਨਹੀਂ ਹੁੰਦਾ। ਸੰਧਾਲੀਆ ਸਾਹਿਬ ਕੋਈ ਹੋਰ ਲੀਡਰ ਟਾਈਪ ਬੰਦਾ, ਮੈਂ ਨਹੀਂ ਕਹਿੰਦਾ ਪੋਲੀਟੀਕਲ ਲੀਡਰ ਕੱਲਾ, ਉਹ ਫਿਰ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਹੁੰਦੇ ਆ, ਕਿਉਂਕਿ ਉਹਨਾਂ ਦਾ ਤੋੜੀ ਫੁਲਕਾ ਚੱਲਦਾ ਹੀ ਤਾਂ ਆ। ਲੋਕਾਂ ਨੂੰ ਸਿਆਣੇ ਹੋਣਾ ਚਾਹੀਦਾ। ਹੁਣ ਜਿਹੜੀ ਵੀਡੀਓ ਆਈ ਹੈ, ਉਸ ਵੀਡੀਓ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਆਖਿਆ, ਪ੍ਰਧਾਨ ਮੰਤਰੀ ਸਾਹਿਬ ਨੇ ਵੀ ਆਖਿਆ, ਮੁੱਖ ਮੰਤਰੀ ਮਣੀਪੁਰ ਨੇ ਵੀ ਆਖਿਆ। ਵੀਡੀਓ ਕੀ ਹੈ ਕਿ 2 ਔਰਤਾਂ ਨੂੰ ਨੰਗਿਆਂ ਕਰਕੇ ਘੁਮਾਇਆ ਜਾਂਦਾ। 2023 ਦੇ ਵਿੱਚ ਦੇਸ਼ ਜਿਹੜਾ ਸਾਡਾ ਸਭ ਤੋਂ ਵੱਡਾ ਦੁਨੀਆ ਦਾ ਲੋਕਤੰਤਰ ਹੈ, ਉਹਦੇ ਵਿੱਚ ਜਦੋਂ ਅਸੀਂ ਇੱਕ ਪਾਸੇ ਪਲਾਟ ਦੇ ਉੱਤੇ ਗਾਉਣ ਡਏ ਆ ਕੱਲੇ-ਕੱਲੇ ਪਲੈਨਟ ਨੂੰ, ਤੇ ਦੂਸਰੇ ਪਾਸੇ ਜਦੋਂ ਅਸੀਂ ਕਹਿੰਦੇ ਅਸੀਂ ਚੰਦ ਤੇ ਚਲੇ ਜਾਣਾ, ਅਸੀਂ ਦੂਸਰੀ ਜਿਹੜੇ ਦੇਸ਼ਾਂ ਦੇ ਬਹੁਤ ਸਾਰੇ ਉਪਗ੍ਰਹਿ ਲੈ ਕੇ ਇਸ ਪਲਾਟ ਦੇ ਵਿੱਚ ਛੱਡ ਕੇ ਆਉਣੇ ਆ, ਤੇ ਉਸ ਵੇਲੇ ਉਸੇ 2023 ਦੇ ਵਿੱਚ ਸਾਡੇ ਭਾਰਤ ਦੇ ਵਿੱਚ ਕੀ ਹੋ ਰਿਹਾ? ਸਾਡੇ ਭਾਰਤ ਦੇ ਵਿੱਚ ਇਹ ਘਟਨਾ ਕੋਈ ਸੌਖੀ ਨਹੀਂ। ਇੱਕ ਭਾਈਚਾਰੇ ਦੇ 800 ਤੋਂ ਲੈ ਕੇ 1000 ਤੱਕ ਲੋਕਾਂ ਨੇ ਇੱਕ ਪਿੰਡ ਦੇ ਉੱਤੇ ਹਮਲਾ ਕਰ ਦਿੱਤਾ। ਉੱਥੇ ਘਰਾਂ ਨੂੰ ਲੁੱਟ ਮਾਰਿਆ, ਜਿਹੜਾ ਬੰਦਾ ਦਿਸਿਆ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ। ਫਿਰ ਘਰਾਂ ਨੂੰ ਬਾਅਦ ਵਿੱਚ ਅੱਗ ਲਾਤੀ। 3 ਔਰਤਾਂ ਦੇ ਬਾਬਤ ਪਤਾ ਲੱਗਾ ਕਿ 3 ਔਰਤਾਂ ਉਹਨਾਂ ਦੇ ਹੱਥ ਆ ਗਈਆਂ। 800 ਤੋਂ 1000 ਬੰਦੇ ਦੀ ਭੀੜ ਹੈ। ਇੱਕ ਔਰਤ ਦਾ ਤਾਂ ਨਹੀਂ ਬਾਅਦ ਵਿੱਚ ਪਤਾ ਲੱਗਿਆ ਕਿ ਕਿਵੇਂ ਬਚੀ, ਪਰ ਇੱਕ 40 ਸਾਲ ਦੀ ਔਰਤ ਤੇ ਇੱਕ 21 ਸਾਲ ਦੀ ਜਿਹੜੀ ਮੁਟਿਆਰ ਉਹਨਾਂ ਦੇ ਹੱਥ ਆ ਗਈ। ਉਹਨਾਂ ਨੂੰ ਕਿਹਾ ਕੱਪੜੇ ਲਾਉਣੀ ਤੇ ਗੋਲੀ ਮਾਰ ਦੇਣੀ ਹੈ। ਮਜਬੂਰੀ 'ਚ ਉਹਨਾਂ ਨੂੰ ਕੱਪੜੇ ਲਾਉਣੇ ਪਏ। 800 ਬੰਦੇ ਦੀ ਭੀੜ ਦੇ ਮੂਹਰੇ ਉਹਨਾਂ ਨੂੰ ਅਲਫ ਨੰਗਿਆਂ ਕਰਕੇ ਤੋਰਿਆ ਗਿਆ। ਕੁਝ ਬੰਦੇ ਉਹਨਾਂ ਦੇ ਨਾਲ ਛੇੜਖਾਨੀਆਂ ਕਰਦੇ ਸੀ। ਫਿਰ ਉਹਨਾਂ ਦੇ ਵਿੱਚੋਂ ਇੱਕ ਨੂੰ ਧੂ ਕੇ ਖੇਤਾਂ ਦੇ ਵਿੱਚ ਲਿਜਾਇਆ ਗਿਆ, ਉਹਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। 21 ਸਾਲ ਦੀ ਜਿਹੜੀ ਮੁਟਿਆਰ ਹੈ, ਜੋ ਹੁਣ ਤੱਕ ਦੀਆਂ ਖਬਰਾਂ ਨੇ, ਹਾਲਾਂਕਿ ਫੋਰੈਂਸਿਕ ਲੈਬ ਨੂੰ ਭੇਜੀ ਆ ਵੀਡੀਓ। ਸੰਧਾਲੀਆ ਸਾਹਿਬ, ਜਦੋਂ ਉਹਦਾ ਭਰਾ ਕਿਸੇ ਦੀ ਭੈਣ ਦੇ ਨਾਲ ਆ ਕੁਛ ਹੋਊਗਾ, ਬਚਾਉਣ ਆਊਗਾ ਨਾ, ਭਰਾ ਜਦੋਂ ਬਚਾਉਣਾ ਹੈ ਉਹਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ 25, 30, 40, 45 ਸਾਲ ਪਹਿਲਾਂ ਦੀ ਨਹੀਂ, 1947 ਦੀ ਨਹੀਂ, ਇਹ ਘਟਨਾ 2023 ਦੀ ਹੈ। ਉਹਦੇ ਤੋਂ ਬਾਅਦ ਜੇ ਇਹ ਘਟਨਾ ਸੱਚ ਹੈ, ਜਿਸ ਤਰੀਕੇ ਚਰਚਾ ਚੱਲੀ ਹੈ, ਮਾਨਯੋਗ ਸੁਪਰੀਮ ਕੋਰਟ ਨੇ ਕਿਹਾ, ਉਹ ਕਹਿੰਦੇ ਸਰਕਾਰ ਤੁਰੰਤ ਐਕਸ਼ਨ ਲਵੇ। ਅਸੀਂ ਬਹੁਤ ਜ਼ਿਆਦਾ ਅਸਹਿਜ ਮਹਿਸੂਸ ਕਰ ਰਹੇ ਹਾਂ। ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਆਪਣੇ ਆਪ, ਸਰਕਾਰ ਐਕਸ਼ਨ ਲਵੇ, ਨਹੀਂ ਤਾਂ ਅਸੀਂ ਹੁਕਮ ਦੇਵਾਂਗੇ। ਜ਼ਰੂਰੀ ਬਣਦਾ ਹੈ। ਮਾਨਯੋਗ ਸੁਪਰੀਮ ਕੋਰਟ ਸਾਡੇ ਦੇਸ਼ ਦੀ ਸਰਵਉੱਚ ਅਦਾਲਤ ਦਾ ਇਹ ਕਹਿਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ 140 ਕਰੋੜ ਭਾਰਤੀਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਬੀਰੇਨ ਸਿੰਘ ਉੱਥੋਂ ਦੇ ਮੁੱਖ ਮੰਤਰੀ ਨੇ, ਉਹ ਕਹਿੰਦੇ ਇਹਨਾਂ ਲੋਕਾਂ ਦੇ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ,
ਤੁਹਾਡਾ ਸਾਰਿਆਂ ਦਾ ਸਤਿਕਾਰ। ਪਰ ਜੇ ਇਹ ਘਟਨਾ ਮਈ ਮਹੀਨੇ ਦੇ ਪਹਿਲੇ ਹਫ਼ਤੇ ਵਾਪਰ ਗਈ ਸੀ, ਸਾਰਾ ਮਈ ਕਿਸੇ ਨੂੰ ਪਤਾ ਨਹੀਂ ਲੱਗਿਆ। ਸੂਬਾ ਸਰਕਾਰ ਵਾਲੇ ਸਾਰਾ ਜੂਨ ਤੁਹਾਨੂੰ ਪਤਾ ਨਹੀਂ ਲੱਗਿਆ। ਤੁਹਾਨੂੰ 17 ਜੁਲਾਈ ਤੱਕ ਪਤਾ ਹੀ ਨਾ ਲੱਗਿਆ। ਤੁਹਾਡੇ ਸੂਬੇ ਦੇ ਵਿੱਚ ਇੱਕ ਪਿੰਡ ਦੇ ਬਹੁਤੇ ਘਰ ਸਾੜ ਦਿੱਤੇ ਹੋਣ, ਉੱਥੇ ਬੰਦਿਆਂ ਦਾ ਕਤਲ ਕਰ ਦਿੱਤਾ ਗਿਆ ਹੋਵੇ, ਉੱਥੇ ਘਰਾਂ ਦੀ ਲੁੱਟਮਾਰ ਕੀਤੀ ਹੋਵੇ। 2.5-3 ਮਹੀਨਿਆਂ ਦੇ ਵਿੱਚ ਸੂਬੇ ਦੀ ਸਰਕਾਰ ਦੇ ਕੰਨ 'ਚ ਆ ਕੇ ਕਿਸੇ ਨੇ ਫੂਕ ਹੀ ਨਹੀਂ ਮਾਰੀ ਕਿ ਉੱਥੇ ਔਰਤਾਂ ਦੇ ਨਾਲ ਵੀ ਆ ਕੁਝ ਹੋਇਆ। ਜੇ ਵੀਡੀਓ ਸਾਹਮਣੇ ਨਾ ਆਉਂਦੀਆਂ ਤੇ ਇਹਦਾ ਮਤਲਬ ਹੈ ਕਿ ਮਾਮਲਾ ਠੰਡੇ ਬਸਤੇ 'ਚ ਸੀ। ਜੇ ਵੀਡੀਓ ਸਾਹਮਣੇ ਨਾ ਆਉਂਦੀਆਂ ਤੇ ਇਹਦਾ ਮਤਲਬ ਹੈ ਕਿ ਠੀਕ ਹੈ, ਜੋ ਹੋਣਾ ਸੀ ਹੋ ਗਿਆ। ਇਹ 2.5 ਮਹੀਨੇ ਉਹਨਾਂ ਔਰਤਾਂ ਦੇ ਉੱਤੇ ਕੀ ਬੀਤੀ ਹੋਏਗੀ, ਇਹ ਆਪਣੇ ਆਪ ਦੇ ਵਿੱਚ ਸੰਧਾਲੀਆ ਸਾਹਿਬ ਬਹੁਤ ਵੱਡਾ ਸਵਾਲ ਹੈ। ਜਦੋਂ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵਿਦੇਸ਼ ਜਾਂਦੇ ਆ, ਉੱਥੇ ਜਾ ਕੇ ਦੁਨੀਆ ਵਾਹ-ਵਾਹ ਕਰਦੀ ਹੈ, ਸਾਨੂੰ ਮਾਣ ਹੁੰਦਾ ਕਿ ਭਾਈ ਚਲੋ ਠੀਕ ਹੈ, ਭਾਰਤ ਤਰੱਕੀ ਕਰ ਰਿਹਾ। ਪਰ ਉਸ ਤਰੱਕੀ ਦਾ ਕਰਾਂਗੇ ਕੀ ਜੇ ਸਾਡੇ ਦੇਸ਼ ਦੇ ਵਿੱਚ ਆ ਕੁਝ ਘਟਨਾਵਾਂ ਘਟ ਰਹੀਆਂ? ਕੌਣ ਫੈਲਾਉਂਦਾ ਇੰਨੀ ਨਫ਼ਰਤ? ਇਸੇ ਮਣੀਪੁਰ ਦੇ ਵਿੱਚ ਇੱਕ ਬੱਚਾ ਜ਼ਖਮੀ ਸੀ, ਬਿਮਾਰ ਸੀ, ਉਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਜਾ ਰਹੀ ਸੀ ਉਹਦੀ ਮਾਂ, ਇੱਕ ਉਹਦੀ ਰਿਸ਼ਤੇਦਾਰ ਔਰਤ ਤੇ ਡਰਾਈਵਰ ਐਂਬੂਲੈਂਸ ਦਾ। ਭੀੜ ਉਹਨਾਂ ਨੂੰ ਰਾਹ ਦੇ ਵਿੱਚ ਰੋਕਦੀ ਹੈ, ਡਰਾਈਵਰ ਭੱਜ ਜਾਂਦਾ, ਔਰਤ ਇੱਕ ਨਿਕਲ ਕੇ ਭੱਜ ਜਾਂਦੀ ਹੈ। ਬੱਚੇ ਨੂੰ ਤੇ ਉਹਦੀ ਮਾਂ ਨੂੰ ਐਂਬੂਲੈਂਸ ਦੇ ਵਿੱਚ ਜਿਉਂਦਿਆਂ ਸਾੜ ਦਿੱਤਾ ਜਾਂਦਾ। ਸੰਧਾਲੀਆ ਸਾਹਿਬ, ਕਈ ਵਾਰੀ ਘਟਨਾਵਾਂ ਰਲਦੀਆਂ ਨਹੀਂ ਹੁੰਦੀਆਂ, ਸਰਕਮਸਟੈਂਸਸ ਹੋਰ ਹੁੰਦੇ ਆ, ਪਰ ਜਿਉਂਦੇ ਸਾੜ ਦੇਣ ਦੀਆਂ ਘਟਨਾਵਾਂ ਤਾਂ ਆਪਾਂ 47 ਚ ਸੁਣੀਆਂ ਸੀ, ਆਪਾਂ 84 ਚ ਸੁਣੀਆਂ ਸੀ, 2023 ਚ ਵੀ ਹੋਈ ਜਾਂਦੀਆਂ। ਕਮਾਲ ਹੋ ਗਈ ਹੈ। ਇਹ ਕਿਵੇਂ ਸਹਿਣ ਕੀਤਾ ਜਾ ਸਕਦਾ? ਕੌਣ ਭਰਦਾ ਇੰਨੀ ਨਫ਼ਰਤ? ਕੌਣ ਦੇਸ਼ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਨਾਲ ਇੰਨਾ ਦੁਸ਼ਮਣ ਬਣਾ ਕੇ ਪੇਸ਼ ਕਰਦਾ ਹੈ? ਇਹ 2.5 ਮਹੀਨੇ ਗੱਲ ਖੁੱਲੀ ਕਿਉਂ ਨਹੀਂ? ਜੇ ਖੁੱਲੀ ਸੀ ਤਾਂ ਉਹਦੇ ਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ? ਅੱਜ ਵੀ ਲੱਖਾਂ ਲੋਕ ਘਰ ਛੱਡ ਕੇ ਕੈਂਪਾਂ ਦੇ ਵਿੱਚ ਮਣੀਪੁਰ ਦੇ ਵਿੱਚ ਬੈਠੇ ਆ ਤੇ ਸਾਡੇ ਲੀਡਰ ਪ੍ਰਚਾਰ ਕਰਦੇ ਫਿਰਦੇ ਆ। ਸਾਡੇ ਲੀਡਰ ਦੋਏ ਧਿਰਾਂ ਦੇ, ਤੁਸੀਂ ਗੱਠਜੋੜ ਕਰਦੇ ਫਿਰਦੇ ਹੋ। ਤੁਹਾਨੂੰ ਭਾਰਤ ਦੇ ਲੱਖਾਂ ਨਾਗਰਿਕ ਜਿਹੜੇ ਨੇ ਉਹਨਾਂ ਦੀ ਪਰਵਾਹ ਕੋਈ ਨਹੀਂ। ਸੰਧਾਲੀਆ ਸਾਹਿਬ, ਘਟਨਾ ਸ਼ਰਮਸਾਰ ਕਰਨ ਵਾਲੀ ਹੈ। ਜਿੰਨੀ ਠੋਕ ਕੇ ਹੋ ਸਕਦਾ ਕਾਰਵਾਈ ਹੋਵੇ, ਨਹੀਂ ਤਾਂ ਜਿਹੜੀ ਘਟਨਾ 47 ਚ ਸੀ ਮੁੜ ਕੇ 84 ਹੋਇਆ, 2023 ਹੋਇਆ, 46 ਚ ਫਿਰ ਭਾਲ ਲਿਓ। ਵੈਸੇ ਬਾਰ ਸਾਹਿਬ, ਆਪਾਂ ਮੇਰਾ ਖਿਆਲ ਉਦੋਂ ਜਦੋਂ ਤੋਂ ਇਹ ਘਟਨਾਕ੍ਰਮ ਚੱਲਿਆ ਨਾ, ਉਦੋਂ ਤੋਂ ਰੁਕ ਕੇ ਵਿੱਚ ਗੱਲ ਕਰਦੇ ਹੀ ਰਹੇ ਆ। ਤੇ ਅਕਸਰ ਆਪਾਂ ਇਹ ਕਹਿੰਦੇ ਵੀ ਹੁੰਦੇ ਸੀ ਵੀ ਯਾਰ ਉਸ ਪਾਸੇ ਦੇ ਭਾਰਤ ਬਾਰੇ ਆਪਾਂ ਨੂੰ ਬਹੁਤਾ ਫਿਕਰ ਹੈ ਨਹੀਂ। ਆਪਾਂ ਨੂੰ ਐਂ ਲੱਗਦਾ ਵੀ ਯਾਰ ਭਾਰਤ ਦਾ ਇੱਕ ਦੂਸਰਾ ਹਿੱਸਾ, ਉੱਥੇ ਕੋਈ ਦੋ ਹੋ ਸਕਦਾ ਵੀ ਦੋ ਧੜਿਆਂ ਦੇ ਵਿੱਚ ਕੋਈ ਆਪਸੀ ਲੜਾਈ ਹੋਵੇ, ਰੰਜਿਸ਼ ਹੋਵੇ। ਪਰ ਤੁਸੀਂ ਇੱਕ ਗੱਲ ਨੋਟ ਕਰੋ ਵੀ ਇਹ ਜਿਹੜੀ ਵੀਡੀਓ ਸਾਹਮਣੇ ਆਈ ਹੈ, ਇਹ ਗੱਲ ਠੀਕ ਹੈ ਤੁਹਾਡੀ ਕਿ ਮਈ ਮਹੀਨੇ ਦੀ ਹੈ, ਪਰ ਜਿਹੜੀ ਉਹ ਵੀਡੀਓ ਸਾਹਮਣੇ ਆਈ ਹੈ ਨਾ, ਉਹ ਉਹਨਾਂ ਲੋਕਾਂ ਨੇ ਨਹੀਂ ਬਣਾਈ ਜਿਨ੍ਹਾਂ ਦੀਆਂ ਉਹ ਧੀਆਂ ਭੈਣਾਂ ਸੀਗੀਆਂ ਜਾਂ ਜਿਨ੍ਹਾਂ ਦੇ ਉੱਪਰ ਇਹ ਤਸ਼ੱਦਦ ਹੋਇਆ। ਉਹ ਵੀਡੀਓ ਕਿਸੇ ਉਸ ਨੇ ਬਣਾਈ ਜਿਨ੍ਹਾਂ ਨੇ ਸਾਰਾ ਕੁਝ ਕੀਤਾ। ਇਹਦਾ ਮਤਲਬ ਇਹ ਹੋ ਗਿਆ ਕਿ ਜੇ 2-2.5 ਮਹੀਨੇ ਪਹਿਲਾਂ ਉਹਨਾਂ ਨੇ ਸਾਰਾ ਕੁਝ ਕੀਤਾ ਸੀ ਤੇ ਆਪਣੇ ਇਸ ਕ੍ਰਾਈਮ ਨੂੰ ਉਹਨਾਂ ਨੇ ਕੈਮਰੇ 'ਚ ਕੈਦ ਕਰ ਲਿਆ, ਫਿਰ ਹੋ ਸਕਦਾ ਵੀ ਇੱਧਰੋਂ ਉੱਧਰੋਂ ਕਿਤੇ ਸ਼ੇਖੀ ਦੇ ਵਿੱਚ ਕਿਸੇ ਨੇ ਇੱਕ ਨੂੰ ਵਿਖਾਈ ਹੋਵੇ, ਆਹ ਦੇਖ ਅਸੀਂ ਕੀ ਕੀਤਾ ਸੀ, ਫਿਰ ਦੂਜੇ ਨੇ ਵਿਖਾਈ ਹੋਵੇ, ਫਿਰ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਪਹੁੰਚਦੀ ਹੁਣ ਜਾ ਕੇ ਉਹ ਬਾਹਰ ਆਈ ਹੋਵੇ। ਪਰ ਇਹ ਗੱਲ ਤੁਹਾਡੀ ਠੀਕ ਹੈ ਵੀ ਇਹ ਤੇ ਹੋ ਗਈ ਵੀਡੀਓ। ਹੁਣ ਜਦੋਂ ਪੂਰੇ ਦੇਸ਼ ਦੇ ਵਿੱਚ ਘੁੰਮੀ ਆ, ਮੀਡੀਆ ਦੇ ਸਾਹਮਣੇ ਆਈ ਆ, ਤੇ ਹੁਣ ਜਾ ਕੇ ਇਸ ਚੀਜ਼ ਦਾ ਰੌਲਾ ਪਿਆ। ਤੇ ਹੁਣ ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਮੂੰਹੋਂ ਵੀ ਸੁਣਿਆ ਕਿ ਵੀ ਇਹ ਬਹੁਤ ਜ਼ਿਆਦਾ ਇਸ ਵਕਤ ਗੁੱਸਾ ਤੇ ਇਹਦਾ ਹੱਲ ਜ਼ਰੂਰ ਹੋਊਗਾ, ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਸੁਪਰੀਮ ਕੋਰਟ ਨੇ ਵੀ ਕਿਹਾ, ਵਿਰੋਧੀ ਪਾਰਟੀਆਂ ਵੀ ਸ਼ੁਰੂ ਹੋ ਗਈਆਂ, ਹਰੇਕ ਨੇ ਕਿਹਾ ਵੀ ਉੱਥੇ ਬੀਜੇਪੀ ਦੀ ਸਰਕਾਰ ਬਰਖਾਸਤ ਕਰਨੀ ਚਾਹੀਦੀ ਹੈ। ਇਹ ਕੀਤਾ ਕੀ ਜਾ ਰਿਹਾ? ਪਰ ਗੱਲ ਇਹ ਆ ਵੀ ਜਿਹੜੇ ਲੋਕਾਂ ਦੀ ਸਰਕਾਰ ਉਦੋਂ ਸੀਗੀ ਉੱਥੇ, ਇਹਦਾ ਮਤਲਬ ਇਹ ਹੋ ਗਿਆ ਵੀ ਇੰਨੇ ਚਿਰ ਤੋਂ ਜਿਹੜੇ ਲੋਕ ਆਪਸ ਦੇ ਵਿੱਚ ਲੜੀ ਜਾਂਦੇ ਸੀ, ਜਿੱਦਾਂ ਹੁਣ ਤੁਸੀਂ ਇਹ ਐਂਬੂਲੈਂਸ ਵਾਲੀ ਘਟਨਾ ਦਾ ਜ਼ਿਕਰ ਕੀਤਾ, ਇਹ ਕਿਉਂਕਿ ਉਸ ਤੋਂ ਬਾਅਦ ਦੀ ਘਟਨਾ ਹੋ ਸਕਦਾ ਵੀ ਇਹ ਉਹ ਦੂਸਰੇ ਧੜੇ ਦੀ ਕਾਰਵਾਈ ਹੋਵੇ ਵੀ ਤੁਸੀਂ ਸਾਡੀਆਂ ਧੀਆਂ ਭੈਣਾਂ ਦੇ ਨਾਲ ਆਹ ਕੀਤਾ ਸੀ, ਅਸੀਂ ਤੁਹਾਡੇ ਨਾਲ ਆਹ ਕਰਾਂਗੇ। ਪਰ ਜਦੋਂ ਐਂਬੂਲੈਂਸ ਵਾਲੀ ਘਟਨਾ ਸਾਹਮਣੇ ਆਈ ਸੀ, ਉਦੋਂ ਆਪਾਂ ਨੂੰ ਉਹ ਲੋਕ ਗਲਤ ਲੱਗੇ ਸੀ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਸੀ। ਪਰ ਜਦੋਂ ਹੁਣ ਇਹ ਵੀਡੀਓ ਦੇਖੀ ਤੇ ਆਪਾਂ ਨੂੰ ਲੱਗਦਾ ਵੀ ਨਹੀਂ, ਉਹਨਾਂ ਦੇ ਨਾਲ ਵੀ ਉਸ ਤੋਂ ਮਾੜਾ ਹੋ ਚੁੱਕਾ ਸੀ। ਪਰ ਇਹ ਸਾਰਾ ਕੁਝ ਦੇਸ਼ ਦੇ ਸਾਹਮਣੇ ਤੇ ਹੁਣ ਆਇਆ ਨਾ। ਜਿਹੜੇ ਲੋਕਾਂ ਦੀ ਉੱਥੇ ਜ਼ਿੰਮੇਵਾਰੀ ਬਣਦੀ ਸੀ, ਜਿਨ੍ਹਾਂ ਲੋਕਾਂ ਨੇ ਉਹਨਾਂ ਤੇ ਰਾਜ ਕਰਨਾ, ਜਿਨ੍ਹਾਂ ਨੇ ਵੋਟਾਂ ਲਈਆਂ, ਉਹਨਾਂ ਨੂੰ ਸਭ ਤੋਂ ਪਹਿਲਾਂ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਸੀ ਵੀ ਯਾਰ ਆਹ ਘਟਨਾ ਘਟ ਗਈ ਆ। ਇਹ ਨਾ ਹੋਵੇ ਕੱਲ੍ਹ ਨੂੰ ਇਹਦਾ ਕੋਈ ਰਾਜ਼ ਖੁੱਲ੍ਹੇ ਜਾਂ ਬਾਹਰ ਜਾਵੇ ਤੇ ਫਿਰ ਆਪਾਂ ਕਿਸੇ ਨੂੰ ਕੀ ਜਵਾਬ ਦੇਵਾਂਗੇ। ਇਹ ਸਾਰੇ ਕੁਝ ਨੂੰ ਹੁਣ ਢੱਕ ਲਈਏ। ਪਰ ਇੱਕ ਚੀਜ਼ ਮੈਨੂੰ ਲੱਗਦਾ ਵੀ ਇਹਦੇ ਤੋਂ ਜਿਹੜੀ ਵੱਡੀ ਸਿੱਖਿਆ ਲੈਣੀ ਚਾਹੀਦੀ ਹੈ, ਉਹ ਲੈਣੀ ਚਾਹੀਦੀ ਪੋਲੀਟੀਕਲ ਲੀਡਰਾਂ ਨੂੰ, ਜਿਨ੍ਹਾਂ ਨੂੰ ਇਹ ਹੁੰਦਾ ਵੀ ਜਿੰਨਾ ਹਿੱਸਾ ਹੋ ਸਕੇ ਪਾੜ ਲਓ, ਵੰਡ ਲਓ, ਲੋਕਾਂ ਨੂੰ ਅੱਡੋ ਅੱਡ ਕਰ ਲਓ, ਫਿਰ ਉਹਨਾਂ ਦੀਆਂ ਵੋਟਾਂ ਲੈ ਲਓ, ਫਿਰ ਉਹਨਾਂ 'ਤੇ ਰਾਜ ਕਰ ਲਓ। ਇਹ ਜਿਹੜਾ ਕੰਮ ਹੈ ਨਾ, ਹੁਣ 2023 'ਚ ਆਪਾਂ ਜੇ ਬੰਦ ਕਰ ਦਈਏ, ਆਪਾਂ ਜੇ ਮੁਲਕ ਨੂੰ ਇਕੱਠਿਆਂ ਕਰ ਲਈਏ, ਲੋਕਾਂ ਨੂੰ ਇਕਜੁੱਟ ਕਰ ਲਈਏ, ਉਸ ਤੋਂ ਬਾਅਦ ਵਿਕਾਸ ਦੇ ਨਾਂ ਦੇ ਉੱਪਰ, ਗਾਂ ਤਰੱਕੀ ਦੇ ਨਾਂ ਦੇ ਉੱਪਰ, ਇੱਕ ਦੇਸ਼ ਦੇ ਨਾਂ ਦੇ ਉੱਪਰ ਰਾਜਨੀਤੀ ਕਰ ਲਈਏ, ਤੇ ਸ਼ਾਇਦ ਆਉਣ ਵਾਲੇ ਟਾਈਮ 'ਚ ਇਹ ਘਟਨਾਵਾਂ ਨਾ ਹੋਣ। ਨਹੀਂ ਤਾਂ ਜਿੱਦਾਂ ਤੁਸੀਂ ਆਹ ਕਿਹਾ ਕਿ ਵਿੱਚ 47 'ਚ ਦੇਖੀਆਂ, ਜਾਂ ਕਹਿ ਲਓ ਕਿ ਸਿੱਖ ਭਾਈਚਾਰੇ ਨੇ ਦਿੱਲੀ 84 'ਚ ਦੇਖੀਆਂ ਸੀ। ਉਸ ਤੋਂ ਇਲਾਵਾ ਆਪਾਂ ਜੇ ਗੁਜਰਾਤ ਦਾ ਜ਼ਿਕਰ ਕਰ ਲਈਏ, ਉੱਥੇ ਵੀ ਹੋਈਆਂ ਸੀ। ਕਈ ਵਾਰਾਂ ਜੰਮੂ ਕਸ਼ਮੀਰ ਵਾਲੇ ਪਾਸਿਓਂ ਸਾਹਮਣੇ ਆ ਜਾਂਦੀਆਂ।
ਇਹੋ ਜਿਹੀਆਂ ਘਟਨਾਵਾਂ ਕਈ ਥਾਵਾਂ ਤੋਂ ਸਾਹਮਣੇ ਆਉਂਦੀਆਂ ਰਹਿਣਗੀਆਂ ਭਵਿੱਖ 'ਚ ਵੀ, ਜੇ ਆਪਾਂ ਰਾਜਨੀਤੀ ਦਾ ਪੈਟਰਨ ਨਾ ਬਦਲਿਆ ਤਾਂ। ਠੀਕ ਆ, ਅੱਜ ਇਹਨੂੰ ਕੋਈ ਆਖੇ ਵੀ ਲੋਕਾਂ 'ਚ ਗੁੱਸਾ ਹੋ ਸਕਦਾ, ਪਰ ਉਹਨਾਂ ਗੁੱਸੇ ਵਾਲੇ ਟੀਕੇ ਜਾਂ ਉਹਨਾਂ ਨੂੰ ਇਸ ਹੱਦ ਤੱਕ ਪਹੁੰਚਾਉਣ ਦੇ ਲਈ ਅਸਲ ਜ਼ਿੰਮੇਵਾਰ ਲੋਕ ਜਿਹੜੇ ਨੇ ਉਹ ਰਾਜਨੇਤਾ ਨੇ। ਸੰਧਾਲੀਆ ਸਾਹਿਬ ਦੇਖੋ, ਇਹਦੇ ਵਿੱਚ ਮੇਰੇ ਤੇ ਤੁਹਾਡੇ ਸਮੇਤ ਲੋਕ ਵੀ ਕਸੂਰਵਾਰ ਨੇ ਯਾਰ। 3 ਮਹੀਨਿਆਂ ਦੇ ਵਿੱਚ ਉੱਥੇ ਕੀ ਕੁਝ ਹੋ ਰਿਹਾ, ਤੁਹਾਡੇ ਮੂੰਹੋਂ ਕੁਝ ਫੁੱਟਿਆ ਹੀ ਨਹੀਂ। ਆੜੀਕ ਕਰਦੇ ਸੀ ਕਿਆ ਕੁਝ ਹੋਵੇ। ਜਦੋਂ ਨਿੱਤ ਰੌਲਾ ਪੈਂਦਾ ਸੀ ਕਿ ਭਾਈ ਲੱਖਾਂ ਲੋਕ ਘਰ ਛੱਡ ਕੇ ਕੈਂਪਾਂ 'ਚ ਰਹਿਣ ਨੂੰ ਮਜਬੂਰ ਨੇ, ਜਦੋਂ ਨਿੱਤ ਖਬਰ ਆਉਂਦੀ ਸੀ ਕਿ ਅੱਜ 2 ਮਾਰ ਦਿੱਤੇ, ਅੱਜ 3 ਮਾਰ ਦਿੱਤੇ, ਇਹਦੇ ਤੇ ਹਮਲਾ ਹੋ ਗਿਆ, ਲੋਕ ਬੋਲੇ ਕਿਉਂ ਨਾ? ਲੋਕਾਂ ਦੇ ਬੋਲ ਸਿਆਸੀ ਲੀਡਰਾਂ ਦੇ ਉੱਤੇ ਦਬਾਅ ਹੁੰਦਾ, ਤੁਸੀਂ ਬੋਲਿਆ ਕਰੋ। ਜਦੋਂ ਆਪਣੇ ਤੇ ਆਉਂਦੀ ਆ ਨਾ, ਉਦੋਂ ਅਸੀਂ ਕਹਿੰਦੇ ਸਾਡੇ ਨਾਲ ਕੋਈ ਖੜਿਆ ਨਹੀਂ। ਅਸੀਂ ਕਿੰਨਾ ਖੜਦੇ ਹਾਂ? ਥੋੜ੍ਹਾ ਜਿਹਾ ਸੋਚਣਾ ਵਿਚਾਰਨਾ ਜ਼ਰੂਰ ਚਾਹੀਦਾ। ਇਸ ਦੇਸ਼ ਦਾ ਹਰ ਬੰਦਾ, ਹਰ ਦੂਸਰੇ ਬੰਦੇ ਦਾ ਦਾਰੂ ਹੋਵੇ, ਉਹਦਾ ਇਲਾਜ ਹੋਵੇ। ਅਸੀਂ ਇੱਕ ਦੂਸਰੇ ਦੇ ਨਾਲ ਹੁਣ ਨਫ਼ਰਤ ਕਰਨੀ ਛੱਡ ਦਈਏ, ਫੇਰ ਗੱਲ ਬਣਨੀ ਹੈ। ਸੰਧਾਲੀਆ ਸਾਹਿਬ, ਨਹੀਂ ਤਾਂ ਔਖਾ ਹੋ ਜਾਊਗਾ। ਠੀਕ ਹੈ, ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਵੀ ਇਸ ਮਸਲੇ ਦੇ ਉੱਤੇ ਹੁਣ ਗੰਭੀਰਤਾ ਦਿਖਾਈ ਹੈ, ਪਰ ਉਹ ਗੰਭੀਰਤਾ ਇੰਪਲੀਮੈਂਟ ਹੋਣੀ ਚਾਹੀਦੀ ਹੈ, ਉਹ ਇਕੱਲੀ ਜ਼ੁਬਾਨ ਦੇ ਵਿੱਚੋਂ ਨਹੀਂ ਹੋਣੀ ਚਾਹੀਦੀ। ਮੁਤਵਾਜ਼ੀ ਜਥੇਦਾਰਾਂ ਵਾਲੇ ਪਾਸੇ ਚੱਲਦੇ ਹਾਂ। ਗੁਰਬਾਣੀ ਪ੍ਰਸਾਰਣ ਦਾ ਚਰਚਾ ਚੱਲਿਆ ਸੀ। 1985 ਸਿੱਖ ਗੁਰਦੁਆਰਾ ਐਕਟ ਦਾ ਸੋਧ ਕੀਤੀ ਸੀ ਪੰਜਾਬ ਸਰਕਾਰ ਨੇ। ਪਤਾ ਨਹੀਂ ਉਹ ਸੋਧ ਕੀਤੀ ਵਾਲਾ ਇਜਲਾਸ ਹੁਣ ਸੰਵਿਧਾਨਕ ਸੀ ਕਿ ਗੈਰ ਸੰਵਿਧਾਨਕ, ਇਹ ਤਾਂ ਰਾਜਪਾਲ ਸਾਹਿਬ ਨੂੰ ਐਡਵੋਕੇਟ ਜਨਰਲ ਸਾਹਿਬ ਦੱਸਣਗੇ ਜਾਂ ਉਹ ਮਸਲਾ ਰਾਸ਼ਟਰਪਤੀ ਸਾਹਿਬ ਕੋ ਭੇਜਣਗੇ। ਤੇ ਉਦੋਂ ਸੰਧਾਲੀਆ ਸਾਹਿਬ, ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਕਿਹਾ ਸੀ ਕਿ ਦਖਲ ਦਿੱਤਾ ਹੈ ਪੰਜਾਬ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਸੰਸਥਾਵਾਂ ਦੇ ਵਿੱਚ। ਉਦੋਂ ਜਥੇਦਾਰ ਹੁੰਦੇ ਸੀ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਤਾਂ ਕੋਈ ਐਕਸ਼ਨ ਨਹੀਂ ਸੀ ਲਿਆ, ਬਿਆਨ ਵੀ ਨਹੀਂ ਦਿੱਤੇ ਸੀ। ਪਰ ਚੱਬਾ ਪਿੰਡ ਦੇ ਵਿੱਚ ਹੋਏ ਸਰਬੱਤ ਖਾਲਸੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਗਿਆ ਸੀ ਭਾਈ ਧਿਆਨ ਸਿੰਘ ਮੰਡ। ਉਹਨਾਂ ਨੇ ਚਿੱਠੀ ਕੱਢ ਦਿੱਤੀ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ, ਭਗਵੰਤ ਸਿੰਘ ਮਾਨ ਹੋਰਾਂ ਨੂੰ, ਕਿ ਤੁਸੀਂ ਗਲਤ ਕੀਤਾ, ਤੁਸੀਂ ਦਖਲਅੰਦਾਜ਼ੀ ਕੀਤੀ ਹੈ, ਇਹ ਪ੍ਰਵਾਨ ਨਹੀਂ, ਤੁਸੀਂ ਕੋਈ ਸਪਸ਼ਟੀਕਰਨ ਦੇਣਾ ਚਾਹੋ ਤਾਂ ਦੇ ਸਕਦੇ ਹੋ, ਨਹੀਂ ਤਾਂ ਕਾਰਵਾਈ ਹੋਏਗੀ। ਉਹਨਾਂ ਨੇ ਟਾਈਮ ਦੇ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿੰਨੀ ਤਰੀਕ ਨੂੰ ਆਓ, ਭਗਵੰਤ ਮਾਨ ਸਾਹਿਬ ਗਏ ਹੀ ਨਾ। ਉਹਨਾਂ ਨੇ ਦੂਸਰੀ ਵਾਰ ਦਾ ਟਾਈਮ ਦੇ ਦਿੱਤਾ, ਭਗਵੰਤ ਮਾਨ ਸਾਹਿਬ ਗਏ ਹੀ ਨਾ। ਲੋਕਾਂ ਨੂੰ ਲੱਗਦਾ ਕਿਉਂ ਜਾਣਾ ਨਹੀਂ, ਬਹੁਤ ਸਾਰੇ ਲੀਡਰਾਂ ਨੂੰ ਪਹਿਲਾਂ ਸਾਦੇ ਰਿਹਾ, ਕੋ ਗਿਆ, ਹਾਂ ਕੀ ਕਰ ਲਿਆ, ਕੁਛ ਵੀ ਨਹੀਂ। ਫਿਰ ਉਹਨਾਂ ਨੇ ਕਿਹਾ ਤੀਸਰਾ ਤੇ ਆਖਰੀ ਸਮਾਂ। ਤੇ ਹੈਰਾਨੀ ਦੀ ਗੱਲ ਹੈ ਕਿ 2 ਆਮ ਆਦਮੀ ਪਾਰਟੀ ਦੇ ਵਿਧਾਇਕ ਉਹ ਜਾਂਦੇ ਆ, ਸਰਵਣ ਸਿੰਘ ਧੁੰਨ ਤੇ ਦੂਸਰੇ ਦਸੂਹਾ ਵਿਧਾਨ ਸਭਾ ਹਲਕੇ ਤੋਂ MLA ਨੇ ਕਰਮਵੀਰ ਸਿੰਘ ਘੁੰਮਣ, ਐਡਵੋਕੇਟ ਜੀ। ਹੁਣ ਦੋਏ ਦਸਤਾਰਾਂ ਸਜਾਉਂਦੇ ਆ। ਦੋਏ ਲੀਡਰਾਂ ਨੂੰ ਭੇਜਿਆ ਭਗਵੰਤ ਮਾਨ ਸਾਹਿਬ ਨੇ ਸੀਲਬੰਦ ਇੱਕ ਚਿੱਠੀ ਆਪਣਾ ਸਪਸ਼ਟੀਕਰਨ ਦੇ ਕੇ ਕਿ ਤੁਸੀਂ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸਾਹਿਬ ਨੂੰ ਦੇ ਦਿਓ ਜੀ। ਉਹਨਾਂ ਨੇ ਜਾ ਕੇ ਦੇਤਾ, ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਪਰ ਤਾਂ ਉਹ ਜਾਂਦੇ ਨੇ, ਇੱਕ ਪਾਸੇ ਖੜ ਕੇ ਉਹਨਾਂ ਨੂੰ ਕੌਮ ਨੂੰ ਸੰਬੋਧਨ ਕਰਨਾ ਪੈਂਦਾ, ਇੱਕ ਪਾਸੇ ਖੜ ਕੇ ਉਹ ਫੈਸਲੇ ਕਰਦੇ ਆ। ਕੌਮ ਕਿੰਨੀ ਕੁ ਮੰਨਦੀ ਹੈ, ਕਿੰਨੀ ਕੁ ਨਹੀਂ, ਉਹ ਇੱਕ ਵੱਖਰੀ ਗੱਲ ਹੈ। ਮੰਡ ਸਾਹਿਬ ਨੇ ਆਪ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਿਹਾ ਸੀ ਕਿ ਇਕਜੁੱਟ ਹੋ ਕੇ ਚੱਲੀਏ, ਨਹੀਂ ਤਾਂ ਫਿਰ ਔਖਾ ਹੋ ਜਾਊਗਾ, ਯਾਦ ਹੋਣਾ ਸਾਰਿਆਂ ਨੂੰ। ਹੁਣ ਸੰਧਾਲੀਆ ਸਾਹਿਬ, ਜੇ ਨਾ ਦਿੰਦੇ ਸਪਸ਼ਟੀਕਰਨ ਫਿਰ ਕੀ ਹੁੰਦਾ? ਜਾਣੀ ਉਹਨਾਂ ਨੇ ਜੇ ਕੋਈ ਉਹ ਕਾਰਵਾਈ ਕਰ ਵੀ ਦਿੰਦੇ ਤਾਂ SGPC ਨੇ ਨਹੀਂ ਸੀ ਮੰਨਣੀ, ਮੌਜੂਦਾ ਜਿਹੜੇ ਜਥੇਦਾਰ ਨੇ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਨਹੀਂ ਸੀ ਮੰਨਣੀ। ਪਰ ਇਹਦੇ ਬਾਵਜੂਦ ਵੀ ਭਗਵੰਤ ਸਿੰਘ ਮਾਨ ਸਾਹਿਬ ਦਾ ਉਹਨਾਂ ਨੂੰ ਸਪਸ਼ਟੀਕਰਨ ਭੇਜਣਾ ਪੰਥਕ ਸਫਾਂ ਦੇ ਵਿੱਚ ਹਲਚਲ ਹੈ। ਸੰਧਾਲੀਆ ਸਾਹਿਬ, ਇੱਕ ਮੁੱਖ ਮੰਤਰੀ ਦਾ ਮੁਤਵਾਜ਼ੀ ਜਥੇਦਾਰਾਂ ਨੂੰ ਇਸ ਮੁੱਦੇ ਦੇ ਉੱਤੇ ਸਪਸ਼ਟੀਕਰਨ ਭੇਜਣ ਦਾ ਮਤਲਬ ਇੱਕ ਤਰ੍ਹਾਂ ਦੇ ਨਾਲ ਮਾਨਤਾ ਵਰਗੀ ਗੱਲ ਹੀ ਹੋ ਜਾਂਦੀ ਹੈ ਨਾ, ਕਿ ਠੀਕ ਹੈ ਭਾਈ ਤੁਸੀਂ ਵੀ ਸਾਡੇ ਜਥੇਦਾਰ ਤੇ ਦੂਸਰੇ ਬੰਦੇ ਵੀ ਸਾਡੇ, ਅਸੀਂ ਤਾਂ ਸਾਰਿਆਂ ਨੂੰ ਹੀ ਮੰਨਦੇ ਆ, ਉਹਨਾਂ ਨੂੰ ਵੀ ਮਿਲ ਕੇ ਆਉਂਦੇ ਹੁੰਦੇ ਆ। ਹੁਣ ਇਹਦੇ ਨਾਲ ਇੱਕ ਵੱਖਰੇ ਤਰ੍ਹਾਂ ਦੀ ਚਰਚਾ ਕਿ ਸੰਧਾਲੀਆ ਸਾਹਿਬ ਚੱਲ ਸਕੂਗੀ ਕਿ ਨਹੀਂ। ਦੂਸਰਾ, ਉਸ ਸਪਸ਼ਟੀਕਰਨ ਵਾਲੇ ਪੱਤਰ ਦੇ ਵਿੱਚ ਕੀ ਲਿਖਿਆ? ਮੰਡ ਸਾਹਿਬ ਕਹਿੰਦੇ ਆ ਕਿ ਅਸੀਂ 4 ਜਿਹੜੇ ਹੋਰ ਸਾਡੇ ਸਾਥੀ ਸਿੰਘ ਸਾਹਿਬ ਨੇ ਉਹਨਾਂ ਦੇ ਨਾਲ ਚਰਚਾ ਕਰਕੇ ਤੇ ਉਹਦੇ ਤੋਂ ਬਾਅਦ ਫੈਸਲਾ ਕਰਨਾ, ਪਰ ਕਹਾਣੀ ਦੂਜੇ ਪਾਸੇ ਨੂੰ ਜਾਊਗੀ। ਮੈਨੂੰ ਲੱਗਦਾ ਵੀ ਹੋ ਸਕਦਾ ਇਸ ਮਸਲੇ ਨੂੰ ਕੋਈ ਇਹ ਸੋਚੇ ਵੀ ਯਾਰ ਚਿੱਠੀ ਸੀ, ਉਹ ਉਡੀਕਦੇ ਸੀ, ਕਿਉਂਕਿ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਨੇ ਵੀ ਕਿਹਾ ਸੀ ਵੀ ਨਾ ਉਹ ਆਪ ਆਏ, ਨਾ ਉਹਨਾਂ ਸਪਸ਼ਟੀਕਰਨ ਭੇਜਿਆ। ਫਿਰ ਦੂਸਰੀ ਵਾਰ ਜਦੋਂ ਮੰਗਿਆ, ਉਹ ਠੀਕ ਆ ਸਪਸ਼ਟੀਕਰਨ ਉਹਨਾਂ ਨੇ ਭੇਜ ਦਿੱਤਾ। ਹੁਣ ਸਪਸ਼ਟੀਕਰਨ ਦੇ ਵਿੱਚ ਹੋ ਸਕਦਾ, ਕਿਉਂਕਿ ਜਦੋਂ ਇਹ ਗੱਲ ਪਹਿਲੀ ਵਾਰ ਕਹੀ ਗਈ ਸੀ ਉਦੋਂ ਅਜੇ ਪੰਜਾਬ ਸਰਕਾਰ ਵਾਲੇ ਪਾਸਿਓਂ ਕੁਛ ਨਾ ਕੁਛ ਹੋਇਆ ਸੀ, ਅਜੇ ਉਹ ਜਿਹੜੀ ਚੀਜ਼ ਬਾਰੇ ਕਿਹਾ ਗਿਆ ਸੀ ਪ੍ਰਸਾਰਣ ਹੋਏਗਾ ਕਿ ਨਹੀਂ ਹੋਏਗਾ ਉਹਦੇ 'ਤੇ ਕੋਈ ਅਪਡੇਟ ਹੈ ਨਹੀਂ ਸੀ। ਪਰ ਹੁਣ ਜਦੋਂ ਇਹ ਚਿੱਠੀ ਜਾਂਦੀ ਆ ਉਦੋਂ ਤੱਕ ਅਪਡੇਟ ਆ ਜਾਂਦੀ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ YouTube ਚੈਨਲ ਲਾਂਚ ਕਰਨ ਦੀ ਗੱਲ ਕਹਿ ਦਿੱਤੀ ਗਈ ਹੈ। ਜਿੱਥੇ ਪ੍ਰਸਾਰਣ ਆਲਰੇਡੀ ਚੱਲਦਾ ਸੀਗਾ, ਉਸ ਚੈਨਲ ਤੋਂ ਪ੍ਰਸਾਰਣ ਹੁਣ ਲਗਭਗ ਬੰਦ ਹੋ ਜਾਣਾ। ਉਹ ਚੈਨਲ ਨੇ ਵੀ ਆਪਣਾ ਸਪਸ਼ਟੀਕਰਨ ਦੇ ਦਿੱਤਾ ਜੀ ਕਿ ਵੀ ਇੰਨੇ ਸਾਲ ਅਸੀਂ ਸੇਵਾ ਕੀਤੀ, ਉਹਦੇ ਲਈ ਅਸੀਂ ਧੰਨਵਾਦੀ ਹਾਂ, ਗਾਂਹ ਹੁਣ ਅਸੀਂ ਪ੍ਰਸਾਰਣ ਨਹੀਂ ਕਰਾਂਗੇ।
ਹਾਲਾਂਕਿ ਕੱਲ ਪਰਮਜੀਤ ਸਿੰਘ ਸਰਨਾ ਸਾਹਿਬ ਦਾ ਬਿਆਨ ਜ਼ਰੂਰ ਸੀਗਾ, ਉਹ ਕਹਿੰਦੇ ਕਿ ਵੀ SGPC ਜਦ ਤੱਕ ਆਪਣਾ ਚੈਨਲ ਨਹੀਂ ਚਲਾ ਪਾਉਂਦੀ ਉਨੀ ਦੇਰ ਤੱਕ ਉਸੇ ਚੈਨਲ ਤੋਂ ਜਿਹੜਾ ਪ੍ਰਸਾਰਨ ਉਹ ਜਾਰੀ ਰੱਖਿਆ ਜਾਣਾ ਚਾਹੀਦਾ। ਹੁੰਦਾ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਆ, ਪਰ ਉਹਦੇ ਵਿੱਚ ਜਿਹੜੀਆਂ ਚਰਚਾਵਾਂ ਹੋਰ ਕਈ ਤਰ੍ਹਾਂ ਦੀਆਂ ਚੱਲ ਪਈਆਂ ਸੀ ਕਿ ਜੀ ਹੁਣ ਪ੍ਰਸਾਰਨ ਜਿਹੜਾ ਜਿਸ YouTube ਚੈਨਲ ਤੇ ਹੋਣਾ ਜੀ ਉਹ ਕਿਹੜੀ ਕੰਪਨੀ ਦੇ ਥਰੂ ਹੋਣਾ, ਅਧਿਕਾਰ ਕਿਹਨੂੰ ਦਿੱਤੇ ਗਏ ਨੇ ਕਿਹਨੂੰ ਨਹੀਂ ਦਿੱਤੇ ਗਏ, ਕੀ ਪਤਾ ਉਹ ਸਪਸ਼ਟੀਕਰਨ ਵਾਲੀ ਗੱਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਵੀ ਇਸ਼ਾਰਾ ਕੀਤਾ ਗਿਆ ਹੋਵੇ ਕਿ ਜੀ ਵੀ ਅਸੀਂ ਤਾਂ ਆਹ ਚੀਜ਼ ਇਸ ਤਰ੍ਹਾਂ ਕਰਨੀ ਚਾਹੁੰਦੇ ਸੀ, ਉਹ ਇਸ ਤਰ੍ਹਾਂ ਹੋ ਰਹੀ ਆ, ਤੁਸੀਂ ਆਪਣੇ ਵੱਲੋਂ ਜ਼ਰੂਰ ਉਹਦੇ ਵਿੱਚ ਕੋਈ ਨਾ ਕੋਈ ਯੋਗਦਾਨ ਪਾਓ ਜੀ ਕਿ ਕੀ ਗੁਰਬਾਣੀ ਦਾ ਪ੍ਰਸਾਰਨ ਜਿਹੜਾ ਹੈ ਉਹ ਸਾਰਿਆਂ ਤੱਕ ਫ੍ਰੀ ਮੁਫਤ ਨਹੀਂ ਪਹੁੰਚਣਾ ਚਾਹੀਦਾ। ਤੇ ਜੇ ਕੁਛ ਇਹੋ ਜਿਹੀ ਗੱਲ ਉਹਦੇ ਵਿੱਚ ਹੁੰਦੀ ਆ ਤੇ ਹੋ ਸਕਦਾ ਵੀ ਕੱਲ੍ਹ ਨੂੰ ਆਪਾਂ ਨੂੰ ਮਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਸਾਹਿਬ ਇੱਕ ਧਿਰ ਬਣ ਕੇ ਖਲੋਤੇ ਨਜ਼ਰ ਆਉਣ, ਦੂਸਰੇ ਪਾਸੇ SGPC ਹੋਵੇ। ਹਾਂ, ਕੁਝ ਵੀ ਸੰਭਵ ਹੈ ਜੀ। ਹੁਣ ਥੋੜੀ ਜਿਹੀ ਸਾਨੂੰ ਉਡੀਕ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਕਰਨੀ ਪਊਗੀ। ਉਧਰਲੇ ਪਾਸੇ ਜਾਂਦਿਆਂ ਸੰਧਾਲੀਆ ਸਾਹਿਬ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਵੀ ਇੱਕ ਬਿਆਨ ਆਇਆ। ਉਹ ਕਹਿੰਦੇ ਜੀ ਮੈਂ NDA ਦੀ ਬੈਠਕ ਦੇ ਵਿੱਚ ਗਿਆ ਜਿਹੜੀ ਭਾਜਪਾ ਤੇ 38 ਹੋਰ ਪਾਰਟੀਆਂ ਦੀ ਹੋਈ ਸੀ, ਉੱਥੇ ਜਾ ਕੇ ਮੈਂ ਮੁੱਦੇ ਚੱਕਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਉਹ ਕਹਿੰਦੇ ਜੀ ਮੁੱਦਾ ਉੱਥੇ ਚੁੱਕਿਆ ਕਿ ਪੰਜਾਬ ਨੂੰ ਪੈਕੇਜ ਦਿਓ, ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਚੁੱਕੀ ਹੈ, SGPC ਚੋਣਾਂ ਦੀ ਗੱਲ ਚੁੱਕੀ ਹੈ। ਨਾਲ ਦੀ ਨਾਲ ਉਹਨਾਂ ਨੇ ਕਹਿਤਾ, ਕਹਿੰਦੇ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਜਿੱਦਾਂ ਬੀਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸਤੀਫੇ ਦੇਣ ਦੀ ਹਿੰਮਤ ਦਿਖਾਈ ਹੈ ਪ੍ਰਧਾਨ ਸਾਹਿਬ ਦੇ ਫੈਸਲੇ ਦੇ ਖਿਲਾਫ, ਜ਼ਮੀਰ ਵਾਲੇ ਜਿਹੜੇ ਅਕਾਲੀ ਆਗੂ ਨੇ ਉਹ ਵੀ ਹਿੰਮਤ ਦਿਖਾਉਣ, ਜੀ ਨਾ ਕਰੀ ਜਾਣ ਮੁਰੇ। ਥੋੜੀ ਜਿਹੀ ਚਰਚਾ ਇਧਰਲੇ ਪਾਸੇ ਵੀ ਛਿੜੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਵੀ ਲੱਗਦਾ ਕਿ ਭਾਈ ਮੌਕਾ ਵਧੀਆ, ਲੋਹਾ ਗਰਮ ਹੈ, ਸੱਟ ਤਾਂ ਮਾਰ ਕੇ ਵੇਖੀਏ। ਨਹੀਂ, ਗੱਲ ਤੇ ਵੈਸੇ ਠੀਕ ਆ। ਆਪਾਂ ਕੱਲ ਵੀ ਜ਼ਿਕਰ ਕਰਦੇ ਸੀ ਵੀ ਜਦੋਂ ਚੰਦੂ ਮਹਿਰਾ ਸਾਹਿਬ ਨੂੰ ਪ੍ਰਧਾਨ ਬਣਾਉਣ ਦੀ ਗੱਲ ਚੱਲਦੀ ਆ ਉਦੋਂ ਫਿਰ ਢੀਂਡਸਾ ਸਾਹਿਬ ਕੁਛ ਨਾ ਕੁਛ ਤੇ ਕਰਨਗੇ। ਹੁਣ ਜੇ ਇੱਕ ਪਾਸੇ ਉਹ ਕਹਿੰਦੇ ਵੀ ਅਕਾਲੀ ਦਲ ਨਾਲ ਬਾਕੀ ਸਾਰਾ ਕੁਛ ਸੈੱਟ ਹੈ, ਸਿਰਫ ਪ੍ਰਧਾਨ ਬਦਲ ਲਓ ਤੇ ਤਾਂ ਵੀ ਗੱਲ ਬਣ ਸਕਦੀ ਹੈ, ਇਹਦੇ ਢੀਂਡਸਾ ਸਾਹਿਬ ਨੇ ਸੋਚਿਆ ਨਾ ਵੀ ਯਾਰ ਜੇ ਇਕੱਲਾ ਪ੍ਰਧਾਨ ਬਦਲਿਆ ਗੱਲ ਬਣ ਗਈ ਤੇ ਫਿਰ ਤੇ ਇਹ ਨਾ ਹੋਵੇ ਆਪਾਂ ਪਾਸੇ ਹੋ ਜਾਈਏ, ਕਿਉਂ ਨਾ ਆਪਾਂ ਉਹਦੇ ਵਿੱਚੋਂ ਬੰਦੇ ਹੀ ਕੱਢ ਕੇ ਆਪਣਾ ਅਕਾਲੀ ਦਲ ਥੋੜ੍ਹਾ ਜਿਹਾ ਵੱਡਾ ਕਰਕੇ ਦਿਖਾਈਏ, ਤਾਂ ਜੋ BJP ਦੀ NDA ਦੇ ਵਿੱਚ ਜਦੋਂ ਆਪਾਂ ਆਲਰੇਡੀ ਸ਼ਾਮਲ ਹਾਂ ਤੇ ਆਪਾਂ ਅਗਲੇ ਨੂੰ ਕਹਿਣ ਵਾਲੇ ਤੇ ਬਣਾਂਗੇ ਜੀ ਦੇਖੋ ਜੀ ਸਾਡਾ ਅਕਾਲੀ ਦਲ ਹੁਣ ਵੱਡਾ, ਮਾਨਤਾ ਸਾਡੇ ਵਾਲੇ ਪਾਸੇ ਆ ਤੇ ਅਸੀਂ ਵੱਡੀ ਆ, ਹੁਣ ਸਾਡੇ ਬਾਰੇ ਵੀ ਸੋਚੋ। ਪਰ ਦੇਖੋ ਇਹ ਤਾਂ ਹੁਣ ਮੇਰਾ ਖਿਆਲ ਵੀ ਲੀਡਰਾਂ ਨੇ ਸੋਚਣਾ ਕਿ ਵੀ ਕਿਹਨੂੰ ਕਿੱਥੇ ਕਿਵੇਂ ਫਾਇਦਾ ਜਾਪਦਾ, ਕਿਉਂਕਿ ਅੱਜ ਕੱਲ੍ਹ ਬਹੁਤਾ ਕਰਕੇ ਰਾਜਨੀਤੀ ਤੇ ਇਸੇ ਚੀਜ਼ ਦੀ ਰਹਿ ਗਈ ਹੈ ਨਾ ਵੀ ਕੁਰਸੀ ਕਿੱਧਰ ਮਿਲਦੀ ਆ, ਫਾਇਦਾ ਕਿਹੜੇ ਪਾਸੇ ਆ, ਜਿੱਧਰ ਫਾਇਦਾ ਹੋਊਗਾ ਜਿੱਧਰ ਕੁਰਸੀ ਦੀ ਆਸ ਹੋਊਗੀ ਹਰੇਕ ਨੇ ਉੱਧਰ ਚਲੇ ਜਾਣਾ। ਰਹੀ ਗੱਲ ਐਕਸਕਿਊਜ਼ ਦੇਣ ਦੀ, ਉਹਦੇ ਕਾਰਨ ਦੱਸਣ ਦੀ, ਆਪਣੀ ਵਜ੍ਹਾ ਦੱਸਣ ਦੀ, ਉਹ ਤੇ 3600 ਲੱਭ ਲਈਆਂ ਜਾਂਦੀਆਂ ਨੇ। ਉਸ ਤੋਂ ਬਾਅਦ ਜਦੋਂ ਮੀਡੀਆ ਸਾਹਮਣੇ ਆ ਕੇ ਗੱਲਾਂ ਕਹੀਆਂ ਜਾਂਦੀਆਂ ਮੰਨ ਨਹੀਂ ਲੈਂਦਾ ਹਰ ਕੋਈ ਬੰਦਾ ਵੀ ਯਾਰ ਅੱਛਾ ਇੱਦਾਂ ਹੀ ਹੋਣੀ। ਆਪਾਂ ਪਿਛਲੇ ਸਮੇਂ 'ਚ ਕਈ ਲੀਡਰਾਂ ਦਾ ਸੁਣਿਆ, ਅਸੀਂ ਅੰਦਰ ਬਹਿ ਕੇ ਬਹੁਤ ਕਿਹਾ, ਜਦੋਂ ਸਾਡੀ ਕਿਸੇ ਨੇ ਮੰਨੀ ਨਹੀਂ ਫਿਰ ਅਸੀਂ ਬਾਹਰ ਆ ਗਏ। ਲੋਕਾਂ ਨੂੰ ਕਿਹੜਾ ਪਤਾ ਹੁੰਦਾ ਵੀ ਅੰਦਰ ਕਿਹਾ ਕਿ ਨਹੀਂ ਕਿਹਾ। ਸੰਧਾਲੀਆ ਸਾਹਿਬ 7ਵੀਂ ਵਾਰ ਪੈਰੋਲ ਮਨਜ਼ੂਰ ਹੋ ਗਈ ਹੈ ਜੀ ਗੁਰਮੀਤ ਰਾਮ ਰਹੀਮ ਦੀ, ਡੇਰਾ ਸਿਰਸਾ ਦੇ ਮੁਖੀ ਦੀ। ਬਹੁਤ ਸਾਰੇ ਲੋਕਾਂ ਦੇ ਵਿੱਚ ਚਰਚਾਵਾਂ, ਗਿਆਨੀ ਰਘਵੀਰ ਸਿੰਘ ਹੋਰੀ ਜਥੇਦਾਰ ਸਾਹਿਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਉਹ ਕਹਿੰਦੇ ਜੀ ਸਿੱਖ ਕੌਮ ਬਹੁਤ ਅਜੀਬ ਮਹਿਸੂਸ ਕਰ ਰਹੀ ਹੈ ਜਦੋਂ ਆ ਕੁਛ ਕੀਤਾ ਜਾ ਰਿਹਾ, ਬੰਦੀ ਸਿੰਘ ਕਿਉਂ ਨਹੀਂ ਰਿਹਾ ਕੀਤੇ ਜਾ ਰਹੇ। ਪੂਰੇ 30 ਦਿਨ ਦੇ ਲਈ ਗੁਰਮੀਤ ਰਾਮ ਰਹੀਮ ਹੁਣ ਜੇਲੋਂ ਬਾਹਰ ਹੋਏਗਾ, ਬਾਗਪਤ ਆਸ਼ਰਮ ਵਾਲੇ ਆਪਣੇ ਡੇਰੇ ਦੇ ਵਿੱਚ ਹੋਏਗਾ, ਡੇਰਾ ਸਿਰਸਾ ਦੇ ਵਿੱਚ ਜਾਣ ਦੀ ਆਗਿਆ ਨਹੀਂ ਮਿਲੀ। ਪਰ ਤੁਸੀਂ ਦੇਖੋ ਮਹੀਨੇ 30 7ਵੀਂ ਵਾਰੀ ਪੈਰੋਲ, ਆ ਹੁਣੇ ਜਨਵਰੀ ਮਹੀਨੇ ਦੇ ਵਿੱਚ ਤਾਂ 40 ਦਿਨ ਅਗਲਾ ਬੰਦਾ ਕੱਟ ਕੇ ਗਿਆ, ਆ ਵਿੱਚੇ ਹੀ ਹੁਣ ਮੈਨੂੰ ਲੱਗਦਾ ਕਿ ਜਨਮ ਦਿਨ ਮਨਾ ਲੈਣਾ, ਵਿੱਚੇ ਹੀ 1-2 ਗੀਤ ਵੀ ਰਿਕਾਰਡ ਹੋ ਜਾਣਗੇ। ਹੋ ਸਕਦਾ ਕਿ ਇੰਨੇ ਕੁ ਦਿਨਾਂ ਦੇ ਵਿੱਚ ਤਾਂ ਉਹ ਫਿਲਮ ਦੀ ਸ਼ੂਟਿੰਗ ਵੀ ਘਰੇ ਲੈਂਦਾ ਹੁੰਦਾ। ਪਰ ਅਚਾਨਕ ਪੈਰੋਲ ਮਨਜ਼ੂਰ ਹੋਣ ਦੀ ਜਦੋਂ ਗੱਲ ਚੱਲੀ ਹੈ ਤਾਂ ਮੈਨੂੰ ਯਾਦ ਆ ਰਿਹਾ ਸੀ ਕਿ SGPC ਨੇ ਇੱਕ ਪਟੀਸ਼ਨ ਵੀ ਪਾਈ ਸੀ ਕਿ ਭਾਈ ਇਸ ਬੰਦੇ ਨੂੰ ਪੈਰੋਲ ਨਾ ਦਿਆ ਕਰੋ। ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਬਹੁਤ ਮਹਿਸੂਸ ਕਰਦੇ ਆ ਜਦੋਂ ਗੁਰਮੀਤ ਰਾਮ ਰਹੀਮ ਵਰਗੇ ਬੰਦੇ ਨੂੰ ਤੁਸੀਂ ਬਾਰ-ਬਾਰ ਪੈਰੋਲ ਦਿੰਦੇ ਹੋ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਵੀ ਇਸ ਗੱਲ ਦੇ ਉੱਤੇ ਨਿਰਾਸ਼ਾ ਦਾ ਜਿਹੜਾ ਉਹ ਪ੍ਰਗਟਾਵਾ ਕੀਤਾ। ਪਰ ਦੇਖੋ ਬਹੁਤ ਬੰਦੇ ਹੋਣੇ ਆ ਜਿਹੜੇ ਜੇਲ੍ਹਾਂ 'ਚ ਹੋਣੇ ਆ, ਸਾਰਿਆਂ ਨੂੰ ਇੰਨੀ ਛੇਤੀ ਪੈਰੋਲ ਸੰਧਾਲੀਆ ਸਾਹਿਬ ਮਿਲਦੀ ਨਹੀਂ ਹੁੰਦੀ। ਵੈਸੇ ਨਹੀਂ, ਜਥੇਦਾਰ ਸਾਹਿਬ ਨੇ ਗੱਲ ਕਹੀ ਹੈ, ਉਹ ਕਹਿੰਦੇ ਵੀ ਦੇਖੋ ਬੰਦੀ ਸਿੰਘਾਂ ਨੂੰ ਤਾਂ ਤੁਸੀਂ ਪੈਰੋਲ ਵੀ ਨਹੀਂ ਦੇ ਰਹੇ, ਰਿਹਾਈ ਤੇ ਦੂਰ ਦੀ ਗੱਲ ਹੈ, ਤੇ ਜਿਹੜੇ ਬੰਦੇ ਨੂੰ ਇੰਨੇ ਦਹਾਕਿਆਂ ਦੀ ਸਜ਼ਾ, ਸਾਲਾਂ ਦੀ ਨਹੀਂ ਮੈਂ ਦਹਾਕਿਆਂ ਦੀ ਸਜ਼ਾ ਦੀ ਗੱਲ ਕਰਦਾ, ਉਹਨੂੰ ਤੁਸੀਂ ਹਰੇਕ 2.5-3 ਮਹੀਨੇ ਬਾਹਰ ਕੱਢ ਦਿੰਦੇ ਹੋ। ਹੁਣ ਮੇਰੇ ਖਿਆਲ ਨਾਲ ਜੇ ਇਹੀ ਹਿਸਾਬ ਨਾਲ ਚੱਲਦਾ ਰਹੂਗਾ ਕੰਮ ਤੇ ਤੁਸੀਂ ਆਪ ਅੰਦਾਜ਼ਾ ਲਾਓ ਕਿ ਕਿੰਨੇ % ਬੰਦਾ ਜੇਲ੍ਹ 'ਚ ਰਹੂਗਾ ਤੇ ਕਿੰਨੇ % ਜੇਲ੍ਹ ਤੋਂ ਬਾਹਰ ਰਹੂਗਾ, ਤੇ ਕੀ ਇਹ ਸਾਰਾ ਕੁਝ ਕਾਨੂੰਨ ਦੇ ਨਜ਼ਰੀਏ ਦੇ ਹਿਸਾਬ ਨਾਲ ਬਿਲਕੁਲ ਸਹੀ ਆ। ਇਹ ਵੀ ਇੱਕ ਸਵਾਲ ਹੈ। ਚਲੋ ਇਸੇ ਸਵਾਲ ਦੇ ਉੱਪਰ ਆਪਾਂ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਚਲਿਏ ਫਿਰ ਬਾਠ ਸਾਹਿਬ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਸੰਧਾਲੀਆ ਸਾਹਿਬ, ਧੰਨਵਾਦ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।